ਰਜਿੰਦਰ ਰਾਹੀ ਦਾ ਅਨੁਵਾਦਿਤ ਨੋਵਲ ਹੈ ਅਜਨਬੀ। ਦੂਸਰੇ ਭਾਗ ਦਾ ਅੰਗ 4। ਆਦਮੀ ਬੇਸ਼ੱਕ ਮੁਜਰਮਾਂ ਦੇ ਕਟਹਿਰੇ ਵਿੱਚ ਹੀ ਖੜਾ ਹੋਵੇ, ਉਹਦੀ ਮਨਸ਼ਾ ਹੁੰਦੀ ਹੈ ਕਿ ਲੋਕ ਉਸ ਬਾਰੇ ਚਰਚਾ ਕਰਨ, ਉਹ ਹਰ ਇੱਕ ਦੀਆਂ ਗੱਲਾਂ ਦਾ ਕੇਂਦਰ ਹੋਵੇ। ਸਫਾਈ ਧਿਰ ਦੇ ਵਕੀਲ ਤੇ ਸਰਕਾਰੀ ਵਕੀਲ ਨੇ ਅਦਾਲਤ ਅੰਦਰ ਜੋ ਵੀ ਕਿਹਾ ਉਹ ਸਭ ਕੁਝ ਮੇਰੇ ਬਾਰੇ ਹੀ ਸੀ। ਬੇਸ਼ੱਕ ਉਹਨਾਂ ਦੀਆਂ ਗੱਲਾਂ ਮੇਰੇ ਅਪਰਾਧ ਬਾਰੇ ਘੱਟ ਪਰ ਮੇਰੀ ਨਿੱਜੀ ਜ਼ਿੰਦਗੀ ਬਾਰੇ ਵੱਧ ਸਨ। ਅਸਲੀਅਤ ਇਹ ਹੈ ਕਿ ਦੋਹਾਂ ਦੇ ਭਾਸ਼ਣਾਂ 'ਚ ਬਹੁਤਾ ਫਰਕ ਨਹੀਂ ਸੀ। ਮੇਰੇ ਵਕੀਲ ਨੇ ਆਪਣੇ ਹੱਥ ਆਕਾਸ਼ ਵੱਲ ਚੁੱਕ ਕੇ ਮੇਰਾ ਅਪਰਾਧ ਸਵੀਕਾਰ ਕਰ ਲਿਆ ਸੀ, ਪਰ ਨਾਲ ਹੀ ਕਿਹਾ ਕਿ ਮੇਰੇ ਮੁਵੱਕਲ ਦਾ ਇਰਾਦਾ ਮਿੱਥ ਕੇ ਕਤਲ ਕਰਨਾ ਨਹੀਂ ਸੀ, ਇਸ ਲਈ ਸਜ਼ਾ ਘੱਟ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਵੀ ਆਪਣੇ ਹੱਥ ਖੂਬ ਹਵਾ 'ਚ ਘੁਮਾਏ ਸਨ ਤੇ ਕਿਹਾ ਕਿ ਇਸ ਮੁਜਰਮ ਨੇ ਇਹ ਕਤਲ ਮਿੱਥੀ ਯੋਜਨਾ ਤਹਿਤ ਕੀਤਾ ਹੈ, ਇਸ ਲਈ ਦੋਸ਼ੀ ਨੂੰ ਕਿਸੇ ਪ੍ਰਕਾਰ ਦੀ ਰਿਆਇਤ ਨਹੀਂ ਦੇਣੀ ਚਾਹੀਦੀ। ਇਹਨਾਂ ਦੇ ਭਾਸ਼ਣਾਂ ਸਮੇਂ ਮੇਰਾ ਮਨ ਕਰਦਾ ਸੀ ਕਿ ਮੈਂ ਵੀ ਕੁਝ ਬੋਲਾਂ, ਕਿਉਂਕਿ ਆਖਰ ਮੁਕੱਦਮਾ ਮੇਰਾ ਹੈ ਜੋ ਕਿ ਲੜਿਆ ਜਾ ਰਿਹਾ ਹੈ। ਇਸ ਲਈ ਸੁਭਾਵਕ ਹੈ ਕਿ ਮੇਰੀ ਕਿਸਮਤ ਮੇਰੇ ਮੁਕੱਦਮੇ ਦੇ ਹੱਥ ਹੈ, ਪਰ ਵਕੀਲ ਸਾਹਿਬ ਨੇ ਮੈਨੂੰ ਘੱਟ ਤੋਂ ਘੱਟ ਬੋਲਣ ਦੀ ਹਦਾਇਤ ਦਿੱਤੀ ਹੋਈ ਸੀ। ਕਿਹਾ ਸੀ ਕਿ ਜੇਕਰ ਜ਼ਿਆਦਾ ਸਵਾਲ ਜਵਾਬ ਕਰੇਗਾ ਤੇ ਫੈਸਲਾ ਤੇਰੇ ਵਿਰੁੱਧ ਚਲਾ ਜਾਏਗਾ। ਇਸ ਲਈ ਕਟਹਿਰੇ 'ਚ ਖੜਾ ਮੈਂ ਕਾਫੀ ਵਿਆਕੁਲਤਾ ਮਹਿਸੂਸ ਕਰਦਾ ਸੀ। ਮੈਨੂੰ ਜਾਪਦਾ ਸੀ ਮੈਨੂੰ ਕਿਸੇ ਸਾਜ਼ਿਸ਼ ਤਹਿਤ ਚੁੱਪ ਰਹਿਣ ਦਾ ਹੁਕਮ ਮਿਲਿਆ ਹੈ ਤਾਂ ਕਿ ਮੁਕੱਦਮੇ ਦੀ ਕਾਰਵਾਈ ਇੱਕ ਪਾਸੜ ਮੇਰੇ ਖਿਲਾਫ ਕਰ ਦਿੱਤੀ ਜਾਏ ਤੇ ਮੈਂ ਆਪਣੇ ਮੂੰਹ ਨੂੰ ਜਿੰਦਰਾ ਮਾਰ ਕੇ ਬੈਠਾ ਰਹਾਂ ਤੇ ਮੇਰੀ ਕਿਸਮਤ ਦਾ ਕਬਾੜਾ ਕਰ ਦਿੱਤਾ ਜਾਏ। ਕਦੇ-ਕਦੇ ਉਹਨਾਂ ਲੋਕਾਂ ਦੀ ਚਲਦੀ ਗੱਲਬਾਤ ਨੂੰ ਕੱਟਣ ਲਈ ਮੇਰਾ ਮਨ ਕਿੰਨਾ ਉਤਾਵਲਾ ਹੋ ਜਾਂਦਾ ਸੀ, ਪਰ ਇਸ ਇੱਛਾ ਨੂੰ ਪਤਾ ਨਹੀਂ ਕਿੰਨੀ ਮੁਸ਼ਕਲ ਨਾਲ ਮੈਂ ਦਬਾ ਦਿੰਦਾ ਸੀ। ਦਿਲ ਕਈ ਵਾਰੀ ਕੀਤਾ ਕਿ ਕਹਿ ਦੇਵਾਂ, ਤੁਹਾਡੀ ਸਾਰਿਆਂ ਦੀ ਐਸੀ ਕੀ ਤੈਸੀ। ਮੈਂ ਸਭ ਨੂੰ ਪੁੱਛਦਾ ਕਿ ਮੁਕੱਦਮਾ ਕਿਸ ਉੱਪਰ ਚਲਾਇਆ ਜਾ ਰਿਹਾ ਹੈ। ਮੇਰੀ ਜ਼ਿੰਦਗੀ ਮੌਤ ਦਾ ਸਵਾਲ ਹੈ ਤੇ ਮੇਰੀ ਕਹੀ ਗੱਲ ਕਿੰਨੀ ਮਹੱਤਵਪੂਰਨ ਹੋਏਗੀ, ਇਸ ਗੱਲ ਦਾ ਕਿਸੇ ਨੂੰ ਅੰਦਾਜ਼ਾ ਕਿਉਂ ਨਹੀਂ। ਪਰ ਫਿਰ ਜਦੋਂ ਮੈਂ ਦੁਬਾਰਾ ਸੋਚ ਵਿਚਾਰ ਕਰਦਾ, ਮੈਨੂੰ ਜਾਪਦਾ ਮੇਰੇ ਕੋਲ ਕਹਿਣ ਲਈ ਕੁਝ ਹੈ ਵੀ ਨਹੀਂ। ਕੀ ਕਹਾਂਗਾ ਮੈਂ? ਖੈਰ, ਮੈਨੂੰ ਮਹਿਸੂਸ ਹੋਇਆ ਕਿ ਹਰ ਆਦਮੀ ਆਪਣੇ ਬਾਰੇ ਹੁੰਦੀ ਚਰਚਾ ਵੀ ਕਿਸੇ ਇੱਕ ਸੀਮਾ ਤੱਕ ਹੀ ਚਾਹੁੰਦਾ ਹੈ। ਲੰਮੀ ਚਰਚਾ 'ਚ ਪਹਿਲਾਂ ਵਰਗੀ ਦਿਲਚਸਪੀ ਨਹੀਂ ਰਹਿੰਦੀ, ਇਸੇ ਲਈ ਸ਼ਾਇਦ ਮੇਰਾ ਜੀ ਅੱਕ ਗਿਆ ਸੀ ਜਦੋਂ ਸਰਕਾਰੀ ਵਕੀਲ ਆਪਣੀ ਲੰਬੀ ਚੌੜੀ ਤਕਰੀਰ ਨੂੰ ਖਤਮ ਹੀ ਨਹੀਂ ਸੀ ਕਰ ਰਿਹਾ। ਮੇਰਾ ਉਸ ਵੱਲ ਕੋਈ ਧਿਆਨ ਨਹੀਂ ਸੀ, ਪਰ ਭਾਸ਼ਣ ਦੌਰਾਨ ਕਦੇ-ਕਦੇ ਮੇਰਾ ਧਿਆਨ ਉਹਦੇ ਵੱਲ ਚਲਾ ਜਾਂਦਾ ਜਦੋਂ ਸ਼ਬਦਾਂ 'ਚ ਮੁਹਾਵਰਿਆਂ ਦਾ ਪ੍ਰਯੋਗ ਕਰਦਾ ਜਾਂ ਤੇਜ਼ੀ ਨਾਲ ਆਪਣੇ ਚਿਹਰੇ ਦੇ ਹਾਵ-ਭਾਵ ਭਾਸ਼ਣ ਮੁਤਾਬਕ ਬਦਲਦਾ ਰਹਿੰਦਾ। ਫਿਰ ਵੀ ਕੁੱਲ ਮਿਲਾ ਕੇ ਮੇਰਾ ਮਨ ਮਸੋਸਿਆ ਹੀ ਰਿਹਾ। ਮੈਨੂੰ ਇੱਕ ਗੱਲ ਦਾ ਪਤਾ ਚੱਲ ਗਿਆ ਕਿ ਸਰਕਾਰੀ ਵਕੀਲ ਆਪਣੇ ਭਾਸ਼ਣ ਦੌਰਾਨ ਇੱਕ ਗੱਲ ਤੇ ਖਾਸ ਜ਼ੋਰ ਦੇ ਰਿਹਾ ਸੀ, ਉਹ ਇਹ ਕਿ ਇਹ ਅਪਰਾਧ ਮੈਂ ਮਿੱਥੀ ਯੋਜਨਾ ਅਨੁਸਾਰ ਪੂਰਾ ਸੋਚ ਵਿਚਾਰ ਕਰਕੇ ਕੀਤਾ ਹੈ। ਮੈਨੂੰ ਯਾਦ ਆਇਆ ਕਿ ਕਾਰਵਾਈ ਦੌਰਾਨ ਉਹਨੇ ਇੱਕ ਵਾਰੀ ਕਿਹਾ ਸੀ, ਜਿਊਰੀ ਮੈਂਬਰ ਸਹਿਬਾਨ, ਮੈਂ ਆਪਣੀ ਆਖੀ ਗੱਲ ਨੂੰ 100% ਸੱਚ ਸਿੱਧ ਕਰਕੇ ਦਿਖਾਵਾਂਗਾ। ਇੱਕ ਪਾਸੇ ਤਾਂ ਤੁਹਾਡੇ ਸਾਹਮਣੇ ਅਪਰਾਧ ਨਾਲ ਜੁੜੇ ਸਾਰੇ ਤੱਥ ਘਟਨਾਵਾਂ ਚਿੱਟੇ ਦਿਨ ਵਾਂਗ ਸਾਫ਼ ਹਨ, ਦੂਜੇ ਪਾਸੇ ਇਸ ਜੁਰਮ ਦਾ ਕਾਲਾ ਪੰਨਾ ਵੀ ਦਿਸਦਾ ਹੈ ਕਿ ਮੁਜਰਮ ਦੀ ਮਾਨਸਿਕਤਾ ਤੇ ਕਰਤੂਤਾਂ ਪਹਿਲਾਂ ਤੋਂ ਹੀ ਅਪਰਾਧੀਆਂ ਵਾਲੀਆਂ ਰਹੀਆਂ ਹਨ। ਇਹ ਕਹਿ ਕੇ ਉਹਨੇ ਮਾਂ ਦੀ ਮੌਤ ਤੋਂ ਬਾਅਦ ਦੇ ਸਾਰੇ ਤੱਥ ਘਟਨਾਵਾਂ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਗੱਲਾਂ ਨੂੰ ਉਹਨੇ ਜ਼ਿਆਦਾ ਘੋਟਿਆ ਉਹ ਸੀ ਮੇਰੀ ਜ਼ਾਲਮ ਪ੍ਰਵਿਰਤੀ, ਆਪਣੀ ਮਾਂ ਦੀ ਉਮਰ ਦਾ ਨਾ ਪਤਾ ਹੋਣਾ, ਅੰਤਿਮ ਸੰਸਕਾਰ ਵਾਲੇ ਦਿਨ ਦੀ ਕਠੋਰ ਦਿਲੀ, ਸੰਸਕਾਰ ਤੋਂ ਦੂਜੇ ਦਿਨ ਮੈਰੀ ਨਾਲ ਮौज ਮਸਤੀ ਕਰਨਾ, ਸਮੁੰਦਰੀ ਕਿਨਾਰੇ ਨਹਾਉਣਾ, ਕਾਮੇਡੀ ਫਿਲਮ ਦੇਖਣਾ ਤੇ ਆਖਰ ਮੈਰੀ ਨਾਲ ਹਮ ਬਿਸਤਰ ਹੋਣਾ। ਪਹਿਲਾਂ ਉਹਨੇ ਮੈਰੀ ਨੂੰ ਮੁਜਰਮ ਦੀ ਪ੍ਰੇਮਿਕਾ ਕਹਿ ਕੇ ਸੰਬੋਧਿਤ ਕੀਤਾ ਤਾਂ ਮੇਰੀ ਸਮਝ ਕੁਝ ਨਾ ਆਇਆ, ਕਿਉਂਕਿ ਮੇਰੇ ਲਈ ਉਹ ਸਿਰਫ ਮੈਰੀ ਸੀ। ਫਿਰ ਉਹਨੇ ਰੇਮੰਡ ਬਾਰੇ ਘੁਮਾ ਫਿਰਾ ਕੇ ਬਿਆਨ ਕੀਤਾ ਜਿਵੇਂ ਮੈਂ ਰੇਮੰਡ ਨਾਲ ਸਾਜ਼ਿਸ਼ ਰਚਾ ਕੇ ਉਹਦੀ ਪ੍ਰੇਮਿਕਾ ਨੂੰ ਚਿੱਠੀ ਲਿਖੀ। ਚਿੱਠੀ ਕਰਕੇ ਉਹਦੀ ਪ੍ਰੇਮਿਕਾ ਰੇਮੰਡ ਦੇ ਕਮਰੇ 'ਚ ਆਈ ਜਿੱਥੇ ਉਹਨੂੰ ਬੇਇੱਜ਼ਤ ਹੋਣਾ ਪਿਆ। ਫਿਰ ਸਮੁੰਦਰ ਦੇ ਕਿਨਾਰੇ ਜਾ ਕੇ ਰੇਮੰਡ ਦੇ ਦੁਸ਼ਮਣਾਂ ਨਾਲ ਝਗੜਾ ਕੀਤਾ ਜਿੱਥੇ ਉਹ ਜ਼ਖਮੀ ਹੋ ਗਿਆ। ਫਿਰ ਉਹਦਾ ਪਿਸਤੌਲ ਲੈ ਕੇ ਮੈਂ ਖੁਦ ਅਰਬੀ ਦਾ ਕਤਲ ਕਰਨ ਦੀ ਮਨਸ਼ਾ ਨਾਲ ਤੱਟ ਤੇ ਗਿਆ ਤੇ ਫਿਰ ਉਸ ਅਰਬੀ ਦਾ ਬੇਰਹਿਮੀ ਨਾਲ ਖੂਨ ਕਰ ਦਿੱਤਾ। ਪਹਿਲੀ ਗੋਲੀ ਚਲਾ ਕੇ ਮੈਂ ਰੁਕਿਆ, ਫਿਰ ਬੜੀ ਕਠੋਰ ਦਿਲੀ ਨਾਲ ਉਸ ਨੇ ਹੱਥੇ ਨੂੰ ਪੂਰੀ ਤਰ੍ਹਾਂ ਮਲੀਆ ਮੇਟ ਕਰਨ ਲਈ 4 ਗੋਲੀਆਂ ਹੋਰ ਉਹਦੀ ਛਾਤੀ 'ਚ ਠੋਕ ਦਿੱਤੀਆਂ। ਇਹ ਹੈ ਮੁਕੱਦਮੇ ਦੀ ਸਮੁੱਚੀ ਕਹਾਣੀ ਤੇ ਮੇਰੀਆਂ ਦਲੀਲਾਂ।
ਗੱਲ ਖਤਮ ਕਰਕੇ ਸਰਕਾਰੀ ਵਕੀਲ ਮੁੜ ਬੋਲਿਆ, ਮੈਂ ਤੁਹਾਡੇ ਸਾਹਮਣੇ ਪੂਰੇ ਮੁਕੱਦਮੇ ਨੂੰ ਖੁੱਲੀ ਕਿਤਾਬ ਵਾਂਗ ਰੱਖ ਦਿੱਤਾ ਹੈ। ਕਿਹੜੀਆਂ ਘਟਨਾਵਾਂ ਵਾਪਰੀਆਂ, ਮੁਜਰਮ ਨੇ ਕਤਲ ਕਿੰਨੀ ਬੇਰਹਿਮੀ ਨਾਲ ਕੀਤਾ, ਆਦਿ ਸਭ ਆਪ ਦੇ ਸਾਹਮਣੇ ਹੈ। ਇੱਥੇ ਇੱਕ ਗੱਲ ਤੇ ਮੈਂ ਜ਼ੋਰ ਦੇਣਾ ਚਾਹਾਂਗਾ ਕਿ ਇਹ ਕਿਸੇ ਅਜਿਹੇ ਕਤਲ ਦਾ ਕੇਸ ਨਹੀਂ ਹੈ ਜਿਸ ਵਿੱਚ ਅਪਰਾਧੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਜਾਂ ਬਿਨਾਂ ਸੋਚੇ ਸਮਝੇ ਉਹਨੇ ਕਤਲ ਕਰ ਦਿੱਤਾ। ਇਸ ਕਤਲ ਦਾ ਮੁਜਰਮ ਹਰ ਗੱਲ ਨੂੰ ਠੀਕ ਤਰ੍ਹਾਂ ਸਮਝਦਾ ਪਰਖਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਮੁਜਰਮ ਇੱਕ ਪੜ੍ਹਿਆ ਲਿਖਿਆ ਵਿਅਕਤੀ ਹੈ। ਜਿਊਰੀ ਮੈਂਬਰ ਸਹਿਬਾਨ ਨੇ ਖੁਦ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਉਹਨੇ ਬੜੇ ਗਿਣਵੇਂ ਮਿਣਵੇਂ ਢੰਗ ਨਾਲ ਜਵਾਬ ਦਿੱਤੇ ਹਨ। ਉਹ ਬਿਨਾਂ ਸ਼ੱਕ ਇੱਕ ਅਕਲਮੰਦ ਵਿਅਕਤੀ ਹੈ ਤੇ ਸੰਖੇਪਤਾ ਨਾਲ ਬੋਲਣ ਦਾ ਮਤਲਬ ਜਾਣਦਾ ਹੈ। ਇਸ ਲਈ ਮੈਂ ਮੁੜ ਆਖਦਾ, ਅਜਿਹਾ ਸੋਚਣਾ ਕਿ ਜੁਰਮ ਕਰਦੇ ਸਮੇਂ ਮੁਜਰਮ ਨੂੰ ਕੁਝ ਪਤਾ ਨਹੀਂ ਚੱਲਿਆ ਬਿਲਕੁਲ ਗਲਤ ਹੈ ਤੇ ਬੇਬੁਨਿਆਦ ਹੈ। ਮੈਂ ਦੇਖਿਆ ਸਰਕਾਰੀ ਵਕੀਲ ਨੇ ਮੇਰੇ ਅਕਲਮੰਦ ਤੇ ਸਿਆਣਾ ਹੋਣ ਉੱਤੇ ਕਿੰਨਾ ਜ਼ੋਰ ਦਿੱਤਾ ਤੇ ਇਸ ਗੱਲ ਨੇ ਮੈਨੂੰ ਸ਼ਸ਼ੋ ਪੰਜ ਪਾ ਦਿੱਤਾ ਕਿ ਅਕਲਮੰਦ ਜਾਂ ਸਿਆਣਾ ਹੋਣਾ ਇੱਕ ਆਦਮੀ ਦਾ ਵੱਡਾ ਗੁਣ ਮੰਨਿਆ ਜਾਂਦਾ ਹੈ, ਪਰ ਕਿਸੇ ਮੁਜਰਮ ਦੇ ਸਬੰਧ ਵਿੱਚ ਇਹੀ ਗੁਣ ਉਹਦੇ ਅਪਰਾਧੀ ਹੋਣ ਤੇ ਪੱਕੀ ਮੋਹਰ ਲਗਾ ਦਿੰਦਾ ਹੈ। ਮੇਰਾ ਦਿਮਾਗ ਇਸੇ ਤਾਣੀ ਚੁਲਝਿਆ ਰਿਹਾ, ਇਸ ਲਈ ਅੱਗੇ ਕੀ ਹੋਇਆ ਮੈਨੂੰ ਪਤਾ ਹੀ ਨਾ ਚੱਲਿਆ। ਫਿਰ ਇੱਕਦਮ ਵਕੀਲ ਦੀ ਤਿੱਖੀ ਆਵਾਜ਼ ਦੁਬਾਰਾ ਮੇਰੇ ਕੰਨੀ ਪਈ, ਮੈਂ ਜਾਣਨਾ ਚਾਹੁੰਦਾ ਕਿ ਇਸ ਅਪਰਾਧੀ ਨੇ ਆਪਣੇ ਇਸ ਘਿਨਾਉਣੇ ਤੇ ਨਿੰਦਣਯੋਗ ਅਪਰਾਧ ਉੱਪਰ ਪਛਤਾਵੇ ਦਾ ਜਾਂ ਅਫਸੋਸ ਦਾ ਇੱਕ ਸ਼ਬਦ ਵੀ ਨਹੀਂ ਬੋਲਿਆ। ਅਦਾਲਤ ਦੀ ਸਮੁੱਚੀ ਕਾਰਵਾਈ ਦੌਰਾਨ ਇਸ ਸ਼ਖਸ ਨੇ ਭੁੱਲ ਭੁਲੇਖੇ ਵੀ ਆਪਣੇ ਪਾਪ ਲਈ ਕੋਈ ਮਾਫੀ ਨਹੀਂ ਮੰਗੀ ਜਾਂ ਪਛਤਾਵਾ ਪ੍ਰਗਟ ਨਹੀਂ ਕੀਤਾ। ਸਰਕਾਰੀ ਵਕੀਲ ਮੇਰੇ ਕਟਹਿਰੇ ਵੱਲ ਘੁੰਮ ਕੇ ਤੇ ਮੇਰੇ ਵੱਲ ਉਂਗਲੀ ਨਾਲ ਇਸ਼ਾਰਾ ਕਰਕੇ ਲਗਾਤਾਰ ਬੋਲੀ ਜਾ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਤੋਤੇ ਵਾਂਗ ਇੱਕੋ ਗੱਲ ਨੂੰ ਮੁੜ-ਮੁੜ ਕਿਉਂ ਰਟਦਾ ਜਾ ਰਿਹਾ ਸੀ। ਹਾਂ, ਇੱਕ ਗੱਲ ਕਰਕੇ ਮੈਂ ਉਸ ਨਾਲ ਸਹਿਮਤ ਸੀ ਕਿ ਮੈਨੂੰ ਆਪਣੇ ਕੀਤੇ ਕਰਾਏ ਉੱਪਰ ਕੋਈ ਪਛਤਾਵਾ ਨਹੀਂ ਸੀ। ਫਿਰ ਵੀ ਮੈਨੂੰ ਲੱਗਿਆ ਕਿ ਐਵੇਂ ਬਾਤ ਦਾ ਪਤੰਗੜ ਬਣਾਉਂਦਾ ਜਾ ਰਿਹਾ ਹੈ। ਇੱਕ ਵਾਰ ਤਾਂ ਮੇਰੇ ਮਨ ਨੇ ਉਛਾਲਾ ਖਾਧਾ ਕਿ ਉਹਨੂੰ ਬੜੇ ਪਿਆਰ ਭਾਵ ਨਾਲ ਮਿਲਾਂ, ਫਿਰ ਉਹਦੇ ਮੋਢੇ ਤੇ ਹੱਥ ਰੱਖਾਂ ਤੇ ਕਹਾਂ, ਭਾਈ ਸਾਹਿਬ ਮੇਰੇ ਵਰਗੇ ਫੱਕਰ ਨੂੰ ਤਾਂ ਜ਼ਿੰਦਗੀ ਭਰ ਕਦੇ ਕਿਸੇ ਗੱਲ ਦਾ ਕੋਈ ਪਛਤਾਵਾ ਰਿਹਾ ਹੀ ਨਹੀਂ। ਆਪਾਂ ਤਾਂ ਆਪਣੇ ਨੇੜਲੇ ਭਵਿੱਖ ਜਾਂ ਵਰਤਮਾਨ ਵਿੱਚ ਹੀ ਇੰਨਾ ਮਸਤ ਰਹੇ ਕਿ ਬੀਤੇ ਸਮੇਂ ਦਾ ਕਦੇ ਖਿਆਲ ਹੀ ਨਹੀਂ ਆਇਆ। ਪਰ ਇਸ ਸਮੇਂ ਜਿਹੜੇ ਚੱਕਰ 'ਚ ਮੈਂ ਪਿਆ ਹੋਇਆ ਸੀ ਉਸ ਦੌਰਾਨ ਅਜਿਹੀ ਗੱਲ ਕਰਨੀ ਸ਼ੋਭਾ ਨਹੀਂ ਸੀ ਦਿੰਦੀ। ਮੇਰੇ ਵਰਗੇ ਮੁਜਰਮ ਨੂੰ ਕੀ ਹੱਕ ਸੀ ਕਿ ਮੈਂ ਕਿਸੇ ਹੋਰ ਪ੍ਰਤੀ ਕੋਈ ਮਿੱਤਰਚਾਰਾ ਜਾਂ ਹਮਦਰਦੀ ਆਪਣੇ ਮਨ 'ਚ ਰੱਖਾਂ। ਇਸ ਲਈ ਮੈਂ ਕਲਪਨਾ ਦੀਆਂ ਘੁੰਮਣ ਘੇਰੀਆਂ ਵਿੱਚੋਂ ਨਿਕਲ ਕੇ ਮੁਕੱਦਮੇ ਦੀ ਕਾਰਵਾਈ ਵੱਲ ਧਿਆਨ ਦੇਣ ਲੱਗਾ। ਹੁਣ ਸਰਕਾਰੀ ਵਕੀਲ ਨੇ ਮੇਰੀ ਸ਼ਖਸੀਅਤ ਬਾਰੇ ਜਿਹੜਾ ਵਿਸ਼ਾ ਛੇੜਿਆ ਹੋਇਆ ਸੀ ਉਹ ਸੀ ਮੇਰੀ ਆਤਮਾ। ਉਹ ਕਹਿ ਰਿਹਾ ਸੀ, ਜਿਊਰੀ ਮੈਂਬਰ ਸਹਿਬਾਨ, ਮੈਂ ਇਸ ਆਦਮੀ ਦੀ ਆਤਮਾ ਬਾਰੇ ਨਿੱਠ ਕੇ ਵਿਚਾਰ ਕੀਤਾ ਹੈ, ਪਰ ਮੈਂ ਸੱਚ ਕਹਿਣਾ ਕਿ ਇਸ ਅੰਦਰ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਸ਼ਖਸ ਇਨਸਾਨੀ ਗੁਣਾਂ ਕਦਰਾਂ ਕੀਮਤਾਂ ਤੋਂ ਬਿਲਕੁਲ ਸੱਖਣਾ ਹੈ। ਆਮ ਸਧਾਰਨ ਵਿਅਕਤੀਆਂ ਵਾਂਗ ਦੂਜਿਆਂ ਪ੍ਰਤੀ ਭਾਵਨਾ, ਹਮਦਰਦੀ ਜਾਂ ਕੋਈ ਨਾਮੋ ਨਿਸ਼ਾਨ ਵੀ ਇਸ ਮੁਜਰਮ ਅੰਦਰ ਨਹੀਂ ਹੈ। ਫਿਰ ਉਹ ਅੱਗੇ ਬੋਲਿਆ, ਬੇਸ਼ੱਕ ਜਿਨ੍ਹਾਂ ਚੰਗੀਆਂ ਆਦਤਾਂ ਦੀ ਇਸ ਵਿਅਕਤੀ ਅੰਦਰ ਮੌਜੂਦਗੀ ਨਹੀਂ ਹੈ ਉਹਦੇ ਲਈ ਇਹਨੂੰ ਮੈਂ ਮਾੜਾ ਚੰਗਾ ਨਹੀਂ ਕਹਿੰਦਾ, ਕਿਉਂਕਿ ਜਿਸ ਚੀਜ਼ ਨੂੰ ਪਾਉਣਾ ਆਦਮੀ ਦੇ ਵੱਸ ਤੋਂ ਬਾਹਰ ਹੋਵੇ ਉਹਦੇ ਨਾ ਹੋਣ ਲਈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਫਿਰ ਵੀ ਦੇਖਣਾ ਇਹ ਹੈ ਕਿ ਫੌਜਦਾਰੀ ਮਾਮਲਿਆਂ ਵਿੱਚ ਕਸੂਰਵਾਰ ਨੂੰ ਸਜ਼ਾ ਦੇਣੀ ਤੇ ਪੀੜਤ ਨੂੰ ਇਨਸਾਫ ਦੇਣਾ ਅਦਾਲਤ ਦਾ ਫਰਜ਼ ਵੀ ਹੈ ਤੇ ਅਧਿਕਾਰ ਵੀ। ਇੱਥੇ ਤਰਸ ਭਾਵਨਾ ਜਾਂ ਮਾਫੀ ਵਰਗੇ ਮਰੇ ਮੁੱਕੇ ਆਦਰਸ਼ ਨਹੀਂ ਚਾਹੀਦੇ, ਸਗੋਂ ਨਿਆਂ ਨਾਲ ਜੁੜੇ ਕਰੜੇ ਤੇ ਮਹਾਨ ਆਦਰਸ਼ਾਂ ਦੀ ਡਾਢੀ ਜ਼ਰੂਰਤ ਹੁੰਦੀ ਹੈ। ਖਾਸ ਕਰਕੇ ਅਜਿਹੇ ਸਮੇਂ ਇਹ ਇਨਸਾਫ ਬਿਨਾਂ ਪੱਖਪਾਤ ਦੇ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜਦੋਂ ਕਿਸੇ ਵਿਅਕਤੀ ਅੰਦਰ ਸੋਹਣੀਆਂ ਕਦਰਾਂ ਕੀਮਤਾਂ, ਸਦਾਚਾਰਕ ਗੁਣਾਂ ਦੀ ਵੱਡੀ ਘਾਟ ਸਮਾਜ ਲਈ ਸਰਾਪ ਬਣ ਜਾਏ, ਜਿਵੇਂ ਕਟਹਿਰੇ 'ਚ ਖੜੇ ਇਸ ਮੁਜਰਮ ਅੰਦਰ ਹੋ ਗਈ ਹੈ। ਇਹਨਾਂ ਕੁਝ ਕਹਿਣ ਤੋਂ ਬਾਅਦ ਉਹਨੇ ਪੇਸ਼ੀ ਦੇ ਸਮੇਂ ਦੀਆਂ ਸਾਰੀਆਂ ਗੱਲਾਂ ਮੁੜ ਦੁਹਰਾ ਦਿੱਤੀਆਂ ਤੇ ਦੁਬਾਰਾ ਮੇਰੀ ਮਾਂ ਪ੍ਰਤੀ ਮੇਰੇ ਵਿਹਾਰ ਦੀ ਖੱਲ ਉਧੇੜਨੀ ਸ਼ੁਰੂ ਕਰ ਦਿੱਤੀ। ਹੁਣ ਲਗਾਤਾਰ ਪਹਿਲਾਂ ਹੋ ਚੁੱਕੀਆਂ ਗੱਲਾਂ ਨੂੰ ਹਵਾ ਦੇਈ ਜਾ ਰਿਹਾ ਸੀ ਤੇ ਪੀਸੇ ਨੂੰ ਮੁੜ ਪੀ ਕੇ ਉਹਨੇ ਪੂਰੀ ਅਦਾਲਤ ਦਾ ਧਿਆਨ ਕੇਸ ਤੇ ਟਿਕਾਇਆ। ਹੁਣ ਮੈਨੂੰ ਉਹਦੇ ਲੰਬੇ ਭਾਸ਼ਣ ਨੇ ਇੰਨਾ ਕਾ ਦਿੱਤਾ ਕਿ ਮੈਂ ਉਹਦੀਆਂ ਗੱਲਾਂ ਦਾ ਹੱਥ ਪੈਰ ਵੀ ਫੜ ਨਾ ਸਕਿਆ। ਦੂਜੇ ਪਾਸੇ ਅੰਤਾਂ ਦੀ ਗਰਮੀ ਨੇ ਮੇਰੀ ਹੋਸ਼ ਭੁਲਾ ਛੱਡੀ ਸੀ। ਆਖਿਰ ਇੱਕ ਸਮਾਂ ਆਇਆ ਜਦੋਂ ਸਰਕਾਰੀ ਵਕੀਲ ਬੋਲਦਾ ਬੋਲਦਾ ਰੁਕ ਗਿਆ। ਥੋੜੀ ਦੇਰ ਚੁੱਪ ਰਿਹਾ, ਫਿਰ ਆਵਾਜ਼ ਨੂੰ ਮੱਧਮ ਕਰਦਾ ਬੋਲਿਆ, ਜਿਊਰੀ ਮੈਂਬਰ ਸਹਿਬਾਨ, ਕੱਲ ਇਸੇ ਅਦਾਲਤ ਵਿੱਚ
ਪੁੱਤਰ ਵੱਲੋਂ ਪਿਤਾ ਦੇ ਕੀਤੇ ਅੰਨੇ ਕਤਲ ਵਾਲੇ ਮੁਕੱਦਮੇ ਦੀ ਸੁਣਵਾਈ ਹੋਣ ਜਾ ਰਹੀ ਹੈ। ਇਹ ਬੜਾ ਸੰਗੀਨ ਜੁਰਮ ਹੈ, ਪਰ ਮੈਨੂੰ ਪੂਰੀ ਆਸ ਹੈ ਕਿ ਅਦਾਲਤ ਬਿਨਾਂ ਕਿਸੇ ਰਿਆਇਤ ਦੇ ਆਪਣਾ ਫਰਜ਼ ਨਿਭਾਏਗੀ। ਪਰ ਇਸ ਵੇਲੇ ਜੋ ਮੁਜਰਮ ਕਟਹਿਰੇ 'ਚ ਖੜਾ ਹੈ, ਉਹਦੇ ਜੁਰਮ ਸਾਹਮਣੇ ਪਿਤਾ ਦੇ ਕਤਲ ਵਾਲਾ ਮੁਕੱਦਮਾ ਵੀ ਹੀਣਾ ਜਾਪਦਾ ਹੈ, ਕਿਉਂ ਜੋ ਇਸ ਆਦਮੀ ਦੀ ਪੱਥਰ ਦਿਲੀ, ਬੇਸ਼ਰਮੀ ਤੇ ਅੱਖੜ ਸੁਭਾਅ ਦੇਖ ਕੇ ਮੇਰੇ ਮਨ 'ਚ ਡਾਢੀ ਨਫ਼ਰਤ ਭਰ ਗਈ ਹੈ, ਕਿਉਂਕਿ ਇਹ ਮੁਜਰਮ ਇੱਕ ਬੇਕਸੂਰ ਵਿਅਕਤੀ ਦੇ ਕਤਲ ਦਾ ਹੀ ਨਹੀਂ ਬਲਕਿ ਨੈਤਿਕ ਰੂਪ 'ਚ ਆਪਣੀ ਮਾਂ ਦੀ ਮੌਤ ਦਾ ਵੀ ਜ਼ਿੰਮੇਵਾਰ ਹੈ। ਇਸ ਤਰ੍ਹਾਂ ਸਮਾਜ ਵਿੱਚ ਉਸ ਆਦਮੀ ਲਈ ਕੋਈ ਥਾਂ ਨਹੀਂ ਜਿਹਨੇ ਆਪਣੇ ਬਾਪ ਦੀ ਬੇਦਰਦੀ ਨਾਲ ਹੱਤਿਆ ਕੀਤੀ। ਉਸੇ ਤਰ੍ਹਾਂ ਇਹ ਮੁਜਰਮ ਵੀ ਇੱਕ ਚੰਗਾ ਨਾਗਰਿਕ ਨਹੀਂ ਤੇ ਕਰੜੀ ਸਜ਼ਾ ਦਾ ਹੱਕਦਾਰ ਹੈ। ਮੀਲੋਡ, ਜਿਵੇਂ ਆਮ ਕਿਹਾ ਜਾਂਦਾ ਹੈ ਕਿ ਇੱਕ ਅਪਰਾਧ ਹੀ ਦੂਜੇ ਨੂੰ ਜਨਮ ਦਿੰਦਾ ਹੈ, ਇਹ ਲੋਕ ਉਕਤੀ ਤੁਹਾਡੇ ਅੱਗੇ ਸਬੂਤ ਸਹਿਤ ਹਾਜ਼ਰ ਹੈ। ਅਦਾਲਤ ਅੱਗੇ ਦੋ ਬੇਰਹਿਮ ਮੁਜਰਮ ਹਨ, ਜਿਨ੍ਹਾਂ ਵਿੱਚੋਂ ਇੱਕ ਇਸ ਕਟਹਿਰੇ 'ਚ ਖੜਾ ਹੈ। ਜੇਕਰ ਮੈਨੂੰ ਅਦਾਲਤ ਹੋਰ ਬੋਲਣ ਦੀ ਆਗਿਆ ਦੇਵੇ ਤਾਂ ਮੈਂ ਇੱਥੋਂ ਤੱਕ ਦਾਅਵੇ ਨਾਲ ਕਹਿ ਸਕਦਾ ਕਿ ਇਸੇ ਮੁਜਰਮ ਨੇ ਦੂਜੇ ਮੁਜਰਮ ਮਤਲਬ ਪਿਤਾ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਇਹ ਸੰਗੀਨ ਅਪਰਾਧ ਕਰਨ ਦਾ ਹੱਕ ਦਿੱਤਾ ਹੈ। ਜੀ ਹਾਂ, ਜਿਊਰੀ ਮੈਂਬਰ ਸਹਿਬਾਨ। ਹੁਣ ਸਰਕਾਰੀ ਵਕੀਲ ਦੀ ਆਵਾਜ਼ 'ਚ ਤਲਖੀ ਆ ਗਈ, ਬੋਲਣ ਦਾ ਲਹਿਜਾ ਬਦਲ ਗਿਆ। ਜੀ ਸਰ, ਕੱਲ ਦੀ ਅਦਾਲਤ ਵਿੱਚ ਕਤਲ ਦਾ ਜੋ ਮੁਕੱਦਮਾ ਪੇਸ਼ ਹੋਣ ਜਾ ਰਿਹਾ ਹੈ, ਉਹਦਾ ਅਸਲ ਦੋਸ਼ੀ ਵੀ ਇਹੀ ਵਿਅਕਤੀ ਹੈ। ਮੈਨੂੰ ਪਤਾ ਹੈ ਕਿ ਕੁਝ ਲੋਕ ਮੇਰੇ ਇਸ ਦਾਅਵੇ ਨੂੰ ਬੇਬੁਨਿਆਦ ਮੰਨਦੇ ਹੋਣ ਤੇ ਮੇਰੇ ਉੱਤੇ ਮੁਜਰਮ ਨਾਲ ਧੱਕੇਸ਼ਾਹੀ ਦਾ ਦੋਸ਼ ਵੀ ਲਾਉਣ, ਪਰ ਮੈਨੂੰ ਆਸ ਹੈ ਕਿ ਤੁਸੀਂ ਆਪਣਾ ਫੈਸਲਾ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸੁਣਾਓਗੇ। ਇਸ ਤੋਂ ਬਾਅਦ ਸਰਕਾਰੀ ਵਕੀਲ ਕੁਝ ਰੁਕਿਆ, ਮੂੰਹ ਦਾ ਪਸੀਨਾ ਪੁੰਝਣ ਲੱਗਾ, ਫਿਰ ਦੱਸਣ ਲੱਗਾ ਕਿ ਉਹਦਾ ਫਰਜ਼ ਕਿੰਨਾ ਦੁਸ਼ਵਾਰੀਆਂ ਭਰਿਆ ਹੈ, ਪਰ ਉਹ ਬਿਨਾਂ ਮੱਥੇ ਤਿਉੜੀ ਪਾਏ ਇਹਨੂੰ ਪੂਰਾ ਕਰੇਗਾ। ਵਕੀਲ ਦੀ ਆਵਾਜ਼ ਦੁਬਾਰਾ ਗੂੰਜੀ, ਮੈਂ ਫੇਰ ਕਹਿਣਾ ਸਰ ਕਿ ਸਮਾਜ ਦੇ ਅਸੂਲਾਂ ਸਿਧਾਂਤਾਂ ਦੀਆਂ ਧੱਜੀਆਂ ਜਿਸ ਵਿਅਕਤੀ ਨੇ ਉਡਾਈਆਂ ਹੋਣ, ਉਹਨੂੰ ਇੱਕ ਸੱਭਿਅਕ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ। ਮੈਂ ਅਦਾਲਤ ਅੱਗੇ ਦਰਖਾਸਤ ਕਰਦਾ ਕਿ ਇਸ ਦੋਸ਼ੀ ਨੂੰ ਬਿਨਾਂ ਕੋਈ ਰਹਿਮ ਜਾਂ ਤਰਸ ਕੀਤੇ ਮੌਤ ਦੀ ਸਜ਼ਾ ਸੁਣਾਈ ਜਾਵੇ। ਅਜਿਹੀ ਮੰਗ ਕਰਦਾ ਹੋਇਆ ਮੈਂ ਜ਼ਰਾ ਵੀ ਝਿਜਕ ਜਾਂ ਦੁਬਿਧਾ ਮਹਿਸੂਸ ਨਹੀਂ ਕਰ ਰਿਹਾ। ਆਪਣੇ ਪੇਸ਼ੇ ਦੇ ਲੰਮੇ ਸਮੇਂ ਦੌਰਾਨ ਮੈਂ ਅਕਸਰ ਹੀ ਬੇਰਹਿਮ ਕਾਤਲਾਂ ਲਈ ਮੌਤ ਦੀ ਸਜ਼ਾ ਮੰਗਦਾ ਰਿਹਾ, ਪਰ ਯਕੀਨ ਕਰਿਓ ਇਸ ਮੁਕੱਦਮੇ 'ਚ ਦੋਸ਼ੀ ਲਈ ਮੌਤ ਦੀ ਸਜ਼ਾ ਮੰਗਦਾ ਹੋਇਆ ਮੈਂ ਆਪਣੇ ਮਨ ਨੂੰ ਬੜਾ ਹਲਕਾ ਫੁਲਕਾ ਤੇ ਸੰਤੁਸ਼ਟ ਮਹਿਸੂਸ ਕਰ ਰਿਹਾ। ਇਸ ਤੋਂ ਪਹਿਲਾਂ ਮੈਂ ਅਜਿਹੀ ਦਰਖਾਸਤ ਬੜੇ ਦੁਖੀ ਮਨ ਨਾਲ ਕਰਦਾ ਹੁੰਦਾ ਸੀ, ਪਰ ਇਸ ਪੱਥਰ ਦਿਲ ਅਪਰਾਧੀ ਨੂੰ ਮੌਤ ਦੀ ਸਜ਼ਾ ਦਿਵਾ ਕੇ ਮੇਰੀ ਆਤਮਾ ਆਪਣੇ ਫਰਜ਼ ਦੇ ਰਸਤੇ ਉੱਪਰ ਜ਼ਿੰਮੇਵਾਰੀ ਨਾਲ ਚੱਲੇਗੀ ਤੇ ਅਜਿਹੇ ਮਾਨਵੀ ਮੁੱਲਾਂ ਤੋਂ ਕੋਰੇ ਵਿਅਕਤੀ ਨੂੰ ਦੇਖ ਕੇ ਦਿਲ 'ਚ ਉੱਠਦਾ ਨਫ਼ਰਤ ਤੇ ਗੁੱਸੇ ਦਾ ਸੈਲਾਬ ਸ਼ਾਂਤ ਹੋਏਗਾ। ਇਹ ਆਖ ਕੇ ਸਰਕਾਰੀ ਵਕੀਲ ਆਪਣੀ ਥਾਂ ਚਲਾ ਗਿਆ। ਅਦਾਲਤ ਵਿੱਚ ਖਤਰਨਾਕ ਚੁੱਪ ਫੈਲੀ ਹੋਈ ਸੀ। ਇੱਕ ਪਾਸੇ ਗਰਮੀ ਦੀ ਹੁਮਸ, ਦੂਜੇ ਪਾਸੇ ਵਕੀਲ ਦੀ ਕੰਨ ਪਾੜਵੀਂ ਆਵਾਜ਼ ਨੇ ਮੈਨੂੰ ਡਾਢੀ ਵਿਆਕੁਲਤਾ ਦੇ ਸਮੁੰਦਰ 'ਚ ਧੱਕ ਦਿੱਤਾ। ਮੁੱਖ ਜੱਜ ਨੇ ਹੌਲੀ ਜਿਹੇ ਆਪਣਾ ਗਲਾ ਸਾਫ਼ ਕੀਤਾ, ਦੱਬਵੀਂ ਜੀ ਆਵਾਜ਼ 'ਚ ਮੈਨੂੰ ਪੁੱਛਣ ਲੱਗਾ, ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਮੇਰਾ ਕੁਝ ਵੀ ਬੋਲਣ ਨੂੰ ਨਹੀਂ ਸੀ ਦਿਲ ਕਰ ਰਿਹਾ, ਇਸ ਲਈ ਜੋ ਕੁਝ ਮੈਂ ਠੀਕ ਸਮਝਿਆ ਉਹ ਕਹਿ ਦਿੱਤਾ। ਉਸ ਅਰਬੀ ਨੂੰ ਮਾਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਇਹ ਸੁਣ ਕੇ ਜੱਜ ਬੋਲਿਆ, ਅਦਾਲਤ ਤੇਰੇ ਇਸ ਬਿਆਨ ਨੂੰ ਧਿਆਨ 'ਚ ਰੱਖੇਗੀ। ਫਿਰ ਵੀ ਤੇਰੇ ਵਕੀਲ ਸਾਹਿਬ ਅਦਾਲਤ ਅੱਗੇ ਆਪਣਾ ਪੱਖ ਰੱਖਣ, ਇਸ ਤੋਂ ਪਹਿਲਾਂ ਅਸੀਂ ਤੇਰੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਕਿ ਇਸ ਅਪਰਾਧ ਦੇ ਪਿੱਛੇ ਤੇਰੀ ਕੀ ਇੱਛਾ ਸੀ। ਅਜੇ ਤੱਕ ਤਾਂ ਤੇਰੇ ਬਚਾਅ ਦੇ ਹੱਕ 'ਚ ਮੁਕੱਦਮੇ ਦੀ ਕਾਰਵਾਈ ਰਤੀ ਭਰ ਵੀ ਨਹੀਂ ਸਰਕੀ। ਮੈਂ ਦੱਸਣਾ ਚਾਹੁੰਦਾ ਸੀ ਕਿ ਮੇਰੇ ਇਸ ਜੁਰਮ ਦਾ ਵੱਡਾ ਕਾਰਨ ਉਸ ਦਿਨ ਦੀ ਸੂਰਜੀ ਤਪਸ਼ ਤੇ ਕਹਿਰਾਂ ਦੀ ਗਰਮੀ ਸੀ, ਪਰ ਮੈਂ ਹੜਬੜਾ ਗਿਆ ਤੇ ਕੁਝ ਅਜਿਹੀ ਤੇਜ਼ੀ ਨਾਲ ਬੋਲਿਆ ਕਿ ਮੇਰੇ ਸ਼ਬਦ ਇੱਕ ਦੂਜੇ 'ਚ ਰਲ ਗੱਡ ਹੋ ਗਏ ਤੇ ਕਿਸੇ ਦੇ ਵੀ ਪੱਲੇ ਕੁਝ ਨਹੀਂ ਸੀ ਪੈ ਰਿਹਾ ਕਿ ਮੈਂ ਕੀ ਕਹਿਣਾ ਚਾਹੁੰਦਾ। ਮੈਨੂੰ ਮਹਿਸੂਸ ਵੀ ਹੋਇਆ ਕਿ ਮੈਂ ਨਿਰੀਆਂ ਯਬਲੀਆਂ ਮਾਰ ਰਿਹਾ। ਇੰਨੀ ਦੇਰ ਨੂੰ ਭੀੜ ਵਿਚਲੇ ਕੁਝ ਲੋਕ ਹੇੜ-ਹੇੜ ਕਰਨ ਲੱਗੇ। ਮੇਰਾ ਮਜ਼ਾਕ ਉੱਡ ਰਿਹਾ ਸੀ ਤੇ ਮੈਂ ਆਪਣੀ ਥਾਂ ਬੈਠ ਗਿਆ। ਮੇਰੇ ਵਕੀਲ ਸਾਹਿਬ ਨੇ ਨਿਰਾਸ਼ਾ 'ਚ ਆਪਣੇ ਮੋਢੇ ਝਟਕਾਏ। ਹੁਣ ਉਹਦੀ ਵਾਰੀ ਸੀ ਕਿ ਉਹ ਅਦਾਲਤ ਸਾਹਮਣੇ ਮੇਰੀ ਸਫਾਈ ਦੇ ਹੱਕ 'ਚ ਬੋਲੇ, ਪਰ ਸ਼ਾਮ ਹੋ ਚੁੱਕੀ ਸੀ ਤੇ ਅਦਾਲਤ ਦੇ ਉੱਠਣ ਦਾ ਸਮਾਂ ਹੋਣ ਵਾਲਾ ਸੀ। ਇਸ ਲਈ ਉਹਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਮੁਕੱਦਮੇ ਦੀ ਸੁਣਵਾਈ ਕੱਲ ਸ਼ਾਮ ਤੱਕ ਮੁਲਤਵੀ ਕੀਤੀ ਜਾਏ। ਅਦਾਲਤ ਨੇ ਉਹਦੀ ਬੇਨਤੀ ਸਵੀਕਾਰ ਕਰ ਲਈ। ਅਗਲੇ ਦਿਨ ਮੈਨੂੰ ਮੁੜ ਅਦਾਲਤ 'ਚ ਲਿਆਂਦਾ ਗਿਆ। ਬਿਜਲੀ ਦੇ ਪੱਖੇ ਕਮਰੇ ਦੀ ਹੁਮਸ 'ਚ ਹਵਾ ਬਖੇਰ ਰਹੇ ਸਨ ਤੇ ਜਿਊਰੀ ਦੇ ਮੈਂਬਰ ਹੱਥਾਂ ਵਿਚਲੀਆਂ ਰੰਗ ਬਿਰੰਗੀਆਂ ਬਾਂਸ ਦੀਆਂ ਪੱਖੀਆਂ ਪੂਰੀ ਲੈਅ 'ਚ ਘੁਮਾ ਰਹੇ ਸਨ। ਬਚਾਅ ਪੱਖ ਦਾ ਭਾਸ਼ਣ ਵੀ ਇੰਨਾ ਲੰਮਾ ਸੀ ਕਿ ਮੁੱਕਣ ਦਾ ਨਾਮ ਨਹੀਂ ਸੀ ਲੈ ਰਿਹਾ। ਫਿਰ ਵੀ ਇੱਕ ਦੋ ਥਾਂ ਮੈਂ ਥੋੜੀ ਗੰਭੀਰਤਾ ਨਾਲ ਸੁਣਨ ਦੀ ਕੋਸ਼ਿਸ਼ ਕੀਤੀ।
ਵਕੀਲ ਸਾਹਿਬ ਕਹਿ ਰਹੇ ਸਨ, ਇਹ ਠੀਕ ਹੈ ਕਿ ਮੈਂ ਇੱਕ ਆਦਮੀ ਦੀ ਹੱਤਿਆ ਕੀਤੀ ਹੈ। ਇਸ ਤਰ੍ਹਾਂ ਜਿੱਥੇ ਮੇਰਾ ਜ਼ਿਕਰ ਆਉਂਦਾ ਸੀ ਉੱਥੇ ਉਹ ਮੈਂ ਦਾ ਪ੍ਰਯੋਗ ਕਰਦੇ ਪੂਰੀ ਲੈਅ 'ਚ ਬੋਲਦੇ ਜਾ ਰਹੇ ਸਨ। ਮੈਨੂੰ ਇਹ ਬੜਾ ਅਜੀਬ ਲੱਗਿਆ। ਮੈਂ ਆਪਣੇ ਖੱਬੇ ਹੱਥ ਪਾਸੇ ਖੜੇ ਸਿਪਾਹੀ ਵੱਲ ਥੋੜਾ ਝੁੱਕ ਕੇ ਪੁੱਛਿਆ, ਇਹ ਕੀ ਮਾਮਲਾ ਹੈ? ਪਹਿਲਾਂ ਤਾਂ ਉਹ ਹਲਕਾ ਜਿਹਾ ਖਿੱਚ ਕੇ ਬੋਲਿਆ, ਚੁੱਪਚਾਪ ਬੈਠੇ ਰਹੋ। ਫਿਰ ਬੋਲਿਆ, ਅਦਾਲਤੀ ਨਿਯਮਾਂ ਅਨੁਸਾਰ ਸਫਾਈ ਦਾ ਵਕੀਲ ਇੰਝ ਹੀ ਬੋਲਦਾ ਹੈ। ਮੈਨੂੰ ਜਾਪਿਆ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਹੈ। ਸ਼ਾਇਦ ਉਹ ਮੈਨੂੰ ਮੁਕੱਦਮੇ ਦੀ ਕਾਰਵਾਈ ਤੋਂ ਬਿਲਕੁਲ ਦੂਰ ਰੱਖਣਾ ਚਾਹੁੰਦੇ ਸਨ, ਜਾਂ ਇੰਝ ਕਹਿ ਲਓ ਕਿ ਮੇਰੀ ਜਗ੍ਹਾ ਵਕੀਲ ਨੂੰ ਰੱਖ ਕੇ ਉਹ ਮੇਰੀ ਹੋਂਦ ਮਿਟਾਉਣਾ ਚਾਹੁੰਦੇ ਸਨ। ਪਰ ਮੈਂ ਕੀ ਕਰਦਾ? ਮੈਨੂੰ ਤਾਂ ਖੁਦ ਮਹਿਸੂਸ ਹੋ ਰਿਹਾ ਸੀ ਕਿ ਅਦਾਲਤ ਦੀ ਇਸ ਦਰਦਨਾਕ ਕਾਰਵਾਈ ਤੋਂ ਮੈਂ ਹਜ਼ਾਰਾਂ ਲੱਖਾਂ ਮੀਲ ਦੂਰ ਹਾਂ। ਖੈਰ, ਮੈਨੂੰ ਆਪਣੇ ਵਕੀਲ ਸਾਹਿਬ ਦੀਆਂ ਗੱਲਾਂ ਬਾਤਾਂ ਬੇਬੁਨਿਆਦ ਤੇ ਬੇਜਾਨ ਜਾਪੀਆਂ। ਸੁਣਦਿਆਂ ਕਿਤੇ ਤਾਂ ਮੇਰਾ ਹਾਸਾ ਨਿਕਲ ਗਿਆ। ਉਹ ਗੈਰ ਜ਼ਰੂਰੀ ਤੇ ਭਾਵੁਕ ਕਿਸਮ ਦੀਆਂ ਦਲੀਲਾਂ ਦਿੰਦੇ ਜਾ ਰਹੇ ਸਨ। ਫਿਰ ਘੁੰਮਦੇ ਫਿਰਦੇ ਮੇਰੀ ਆਤਮਾ ਵਾਲਾ ਵਿਸ਼ਾ ਛੋਹਣ ਲੱਗੇ। ਇਹ ਬਿਲਕੁਲ ਸਪਸ਼ਟ ਸੀ ਕਿ ਮੇਰੇ ਵਕੀਲ 'ਚ ਸਰਕਾਰੀ ਵਕੀਲ ਵਰਗੀ ਪ੍ਰਤਿਭਾ ਤੇ ਚੁਸਤੀ ਫੁਰਤੀ ਨਹੀਂ ਸੀ। ਯੋਰ ਆਨਰ, ਵਕੀਲ ਸਾਹਿਬ ਬੋਲੇ, ਮੈਂ ਵੀ ਇਸ ਵਿਅਕਤੀ ਦੀ ਆਤਮਾ ਦਾ ਨਿੱਠ ਕੇ ਅਧਿਐਨ ਕਰ ਚੁੱਕਾ। ਪਰ ਜਿਵੇਂ ਮੇਰੇ ਵਿਦਵਾਨ ਮਿੱਤਰ ਸਰਕਾਰੀ ਵਕੀਲ ਸਾਹਿਬਾਨ ਨੇ ਕਿਹਾ ਹੈ ਕਿ ਅੰਦਰੋਂ ਇਹ ਆਦਮੀ ਖੋਖਲਾ ਹੈ, ਅਜਿਹਾ ਨਹੀਂ ਹੈ। ਮੈਂ ਝੂਠ ਨਹੀਂ ਬੋਲਦਾ ਸਰ, ਮੈਂ ਇਸ ਮੁਜਰਮ ਦੇ ਦਿਮਾਗ ਨੂੰ ਖੁੱਲੀ ਕਿਤਾਬ ਵਾਂਗ ਪੜ੍ਹਿਆ। ਫਿਰ ਵਕੀਲ ਸਾਹਿਬ ਨੂੰ ਜੋ ਕੁਝ ਮੇਰੇ ਅੰਦਰ ਜਾਪਿਆ ਉਹ ਲਗਾਤਾਰ ਦੱਸੀ ਜਾ ਰਹੇ ਸਨ। ਉਹਨਾਂ ਅਨੁਸਾਰ ਇਹ ਆਦਮੀ ਇੱਕ ਆਦਰਸ਼ਵਾਦੀ ਨੌਜਵਾਨ ਹੈ। ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ, ਇਮਾਨਦਾਰ, ਮਿਹਨਤੀ ਤੇ ਚੰਗੇ ਮਾੜੇ ਦਾ ਫੈਸਲਾ ਕਰਨ ਵਾਲੇ ਸਾਰੇ ਗੁਣ ਇਸ ਅੰਦਰ ਮੌਜੂਦ ਹਨ। ਇਹ ਹਰ ਲੋੜਵੰਦ ਦੀ ਮਦਦ ਕਰਦਾ ਹੈ ਤੇ ਆਮ ਲੋਕਾਂ ਵਿੱਚ ਕਾਫੀ ਸ਼ੋਭਾ ਤੇ ਮਾਣ ਸਤਿਕਾਰ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਆਪਣੇ ਵਕੀਲ ਅਨੁਸਾਰ ਮੈਂ ਆਪਣੀ ਮਾਂ ਦਾ ਸਰਵਣ ਪੁੱਤਰ ਸੀ ਤੇ ਉਦੋਂ ਤੱਕ ਆਪਣੀ ਮਾਂ ਦੀ ਸੇਵਾ ਕਰਦਾ ਰਿਹਾ ਜਦ ਤੱਕ ਸੰਭਵ ਸੀ। ਫਿਰ ਕਾਫੀ ਸੋਚ ਵਿਚਾਰ ਤੋਂ ਬਾਅਦ ਆਪਣੀ ਮਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਤਾਂ ਜੋ ਬਜ਼ੁਰਗ ਔਰਤ ਉੱਥੇ ਸ਼ਾਂਤੀ ਨਾਲ ਰਹਿ ਸਕੇ। ਮੇਰੇ ਕੋਲ ਇੰਨੇ ਵਸੀਲੇ ਨਹੀਂ ਸਨ ਕਿ ਖੁਦ ਹਿੰਮਤ ਕਰਕੇ ਆਪਣੀ ਮਾਂ ਦੀ ਜ਼ਿੰਦਗੀ ਦੇ ਆਖਰੀ ਦਿਨ ਸੁੱਖ ਸ਼ਾਂਤੀ ਨਾਲ ਭਰ ਦਿੰਦਾ। ਇੱਥੇ ਵਕੀਲ ਸਾਹਿਬ ਨੇ ਇਹ ਵੀ ਕਿਹਾ, ਮਾਨਯੋਗ ਜਿਊਰੀ ਮੈਂਬਰ ਸਹਿਬਾਨ, ਮੇਰੇ ਵਿਦਵਾਨ ਮਿੱਤਰ ਨੇ ਜਿਸ ਢੰਗ ਨਾਲ ਸਰਕਾਰੀ ਬਿਰਧ ਆਸ਼ਰਮ ਦਾ ਜ਼ਿਕਰ ਕੀਤਾ ਹੈ, ਮੇਰਾ ਦਿਲ ਕਾਫੀ ਦੁਖੀ ਹੋਇਆ। ਇਹ ਸੰਸਥਾਵਾਂ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬਹੁਤ ਵਧੀਆ ਹਨ ਤੇ ਸਰਕਾਰ ਖੁਦ ਵੱਡੀ ਪੱਧਰ ਤੇ ਇਹਨਾਂ ਸੰਸਥਾਵਾਂ ਨੂੰ ਨੈਤਿਕ ਤੇ ਆਰਥਿਕ ਮਦਦ ਦਿੰਦੀ ਹੈ। ਮੈਂ ਦੇਖਿਆ ਵਕੀਲ ਸਾਹਿਬ ਨੇ ਮਾਂ ਦੇ ਅੰਤਿਮ ਸੰਸਕਾਰ ਦਾ ਤਾਂ ਕਿਤੇ ਜ਼ਿਕਰ ਵੀ ਨਹੀਂ ਕੀਤਾ। ਸੋਚਿਆ ਉਹ ਕਾਫੀ ਅਹਿਮ ਗੱਲ ਭੁੱਲ ਗਏ ਜਾਪਦੇ ਹਨ। ਇੱਧਰ ਵਕੀਲ ਸਾਹਿਬ ਮੇਰੀ ਆਤਮਾ ਦੇ ਅਧਿਐਨ ਬਾਰੇ ਊਟ-ਪਟੰਗ ਬੋਲੀ ਜਾ ਰਹੇ ਸੀ। ਉਹਦਾ ਭਾਸ਼ਣ ਬਿਨਾਂ ਕਿਸੇ ਦਲੀਲ ਦਾ ਸੀ, ਬੇਸਿਰ ਪੈਰ ਘੜੀ ਮੁੜੀ ਇੱਕੋ ਸੂਈ ਤੇ ਟਿਕਿਆ ਚਲੀ ਜਾ ਰਿਹਾ ਸੀ। ਇਹ ਸਾਰਾ ਕੁਝ ਘੜੀ ਮੁੜੀ ਸੁਣ ਕੇ ਮੈਨੂੰ ਜਾਪਿਆ ਮੇਰਾ ਦਿਮਾਗ ਖੋਖਲਾ ਹੋ ਗਿਆ। ਹਰ ਚੀਜ਼ ਮੈਨੂੰ ਘਸਮੈਲੀ ਜਿਹੀ ਦਿਸਦੀ ਸੀ। ਮੈਨੂੰ ਕੁਝ ਨਹੀਂ ਸੀ ਪਤਾ ਵਕੀਲ ਸਾਹਿਬ ਕੀ ਕਹਿ ਰਹੇ ਹੈ। ਸਿਰਫ ਇੰਨਾ ਯਾਦ ਰਿਹਾ ਕਿ ਜਦੋਂ ਆਪਣਾ ਭਾਸ਼ਣ ਖਤਮ ਕਰਨ ਵਾਲਾ ਸੀ ਤੇ ਅਚਾਨਕ ਦੂਰ ਸੜਕ ਤੋਂ ਕੁਲਫੀਆਂ ਵੇਚਣ ਵਾਲੇ ਦਾ ਭਾਂਪੂ ਵੱਜਦਾ ਸੁਣਿਆ। ਇਸ ਆਵਾਜ਼ ਨੇ ਕਮਰੇ ਅੰਦਰ ਵਗਦੇ ਸ਼ਬਦਾਂ ਦੇ ਵਹਿਣ ਨੂੰ ਚੀਰ ਦਿੱਤਾ ਸੀ। ਮੇਰਾ ਮਨ ਜ਼ਿੰਦਗੀ ਦੀਆਂ ਪੁਰਾਣੀਆਂ ਯਾਦਾਂ ਵੱਲ ਖਿੱਚਿਆ ਗਿਆ। ਇਹ ਯਾਦਾਂ ਉਸ ਜ਼ਿੰਦਗੀ ਦੀਆਂ ਸਨ ਜਿਹੜੀ ਮੇਰੇ ਹੱਥੋਂ ਨਿਕਲਣ ਵਾਲੀ ਸੀ। ਇਹ ਉਹ ਦਿਨ ਸਨ ਜਦੋਂ ਨਿੱਕੀ ਤੋਂ ਨਿੱਕੀ ਖੁਸ਼ੀ ਵੀ ਮੈਨੂੰ ਆਨੰਦਿਤ ਕਰ ਦਿੰਦੀ ਸੀ। ਗਰਮੀਆਂ ਦੀਆਂ ਰਾਤਾਂ ਨੂੰ ਆਸ-ਪਾਸ ਫੈਲਦੀ ਫੁੱਲਾਂ ਦੀ ਖੁਸ਼ਬੂ, ਸਿਰ ਉੱਪਰ ਝੂਲਦਾ ਨੀਲਾ ਅਸਮਾਨ, ਲੰਮੀਆਂ ਚੌੜੀਆਂ ਪਸੰਦੀਦਾ ਸੜਕਾਂ, ਮੈਰੀ ਦਾ ਸੁੰਦਰ ਲਿਬਾਸ, ਉਹਦਾ ਚੁਲਬੁਲਾ ਹਾਸਾ, ਇਹ ਸਾਰਾ ਕੁਝ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਪਰ ਇਸ ਸਮੇਂ ਜੋ ਕੁਝ ਇਸ ਅਦਾਲਤ 'ਚ ਚੱਲ ਰਿਹਾ ਸੀ ਉਹ ਇੰਨਾ ਨਿਕੰਮਾ ਤੇ ਬੇਸੁਆਦਾ ਲੱਗਾ ਜਿਵੇਂ ਇਸ ਹੁਮਸ ਭਰੇ ਮਾਹੌਲ 'ਚ ਮੇਰੀ ਸੰਘੀ ਘੁੱਟ ਹੁੰਦੀ ਜਾ ਰਹੀ ਸੀ। ਮੈਂ ਤੜਪ ਰਿਹਾ ਸੀ। ਬਸ ਦਿਲ ਕਰਦਾ ਸੀ ਜਿਵੇਂ ਵੀ ਹੋਵੇ ਇਸ ਬਖੇੜੇ ਤੋਂ ਮੇਰੀ ਜਾਨ ਛੁੱਟੇ ਤੇ ਮੈਂ ਆਪਣੀ ਕੋਠੜੀ 'ਚ ਜਾ ਕੇ ਲੰਮੀਆਂ ਤਾਣ ਕੇ ਸੌਂ ਜਾਵਾਂ। ਫਿਰ ਮੇਰਾ ਖਿਆਲ ਅਦਾਲਤ ਵੱਲ ਮੁੜਿਆ। ਮੈਨੂੰ ਹਲਕਾ ਸੁਣ ਰਿਹਾ ਸੀ ਵਕੀਲ ਸਾਹਿਬ ਆਖਰੀ ਵਾਰ ਅਪੀਲ ਕਰ ਰਹੇ ਸਨ। ਮਾਨਯੋਗ ਜਿਊਰੀ ਸਾਹਿਬਾਨ, ਮੈਨੂੰ ਆਸ ਹੈ ਤੁਸੀਂ ਇਸ ਮਿਹਨਤੀ, ਇਮਾਨਦਾਰ, ਗੁਣਾਂ ਦੀ ਗੁਥਲੀ ਵਾਲੇ ਨੌਜਵਾਨ ਨੂੰ ਸਿਰਫ ਇਸ ਆਧਾਰ ਤੇ ਫਾਂਸੀ ਦੀ ਸਜ਼ਾ ਨਹੀਂ ਸੁਣਾਓਗੇ ਕਿ ਕਿਸੇ ਮਨਹੂਸ ਘੜੀ ਦੇ ਛੋਟੇ ਜਿਹੇ ਸਮੇਂ 'ਚ ਉਹਦਾ ਆਪਣੇ ਆਪ ਤੇ ਕਾਬੂ ਨਹੀਂ ਰਿਹਾ। ਕਿ ਇਸ ਆਦਮੀ ਨੂੰ ਇਹ ਸਜ਼ਾ ਕਾਫੀ ਨਹੀਂ ਕਿ ਅਚੇਤ ਰੂਪ 'ਚ ਕੀਤੇ ਆਪਣੇ ਜੁਰਮ ਦਾ ਡੂੰਘਾ ਪਛਤਾਵਾ ਤੇ ਦੁੱਖ ਸਾਰੀ ਉਮਰ ਲਈ ਇਹਦੀ ਕਿਸਮਤ 'ਚ ਲਿਖਿਆ ਗਿਆ। ਮੈਂ ਬੜੀ ਬੇਚੈਨੀ ਨਾਲ ਤੁਹਾਡੇ ਫੈਸਲੇ ਦੀ ਉਡੀਕ ਕਰ ਰਿਹਾ। ਮੈਨੂੰ ਯਕੀਨ ਹੈ ਤੁਸੀਂ ਸਮਝ ਚੁੱਕੇ ਹੋ ਕਿ ਇਹ ਕਤਲ ਲਾਚਾਰੀ ਤੇ ਮਾਨਸਿਕ ਉਥਲ-ਪੁਥਲ ਕਰਕੇ ਹੋ ਗਿਆ। ਉਹਨਾਂ ਹਾਲਤਾਂ ਦੇ ਮੱਦੇ-ਨਜ਼ਰ ਇਹ ਜੁਰਮ ਨਾਲੋਂ ਜ਼ਿਆਦਾ ਇੱਕ ਦੁਖਦਾਇਕ ਹਾਦਸਾ ਹੈ। ਅਦਾਲਤ ਬਰਖਾਸਤ ਹੋ ਗਈ। ਵਕੀਲ ਸਾਹਿਬ ਆਪਣੀ ਜਗ੍ਹਾ ਮੁੜ ਆ ਬੈਠੇ।
ਉਹ ਥਕਾਵਟ ਨਾਲ ਚਕਨਾਚੂਰ ਹੋਏ ਦਿਸਦੇ ਸਨ। ਉਹਨਾਂ ਦੇ ਕੁਝ ਵਕੀਲ ਸਾਥੀ ਉਹਨਾਂ ਨੂੰ ਹੱਥ ਮਿਲਾ ਕੇ ਮਿਲੇ। ਉਹ ਵਕੀਲ ਦੇ ਭਾਸ਼ਣ ਤੇ ਉਹਨੂੰ ਵਧਾਈ ਦੇ ਰਹੇ ਸਨ। ਇੱਕ ਦੀ ਗੱਲ ਮੇਰੇ ਕੰਨੀ ਪਈ, ਯਾਰ ਅੱਜ ਤਾਂ ਤੂੰ ਨੇਰੀ ਲਿਆਤੀ। ਇੱਕ ਦੂਜਾ ਵਕੀਲ ਮੈਨੂੰ ਸੰਬੋਧਨ ਹੋ ਕੇ ਕਹਿਣ ਲੱਗਾ, ਬਈ ਵਾਹ, ਤੇਰੇ ਵਕੀਲ ਨੇ ਤਾਂ ਅੱਜ ਕਮਾਲ ਕਰਤੀ ਹੈ ਕਿ ਨਾ। ਮੈਂ ਉੱਪਰੋਂ ਹਾਮੀ ਭਰਤੀ, ਪਰ ਸੱਚਾਈ ਤਾਂ ਇਹ ਸੀ ਕਿ ਮੈਂ ਇੰਨਾ ਥੱਕ ਚੁੱਕਾ ਸੀ ਕਿ ਵਕੀਲ ਸਾਹਿਬ ਨੇ ਕਮਾਲ ਕੀਤਾ ਜਾਂ ਨਹੀਂ ਇਹ ਦੱਸਣ ਦੇ ਵੀ ਕਾਬਿਲ ਨਹੀਂ ਸੀ। ਹੁਣ ਦਿਨ ਢਲ ਰਿਹਾ ਸੀ, ਗਰਮੀ ਕੁਝ ਘਟ ਗਈ ਸੀ। ਸੜਕ ਵੱਲੋਂ ਆ ਰਹੀਆਂ ਅਧੂਰੀਆਂ ਅਸਪਸ਼ਟ ਜਿਹੀਆਂ ਆਵਾਜ਼ਾਂ ਤੋਂ ਅੰਦਾਜ਼ਾ ਲਾਇਆ ਕਿ ਬਾਹਰ ਸੁਹਾਵਣੀ ਸ਼ਾਮ ਪੂਰੀ ਤਰ੍ਹਾਂ ਫੈਲ ਚੁੱਕੀ ਹੈ। ਅਸੀਂ ਬੈਠੇ ਫੈਸਲੇ ਦੀ ਉਡੀਕ ਕਰ ਰਹੇ ਸੀ ਤੇ ਇਸ ਉਡੀਕ ਦਾ ਸੰਬੰਧ ਕਿਸੇ ਹੋਰ ਨਾਲ ਨਹੀਂ ਸੀ, ਸਿਰਫ ਮੇਰੇ ਭਵਿੱਖ ਨਾਲ ਸੀ। ਮੈਂ ਅਦਾਲਤ ਦੇ ਕਮਰੇ ਅੰਦਰ ਚਾਰੋਂ ਪਾਸੇ ਨਿਗਾਹ ਘੁਮਾਈ। ਬਿਲਕੁਲ ਪਹਿਲਾਂ ਵਾਂਗ ਹੀ ਲੋਕ ਬੈਠੇ ਸਨ। ਨੌਜਵਾਨ ਪੱਤਰਕਾਰ ਤੇ ਉਹੀ ਮਧਰੀ ਗੋਲ-ਮਟੋਲ ਔਰਤ ਵੱਲ ਦੇਖਿਆ। ਚੇਤੇ ਆਇਆ ਕਿ ਅੱਜ ਦੀ ਸਾਰੀ ਸੁਣਵਾਈ ਦੌਰਾਨ ਮੈਂ ਮੈਰੀ ਨਾਲ ਅੱਖ ਵੀ ਨਹੀਂ ਮਿਲਾ ਸਕਿਆ। ਉਹਨੂੰ ਦਿਲੋਂ ਹੀ ਭੁਲਾ ਦਿੱਤਾ ਗਿਆ। ਨਹੀਂ, ਅਜਿਹੀ ਕੋਈ ਗੱਲ ਨਹੀਂ ਸੀ, ਸਗੋਂ ਮਨ ਹੋਰ ਗੱਲਾਂ ਵਿੱਚ ਹੀ ਇੰਨਾ ਉਲਝਿਆ ਪਿਆ ਸੀ ਕਿ ਉਹਦਾ ਖਿਆਲ ਹੀ ਨਹੀਂ ਆਇਆ। ਮੈਂ ਭੀੜ ਵੱਲ ਵੇਖਿਆ। ਮੈਰੀ ਸੈਲੇਸਤੇ ਤੇ ਰੇਮੰਡ ਦੇ ਵਿਚਕਾਰ ਬੈਠੀ ਸੀ। ਉਹਨੇ ਮੈਨੂੰ ਦੇਖ ਕੇ ਹੱਥ ਹਿਲਾਇਆ, ਜਿਵੇਂ ਕਹਿ ਰਹੀ ਹੋਵੇ ਕਿ ਫੈਸਲੇ ਦੀ ਅੰਤਿਮ ਘੜੀ ਆ ਗਈ। ਉਹ ਬੇਸ਼ੱਕ ਹਲਕਾ ਮੁਸਕਰਾ ਰਹੀ ਸੀ, ਪਰ ਚਿੰਤਾ ਤੇ ਪਰੇਸ਼ਾਨੀ ਉਹਦੇ ਚਿਹਰੇ ਤੇ ਝਲਕ ਰਹੀ ਸੀ। ਨਾਲ ਹੀ ਮੇਰਾ ਦਿਲ ਇੰਨਾ ਪੱਥਰ ਬਣਿਆ ਹੋਇਆ ਸੀ ਕਿ ਮੈਂ ਉਹਦੀ ਮੁਸਕਰਾਹਟ ਦੇ ਜਵਾਬ 'ਚ ਮੁਸਕਰਾ ਵੀ ਨਹੀਂ ਸਕਿਆ। ਸਾਰੇ ਜੱਜ ਸਾਹਿਬਾਨ ਮੁੜ ਆਪਣੀਆਂ ਕੁਰਸੀਆਂ ਤੇ ਜਾ ਬੈਠੇ। ਕਿਸੇ ਕਰਮਚਾਰੀ ਨੇ ਜਿਊਰੀ ਦੇ ਸਾਹਮਣੇ ਮੁਕੱਦਮੇ ਦੀ ਫਾਈਲ ਪੜ੍ਹ ਕੇ ਸੁਣਾਈ, ਪਰ ਇਹਦਾ ਕੋਈ ਸ਼ਬਦ ਹੀ ਮੇਰੇ ਪੱਲੇ ਪਿਆ। ਪਹਿਲਾਂ ਹੀ ਮਿੱਥੀ ਯੋਜਨਾ ਅਨੁਸਾਰ ਕਤਲ, ਮਾਨਸਿਕ ਗੜਬੜਾਹਟ ਤੇ ਉਤੇਜਨਾ, ਅਪਰਾਧ ਦਾ ਦਾਇਰਾ ਘਟਾਉਂਦੀ ਲਾਚਾਰੀ, ਬੇਚੈਨੀ। ਫਿਰ ਜਿਊਰੀ ਮੈਂਬਰ ਉੱਠ ਕੇ ਬਾਹਰ ਚਲੇ ਗਏ। ਫਿਰ ਮੈਨੂੰ ਨਾਲ ਵਾਲੇ ਇੱਕ ਛੋਟੇ ਜਿਹੇ ਕਮਰੇ 'ਚ ਬਿਠਾਇਆ ਗਿਆ, ਜਿੱਥੇ ਮੈਂ ਪਹਿਲਾਂ ਵੀ ਬੈਠ ਚੁੱਕਾ ਸੀ। ਮੈਨੂੰ ਵਕੀਲ ਸਾਹਿਬ ਮਿਲਣ ਆਏ। ਉਹ ਜ਼ਿਆਦਾ ਗੱਲਾਂ ਕਰ ਰਹੇ ਸਨ, ਕੁਝ ਵਧੇਰੇ ਲਗਾ ਤੇ ਆਪਣਤ ਦਿਖਾ ਰਹੇ ਸਨ। ਉਹਨਾਂ ਮੈਨੂੰ ਯਕੀਨ ਦਿਵਾਇਆ ਕਿ ਸਭ ਕੁਝ ਠੀਕ ਹੋ ਜਾਏਗਾ ਤੇ ਸਿਰਫ ਕੁਝ ਵਰ੍ਹਿਆਂ ਦੀ ਕੈਦ ਦਾ ਹੀ ਹੁਕਮ ਹੋਏਗਾ। ਮੈਂ ਪੁੱਛਿਆ ਕਿ ਸਾਫ਼ ਬਰੀ ਹੋਣ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ। ਉਹ ਬੋਲੇ ਕਿ ਅਜਿਹੀ ਕੋਈ ਉਮੀਦ ਨਹੀਂ ਹੈ। ਜਦੋਂ ਤੱਕ ਕੋਈ ਕਾਨੂੰਨੀ ਆਧਾਰ ਨਾ ਹੋਵੇ, ਸਾਫ਼ ਬਰੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਕੋਈ ਕਾਨੂੰਨੀ ਨੁਕਤਾ ਉਹਨਾਂ ਨੇ ਜਾਣਬੁੱਝ ਕੇ ਨਹੀਂ ਉਠਾਇਆ। ਇਹਦਾ ਨੁਕਸਾਨ ਇਹ ਹੋਣਾ ਸੀ ਕਿ ਬਿਨਾਂ ਵਜ੍ਹਾ ਹੀ ਜਿਊਰੀ ਦੇ ਦਿਮਾਗ 'ਚ ਗਲਤਫਹਿਮੀ ਬੈਠ ਜਾਣੀ ਸੀ। ਮੈਨੂੰ ਉਹਦਾ ਨਜ਼ਰੀਆ ਸਹੀ ਲੱਗਿਆ, ਕਿਉਂਕਿ ਮੁਕੱਦਮੇਬਾਜ਼ੀ ਦੀਆਂ ਪਰਤਾਂ ਗੰਢੇ ਵਾਂਗ ਹੁੰਦੀਆਂ ਹਨ, ਜਿਨ੍ਹਾਂ ਨੂੰ ਉਧੇੜਿਆਂ ਛਿਲਕੇ ਨਿਕਲਦੇ ਹਨ। ਫਿਰ ਵਕੀਲ ਸਾਹਿਬ ਬੋਲੇ, ਖੈਰ ਸਧਾਰਨ ਢੰਗ ਨਾਲ ਇੱਕ ਅਪੀਲ ਤੇਰੇ ਵੱਲੋਂ ਕੀਤੀ ਜਾ ਸਕਦੀ ਹੈ, ਪਰ ਮੈਨੂੰ 16 ਨੇ ਯਕੀਨ ਹੈ ਕਿ ਇਹਦੀ ਲੋੜ ਨਹੀਂ ਪਏਗੀ। ਫੈਸਲਾ ਤੇਰੇ ਹੱਕ 'ਚ ਹੀ ਹੋਏਗਾ। ਅਸੀਂ ਸਾਰੇ ਜਣੇ ਤਕਰੀਬਨ ਪੌਣਾ ਘੰਟਾ ਬੈਠੇ ਉਡੀਕ ਕਰਦੇ ਰਹੇ। ਫਿਰ 1 ਘੰਟੀ ਵੱਜਣ ਦੀ ਆਵਾਜ਼ ਆਈ। ਵਕੀਲ ਸਾਹਿਬ ਇਹ ਕਹਿ ਕੇ ਚਲੇ ਗਏ, ਹੁਣ ਜਿਊਰੀ ਦਾ ਮੁਖੀ ਜਵਾਬ ਪੜ੍ਹ ਕੇ ਸੁਣਾਏਗਾ, ਫਿਰ ਫੈਸਲਾ ਸੁਣਾਉਣ ਲਈ ਤੈਨੂੰ ਬੁਲਾਇਆ ਜਾਏਗਾ। ਫਿਰ ਮੈਨੂੰ ਬਾਹਰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਕੁਝ ਲੋਕ ਅਦਾਲਤ ਦੇ ਕਮਰੇ ਵੱਲ ਤੇਜ਼ੀ ਨਾਲ ਜਾ ਰਹੇ ਸਨ। ਅਦਾਲਤ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਤੇ ਫਿਰ ਕਮਰੇ ਅੰਦਰ ਚੱਲਦੇ ਪੈਰਾਂ ਦੀ ਕਿਸਰ। ਫਿਰ ਦੁਬਾਰਾ ਘੰਟੀ ਵੱਜੀ। ਮੈਨੂੰ ਅਦਾਲਤ ਦੇ ਕਟਹਿਰੇ 'ਚ ਲਿਆਂਦਾ ਗਿਆ। ਕਮਰੇ ਅੰਦਰ ਚਾਰੇ ਪਾਸੇ ਸੰਨਾਟਾ ਛਾਇਆ ਸੀ। ਡੂੰਘੀ ਤੇ ਭਿਆਨਕ ਚੁੱਪ ਦਾ ਸ਼ਿਕੰਜਾ ਕੱਸਿਆ ਪਿਆ ਸੀ। ਮੈਂ ਦੇਖਿਆ ਉਹ ਨੌਜਵਾਨ ਪੱਤਰਕਾਰ ਹੁਣ ਮੇਰੇ ਕੋਲੋਂ ਨਜ਼ਰਾਂ ਚੁਰਾ ਰਿਹਾ ਸੀ। ਮੇਰੇ ਮਨ 'ਚ ਅਜੀਬ ਜੀ ਸਨਸਨੀ ਫੈਲ ਗਈ। ਮੈਨੂੰ ਮੈਰੀ ਵੱਲ ਵੇਖਣ ਦਾ ਸਮਾਂ ਹੀ ਨਹੀਂ ਮਿਲਿਆ, ਕਿਉਂਕਿ ਉਸੇ ਵੇਲੇ ਵੱਡੇ ਜੱਜ ਨੇ ਲੰਬਾ ਚੌੜਾ ਭਾਸ਼ਣ ਆਰੰਭ ਕਰ ਲਿਆ ਸੀ। ਭਾਸ਼ਣ ਦਾ ਆਖਰੀ ਵਾਕ ਹੀ ਮੇਰੇ ਕੰਨੀ ਪਿਆ। ਫਰਾਂਸੀਸੀ ਜਨਤਾ ਦੇ ਨਾਂ ਉੱਤੇ ਹੁਕਮ ਦਿੱਤਾ ਜਾਂਦਾ ਹੈ ਕਿ ਇਸ ਆਦਮੀ ਨੂੰ ਸਰੇ ਬਾਜ਼ਾਰ ਸੂਲੀ ਤੇ ਟੰਗ ਦਿੱਤਾ ਜਾਏ। ਮੈਨੂੰ ਉਸ ਸਮੇਂ ਲੱਗਿਆ ਕਿ ਅਦਾਲਤ 'ਚ ਜੁੜੇ ਵਿਅਕਤੀਆਂ ਦੇ ਚਿਹਰੇ ਮੇਰੇ ਪ੍ਰਤੀ ਹਮਦਰਦੀ ਤੇ ਤਰਸ ਦੀ ਰਲੀ ਮਿਲੀ ਭਾਵਨਾ ਦਿਖਾ ਰਹੇ ਸਨ। ਸਿਪਾਹੀ ਵੀ ਨਰਮੀ ਨਾਲ ਵਿਹਾਰ ਕਰ ਰਹੇ ਸਨ। ਮੇਰੇ ਵਕੀਲ ਸਾਹਿਬ ਨੇ ਮੈਨੂੰ ਹੌਸਲਾ ਦੇਣ ਲਈ ਆਪਣਾ ਹੱਥ ਮੇਰੇ ਹੱਥਾਂ ਤੇ ਰੱਖ ਦਿੱਤਾ। ਮੈਂ ਉਸੇ ਵੇਲੇ ਬਿਨਾਂ ਕਿਸੇ ਸੋਚ ਵਿਚਾਰ ਦੇ ਉਡੋਲ ਖੜਾ ਸੀ। ਜੱਜ ਸਾਹਿਬਾਨ ਨੇ ਮੈਨੂੰ ਪੁੱਛਿਆ ਕਿ ਮੁਜਰਿਮ ਨੇ ਇਸ ਸੰਬੰਧ 'ਚ ਕੁਝ ਕਹਿਣਾ। ਮੈਂ ਕੁਝ ਦੇਰ ਸੋਚ ਕੇ ਆਖਿਆ, ਨਹੀਂ। ਇਸ ਪਿੱਛੋਂ ਪੁਲਿਸ ਵਾਲੇ ਮੈਨੂੰ ਅਦਾਲਤ 'ਚੋਂ ਬਾਹਰ ਲੈ ਗਏ। ਅਖੀਰਲਾ ਅੰਗ 5ਵਾਂ। ਮੈਂ ਹੁਣੇ ਜੇਲ੍ਹ ਦੇ ਪਾਦਰੀ ਨੂੰ ਮਿਲਣ ਲਈ ਤੀਸਰੀ ਵਾਰ ਇਨਕਾਰ ਕੀਤਾ ਹੈ। ਮੇਰੇ ਕੋਲ ਉਹਨੂੰ ਦੱਸਣ ਲਈ ਕੁਝ ਨਹੀਂ ਹੈ ਤੇ ਨਾ ਹੀ ਮੇਰਾ ਮਨ ਉਹਨੂੰ ਮਿਲਣ ਲਈ ਕਰਦਾ ਹੈ। ਬੇਸ਼ੱਕ ਮੈਂ ਜਾਣਦਾ ਕਿ ਛੇਤੀ ਉਸ ਨਾਲ ਮੁਲਾਕਾਤ ਹੋਏਗੀ। ਮੇਰੀ ਤਾਂ ਸਾਰੀ ਰੁਚੀ ਹੁਣ ਇੱਕੋ ਚੀਜ਼ 'ਚ ਹੈ ਕਿ ਕਿਵੇਂ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਾਂ।
ਹੁਣ ਮੈਂ ਇਹੀ ਜਾਣਨਾ ਚਾਹੁੰਦਾ ਸੀ ਕਿ ਡੁੱਬਦੇ ਨੂੰ ਕਿਤੇ ਤਿਣਕੇ ਦਾ ਸਹਾਰਾ ਮਿਲ ਜਾਏਗਾ। ਅਜਿਹੇ ਤਿਣਕੇ ਦੀ ਗੁੰਜਾਇਸ਼ ਮੈਨੂੰ ਲੋੜੀਂਦੀ ਸੀ। ਹੁਣ ਮੈਨੂੰ ਦੂਜੀ ਕੋਠੜੀ 'ਚ ਤਬਦੀਲ ਕਰ ਦਿੱਤਾ ਗਿਆ। ਇਹਦੀ ਇੱਕ ਤਾਕੀ ਵਿੱਚੋਂ ਅਸਮਾਨ ਦਾ ਛੋਟਾ ਜਿਹਾ ਟੁਕੜਾ ਨਜ਼ਰੀ ਪੈਂਦਾ ਸੀ। ਮੈਂ ਸੋਚਿਆ, ਦਿਨ ਦਾ ਯਾਤਰੀ ਰਾਤ ਦੀ ਮੰਜ਼ਿਲ ਵੱਲ ਵੱਧਦਾ ਰਹਿੰਦਾ ਹੈ, ਫਿਰ ਅਸਮਾਨ ਦੇ ਬਦਲਦੇ ਤੇਵਰ ਦੇਖ ਕੇ ਸਾਰਾ ਸਮਾਂ ਗੁਜ਼ਰ ਜਾਂਦਾ ਹੈ। ਮੈਂ ਸਾਰਾ ਦਿਨ ਗਰਦਨ ਹੇਠਾਂ ਹੱਥ ਦਾ ਆਸਰਾ ਦੇ ਕੇ ਲੇਟਿਆ ਰਿਹਾ, ਉਸ ਤਾਕੀ ਥਾਣੀ ਅਸਮਾਨ ਨੂੰ ਦੇਖਦਾ ਰਿਹਾ ਤੇ ਆਕਾਸ਼ ਦੇ ਬਦਲਦੇ ਰੰਗਾਂ ਦੀ ਉਡੀਕ ਕਰਦਾ ਰਿਹਾ। ਮੌਤ ਦੇ ਮੂੰਹ 'ਚੋਂ ਹੌਲੀ ਜਿਹੀ ਖਿਸਕਣ ਦੀ ਗੁੰਜਾਇਸ਼ ਮੇਰੇ ਦਿਲੋਂ ਦਿਮਾਗ ਤੇ ਛਾਈ ਰਹੀ। ਅੱਜ ਕੱਲ੍ਹ ਤਾਂ ਇੱਕੋ ਗੱਲ ਮੇਰੇ ਦਿਮਾਗ ਦੇ ਆਰ-ਪਾਰ ਫੈਲੀ ਰਹਿੰਦੀ ਕਿ ਕੀ ਕੋਈ ਅਜਿਹੀ ਘਟਨਾ ਕਦੇ ਨਹੀਂ ਵਾਪਰੀ ਕਿ ਮੌਤ ਦੀ ਸਜ਼ਾ ਵਾਲਾ ਕੈਦੀ ਕਤਲ ਕਰਨ ਵਾਲੀ ਮਸ਼ੀਨ ਦੇ ਪੰਜੇ 'ਚੋਂ ਬਚ ਨਿਕਲਿਆ ਹੋਵੇ ਜਾਂ ਪੁਲਿਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਹੋਵੇ। ਕਦੇ-ਕਦੇ ਮੈਂ ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਕਿ ਮੈਂ ਕਦੇ ਅਜਿਹੀਆਂ ਕਹਾਣੀਆਂ, ਘਟਨਾਵਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਿਨ੍ਹਾਂ ਵਿੱਚ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਚੜ੍ਹਦੇ ਦਿਖਾਇਆ ਜਾਂਦਾ ਸੀ। ਮੇਰੇ ਖਿਆਲ 'ਚ ਹਰ ਆਦਮੀ ਨੂੰ ਇਹਨਾਂ ਗੱਲਾਂ 'ਚ ਰੁਚੀ ਲੈਣੀ ਚਾਹੀਦੀ ਹੈ, ਕਿਉਂਕਿ ਕੀ ਪਤਾ ਕਦੋਂ ਜ਼ਿੰਦਗੀ ਇਸ ਮੋੜ ਤੇ ਆ ਜਾਏ। ਬੇਸ਼ੱਕ ਰੋਜ਼ਾਨਾ ਛਪਦੀਆਂ ਅਖਬਾਰਾਂ 'ਚ ਮੈਂ ਕਦੇ-ਕਦੇ ਫਾਂਸੀ ਦੀ ਸਜ਼ਾ ਦੇਣ ਵਾਲੀਆਂ ਖਬਰਾਂ ਵੀ ਪੜ੍ਹੀਆਂ ਸੀ, ਪਰ ਇਸ ਵਿਸ਼ੇ ਨੂੰ ਡੂੰਘਾਈ ਨਾਲ ਪੇਸ਼ ਕਰਦੀਆਂ ਪੁਸਤਕਾਂ ਵੀ ਹੁੰਦੀਆਂ ਹੋਣਗੀਆਂ। ਇਹਨਾਂ ਨੂੰ ਲੱਭਣ ਵੱਲ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਸੀ। ਕੀ ਪਤਾ ਇਹਨਾਂ ਪੁਸਤਕਾਂ 'ਚ ਮੈਨੂੰ ਫਾਂਸੀ ਦੇ ਬਚ ਨਿਕਲਦੇ ਢੰਗ ਤਰੀਕੇ ਲੱਭ ਜਾਂਦੇ। ਇਹਨਾਂ ਪੁਸਤਕਾਂ 'ਚ ਫਾਂਸੀ ਤੋਂ ਇੱਕਦਮ ਪਹਿਲਾਂ ਮੁਜਰਮ ਦੇ ਬਚ ਜਾਣ ਨਾਲ ਜੁੜੀਆਂ ਅਨੋਖੀਆਂ ਕਹਾਣੀਆਂ ਦਰਜ ਹੋਣੀਆਂ ਹਨ। ਕਿਸੇ ਮੁਜਰਮ ਦੇ ਚੰਗੇ ਭਾਗ ਜਾਂ ਸੰਯੋਗਵਸ ਮੌਤ ਤੋਂ ਬਚ ਨਿਕਲਣ ਦਾ ਕੋਈ ਇੱਕ ਕਿੱਸਾ ਵੀ ਮੈਂ ਪੜ੍ਹਿਆ ਹੁੰਦਾ ਤਾਂ ਉਹਨੂੰ ਯਾਦ ਕਰਕੇ ਮੈਨੂੰ ਤਸੱਲੀ ਬੱਝ ਜਾਂਦੀ ਤੇ ਮੇਰੀ ਕਲਪਨਾ ਇਹਨਾਂ ਘਟਨਾਵਾਂ ਨਾਲ ਜੁੜ ਕੇ ਮੈਨੂੰ ਹੋਰ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਦੀ। ਬਸ ਮੈਂ ਤਾਂ ਮੌਤ ਤੋਂ ਬਚ ਨਿਕਲਣ ਦੀ ਉਧੇੜ ਬੁਣ 'ਚ ਹੀ ਲੱਗਾ ਰਿਹਾ। ਅਖਬਾਰਾਂ 'ਚ ਅਕਸਰ ਸਮਾਜ ਦਾ ਕਰਜ਼ ਚੁਕਾਉਣ ਦੀ ਚਰਚਾ ਹੁੰਦੀ ਹੈ। ਜਿਵੇਂ ਕਹਿੰਦੇ ਹਨ, ਦੋਸ਼ੀ ਨੂੰ ਹਰ ਹਾਲਤ 'ਚ ਕਰਜ਼ਾ ਚੁਕਾਉਣਾ ਹੀ ਚਾਹੀਦਾ ਹੈ, ਪਰ ਮੇਰੇ ਦਿਲੋਂ ਦਿਮਾਗ ਤੇ ਅਜਿਹਾ ਕੋਈ ਵੀ ਕਰਜ਼ਾ ਚੁਕਾਉਣ ਦਾ ਵਿਚਾਰ ਨਹੀਂ ਸੀ ਆ ਰਿਹਾ। ਮੇਰੇ ਲਈ ਤਾਂ ਇੱਕੋ ਚੀਜ਼ ਜ਼ਿੰਦਗੀ ਮੌਤ ਦਾ ਸਵਾਲ ਬਣ ਗਈ ਸੀ ਕਿ ਕਿਵੇਂ ਜਾਦੂ ਦੀ ਸੋਟੀ ਘੁਮਾ ਕੇ ਕੁਝ ਅਜਿਹਾ ਚਮਤਕਾਰ ਕਰ ਜਾਵਾਂ ਕਿ ਇਹਨਾਂ ਲੋਕਾਂ ਦਾ ਸਾਰਾ ਖੂਨੀ ਪ੍ਰਬੰਧ ਧਰਾਇਆ ਰਹਿ ਜਾਏ। ਫਿਰ ਸੋਚਦਾ, ਕਾਸ਼ ਮੌਤ ਤੋਂ ਬਚ ਨਿਕਲਣ ਲਈ ਮੈਨੂੰ ਇਹਨਾਂ ਦੇ ਸ਼ਿਕੰਜੇ 'ਚੋਂ ਫਰਾਰ ਹੋਣ ਦਾ ਮੌਕਾ ਮਿਲ ਜਾਏ। ਪਰ ਛੇਤੀ ਇਹ ਆਸ ਮੈਨੂੰ ਮੱਧਮ ਹੁੰਦੀ ਜਾਪਦੀ, ਕਿਉਂ ਜੇ ਇਸ ਆਸ ਦਾ ਅੰਤ ਬੜਾ ਦਰਦਨਾਕ ਹੋਣਾ ਸੀ। ਮੈਂ ਜਾਂ ਗ੍ਰਿਫਤਾਰ ਕੀਤਾ ਜਾਣਾ ਸੀ ਜਾਂ ਨੱਠਦੇ ਸਮੇਂ ਕਿਸੇ ਗਲੀ ਦੀ ਨੁੱਕਰ ਤੇ ਪਿੱਠ ਪਿੱਛੇ ਗੋਲੀ ਵੱਜਣੀ ਸੀ। ਇਸ ਤਰ੍ਹਾਂ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਥੋੜੇ ਸਮੇਂ ਲਈ ਤਾਂ ਆਜ਼ਾਦ ਜ਼ਿੰਦਗੀ ਮਿਲ ਜਾਣੀ ਸੀ। ਹੁਣ ਤਾਂ ਮੈਂ ਉਸ ਚੂਹੇ ਵਾਂਗ ਆ ਜਿਹਨੂੰ ਚੂਹੇਦਾਨੀ 'ਚੋਂ ਬਾਹਰ ਨਿਕਲਣ ਲਈ ਕੋਈ ਰਸਤਾ ਹੀ ਨਹੀਂ ਮਿਲਦਾ। ਮੈਂ ਕੋਸ਼ਿਸ਼ ਵੀ ਕਰਦਾ ਕਿ ਮੌਤ ਦੀ ਸਜ਼ਾ ਦੀ ਅਟਲਤਾ ਨੂੰ ਪ੍ਰਵਾਨ ਕਰ ਲਵਾਂ, ਪਰ ਗੱਲ ਮੇਰੇ ਸੰਘੋਂ ਹੇਠਾਂ ਨਹੀਂ ਸੀ ਉਤਰ ਰਹੀ। ਇਹਦੇ ਪਿੱਛੇ ਇਹੀ ਕਾਰਨ ਸੀ ਕਿ ਜਿਨ੍ਹਾਂ ਪ੍ਰਸਥਿਤੀਆਂ ਦੇ ਅਧੀਨ ਅਦਾਲਤ ਦੀ ਕਾਰਵਾਈ ਚਲਾਈ ਗਈ, ਜਿਹੜਾ ਫੈਸਲਾ ਸੁਣਾਇਆ ਗਿਆ, ਇਹਨਾਂ ਦੋਹਾਂ ਚੀਜ਼ਾਂ ਵਿਚਕਾਰ ਕੋਈ ਤਾਲਮੇਲ ਜਾਂ ਸੰਤੁਲਨ ਨਹੀਂ ਦਿਸਦਾ। ਉਦਾਹਰਣ ਵਜੋਂ ਪਹਿਲੀ ਗੱਲ ਤਾਂ ਇਹ ਹੈ ਕਿ ਫੈਸਲਾ 5 ਵਜੇ ਦੀ ਥਾਂ 8 ਵਜੇ ਸੁਣਾਇਆ ਗਿਆ। ਦੂਜੀ ਗੱਲ ਇਹ ਕਿ ਫੈਸਲਾ ਕੀ ਹੋਣਾ ਇਹਦਾ ਕੁਝ ਪਤਾ ਨਹੀਂ ਸੀ। ਤੀਜੀ ਗੱਲ ਇਹ ਕਿ ਫੈਸਲਾ ਉਹਨਾਂ ਲੋਕਾਂ ਨੇ ਦਿੱਤਾ ਜਿਹੜੇ ਬਾਹਰੀ ਕੱਪੜੇ ਤਾਂ ਹਮੇਸ਼ਾ ਇੱਕੋ ਜਿਹੇ ਪਹਿਨਦੇ ਆ, ਪਰ ਅੰਦਰੂਨੀ ਪਹਿਰਾਵਾ ਬਦਲਦੇ ਰਹਿੰਦੇ ਆ। ਤੇ ਚੌਥੀ ਗੱਲ ਇਹ ਹੈ ਕਿ ਫੈਸਲਾ ਫਰਾਂਸ ਦੀ ਜਨਤਾ ਵਰਗੀ ਗੈਰ ਵਾਜਬ ਚੀਜ਼ ਦੇ ਨਾਲ ਠੋਸਿਆ ਗਿਆ। ਮੈਂ ਪੁੱਛਦਾ, ਇਹ ਕੰਮ ਚੀਨੀ ਜਾਂ ਜਰਮਨ ਦੀ ਜਨਤਾ ਦੇ ਨਾਂ ਕਿਉਂ ਨਹੀਂ ਦਿੱਤਾ ਗਿਆ? ਇਸ ਤਰ੍ਹਾਂ ਇਹਨਾਂ ਗੱਲਾਂ ਦੀ ਰੌਸ਼ਨੀ 'ਚ ਮੈਨੂੰ ਲੱਗਦਾ ਹੈ ਕਿ ਅਦਾਲਤ ਦਾ ਫੈਸਲਾ ਕੋਈ ਬਹੁਤਾ ਇਨਸਾਫ ਵਾਲਾ ਨਹੀਂ ਸੀ। ਫਿਰ ਵੀ ਇੰਨਾ ਜ਼ਰੂਰ ਹੈ ਕਿ ਅਦਾਲਤ ਦਾ ਹੁਕਮ ਆਉਣ ਤੋਂ ਬਾਅਦ ਇਹਦਾ ਨਤੀਜਾ ਤੇ ਪ੍ਰਤੀਕਿਰਿਆ ਇੰਨੀ ਠੋਸ ਤੇ ਸਪਸ਼ਟ ਜਾਪਦੀ ਹੈ ਜਿੰਨੀ ਕਾਲ ਕੋਠੜੀ ਦੀ ਇਹ ਕੰਧ ਜਿਸ ਨਾਲ ਮੈਂ ਪਿੱਠ ਜੋੜ ਕੇ ਬੈਠਾ ਹੋਇਆ। ਜਦੋਂ ਅਜਿਹੇ ਵਿਚਾਰ ਮੇਰੇ ਦਿਮਾਗ 'ਚ ਘੁੰਮ ਰਹੇ ਸਨ ਤਾਂ ਮੈਨੂੰ ਆਪਣੇ ਪਿਤਾ ਦੀ ਕਹਾਣੀ ਯਾਦ ਆਈ। ਮੈਂ ਤਾਂ ਆਪਣੇ ਪਿਤਾ ਨੂੰ ਕਦੇ ਨਹੀਂ ਸੀ ਦੇਖਿਆ। ਮੇਰੀ ਮਾਂ ਹੀ ਮੈਨੂੰ ਉਹਨਾਂ ਬਾਰੇ ਦੱਸਿਆ ਕਰਦੀ ਸੀ। ਉਹਨਾਂ ਬਾਰੇ ਜਿੰਨਾ ਕੁਝ ਮੈਨੂੰ ਪਤਾ ਹੈ ਇਹ ਸਭ ਮਾਂ ਕੋਲੋਂ ਹੀ ਸੁਣਿਆ ਹੋਇਆ ਹੈ। ਉਸੇ ਸੁਣੇ ਸੁਣਾਏ 'ਚ ਇਹ ਵੀ ਸੀ ਕਿ ਇੱਕ ਵਾਰ ਕਿਸੇ ਬੇਰਹਿਮ ਕਾਤਲ ਨੂੰ ਫਾਂਸੀ ਲੱਗਣੀ ਸੀ। ਪਿਤਾ ਜੀ ਵੀ ਫਾਂਸੀ ਦਾ ਤਮਾਸ਼ਾ ਦੇਖਣ ਚਲੇ ਗਏ। ਫਾਂਸੀ ਲੱਗਦੀ ਤਾਂ ਉਹਨਾਂ ਦੇਖ ਲਈ, ਪਰ ਘਰ ਆਉਂਦੇ ਹੀ ਬਿਮਾਰ ਹੋ ਗਏ। ਉਹਨਾਂ ਦੀ ਹਾਲਤ ਇਹ ਹੋ ਗਈ ਕਿ ਫਾਂਸੀ ਵਾਲੇ ਦ੍ਰਿਸ਼ ਦਾ ਖਿਆਲ ਆਉਂਦੇ ਹੀ ਉਹਨਾਂ ਨੂੰ ਉਲਟੀ ਆ ਜਾਂਦੀ। ਜਦੋਂ ਮੈਨੂੰ ਮਾਂ ਨੇ ਕਿੱਸਾ ਸੁਣਾਇਆ ਤੇ ਮੈਨੂੰ ਆਪਣੇ ਪਿਤਾ ਦਾ ਵਿਹਾਰ ਬੜਾ ਅਜੀਬ ਲੱਗਿਆ, ਪਰ ਹੁਣ ਮੈਨੂੰ ਇਹ ਗੱਲ ਸਮਝ ਆ ਗਈ ਹੈ। ਪਿਤਾ ਜੀ ਦਾ ਅਜਿਹਾ ਵਤੀਰਾ ਹੋਣਾ ਸੁਭਾਵਕ ਸੀ। ਪਹਿਲਾਂ ਤਾਂ ਮੇਰੇ ਦਿਮਾਗ 'ਚ ਇਹ ਗੱਲ ਹੀ ਨਹੀਂ ਸੀ ਪੈਂਦੀ ਕਿ ਸ਼ਰੇਆਮ ਫਾਂਸੀ ਲੱਗਣੀ ਕੋਈ ਮਾਮੂਲੀ ਗੱਲ ਨਹੀਂ। ਫਿਰ ਇੱਕ ਨਜ਼ਰੀਏ ਤੋਂ ਇਹ ਸੱਚਾਈ ਦਿਲ ਨੂੰ ਲੱਗੀ ਕਿ ਇਹ ਅਜਿਹੀ ਚੀਜ਼ ਹੈ ਜਿਸ ਵਿੱਚ
ਆਦਮੀ ਨੂੰ ਗਹਿਰੀ ਰੁਚੀ ਹੋ ਸਕਦੀ ਹੈ। ਉਦੋਂ ਮੈਂ ਤੁਰੰਤ ਇੱਕ ਫੈਸਲਾ ਲਿਆ ਕਿ ਜਿੱਥੇ ਕਿਤੇ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਸ਼ਰੇਆਮ ਹੁੰਦੀ ਦਿਖਾਈ ਜਾਏਗੀ, ਮੈਂ ਜ਼ਰੂਰ ਵੇਖਣ ਜਾਵਾਂਗਾ। ਬੇਸ਼ੱਕ ਜੇਲ੍ਹ 'ਚੋਂ ਛੁੱਟਣ ਦੀ ਕੋਈ ਸੰਭਾਵਨਾ ਨਹੀਂ ਸੀ, ਪਰ ਖਿਆਲਾਂ ਦੀ ਦੁਨੀਆ 'ਚ ਮੈਂ ਇੰਨਾ ਗੁਆਚ ਜਾਂਦਾ ਸੀ ਕਿ ਆਪਣੇ ਆਪ ਨੂੰ ਆਜ਼ਾਦ ਮਨੁੱਖ ਸਮਝਣ ਲੱਗ ਜਾਂਦਾ, ਜਿਹੜਾ ਪੁਲਿਸ ਵਾਲਿਆਂ ਦੀ ਦੋਹਰੀ ਕਤਾਰ ਦੇ ਪਿੱਛੇ ਖੜਾ ਫਾਂਸੀ ਲੱਗਣ ਦਾ ਦ੍ਰਿਸ਼ ਦੇਖ ਰਿਹਾ ਹੋਵੇ। ਇਹ ਕਲਪਨਾ ਕਰਕੇ ਮੈਂ ਵੀ ਆਮ ਲੋਕਾਂ ਵਾਂਗ ਇੱਕ ਤਮਾਸ਼ਬੀਨ ਆ। ਮੇਰਾ ਮਨ ਆਨੰਦਿਤ ਹੋ ਉੱਠਦਾ, ਸੋਚਦਾ ਮੈਂ ਵੀ ਘਰ ਜਾ ਕੇ ਬੜੇ ਆਰਾਮ ਨਾਲ ਉਲਟੀਆਂ ਕਰ ਸਕਦਾ। ਪਰ ਕਲਪਨਾ ਦੇ ਘੋੜੇ ਨੂੰ ਜਿੰਨਾ ਵੀ ਭਜਾਈ ਜਾਏ, ਸ਼ੇਖ ਚਿੱਲੀ ਵਾਂਗ ਨਿੱਤ ਨਵੀਆਂ ਸਕੀਮਾਂ ਬਣਾਈ ਜਾਓ, ਕੁਝ ਹੱਥ ਨਹੀਂ ਲੱਗਦਾ। ਕੁਝ ਦੇਰ ਬਾਅਦ ਮੈਨੂੰ ਕਮਰੇ ਅੰਦਰ ਠੰਡ ਮਹਿਸੂਸ ਹੋਈ। ਮੈਨੂੰ ਕੰਬਣੀ ਛਿੜੀ ਹੋਈ ਸੀ। ਠੰਡ ਨਾਲ ਮੇਰੇ ਦੰਦ ਵੱਜ ਰਹੇ ਸਨ। ਮੈਂ ਕੰਬਲ ਨੂੰ ਕੱਸ ਕੇ ਆਪਣੇ ਦੁਆਲੇ ਲਪੇਟ ਲਿਆ, ਪਰ ਠੰਡ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਸੀ। ਇਹ ਮਨੁੱਖੀ ਮਨ ਦਾ ਸੁਭਾਅ ਹੈ, ਹਰ ਵੇਲੇ ਅਕਲਮੰਦੀ ਦੀਆਂ ਗੱਲਾਂ ਨਹੀਂ ਕਰ ਸਕਦਾ। ਜੋ ਵੀ ਸ਼ੇਖ ਚਿੱਲੀ ਵਾਲੇ ਸੁਪਨੇ ਮੈਂ ਲੈ ਰਿਹਾ ਸੀ, ਉਹਨਾਂ ਵਿੱਚ ਇੱਕ ਇਹ ਵੀ ਸੀ ਕਿ ਮੈਂ ਨਵੇਂ-ਨਵੇਂ ਕਾਨੂੰਨ ਬਣਾਵਾਂ ਤੇ ਸਾਰੀਆਂ ਸਜ਼ਾਵਾਂ ਬਦਲ ਦੇਵਾਂ। ਮੇਰੇ ਵਿਚਾਰ ਅਨੁਸਾਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਦੋਸ਼ੀ ਨੂੰ ਆਪਣੇ ਆਪ ਨੂੰ ਸੁਧਾਰਨ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਏ। ਇਹ ਮੌਕਾ ਚਾਹੇ ਮਾਮੂਲੀ ਹੋਵੇ ਜਾਂ ਸੁਨਹਿਰੀ, ਜ਼ਰੂਰ ਦੇਣਾ ਚਾਹੀਦਾ ਹੈ। ਜਿਵੇਂ ਮੰਨ ਲਓ ਅਪਰਾਧੀ ਇੱਕ ਮਰੀਜ਼ ਹੈ, ਕੁਝ ਖਾਸ ਦਵਾਈਆਂ ਦਾ ਘੋਲ ਅਜਿਹਾ ਤਿਆਰ ਹੋ ਜਾਏ ਜਿਹਨੂੰ ਲਗਾਤਾਰ ਕਈ ਦਫਾ ਪਿਲਾਉਣ ਨਾਲ ਮਰੀਜ਼ ਦੀ ਮੌਤ ਹੋ ਜਾਏ। ਮਰੀਜ਼ ਜਾਂ ਅਪਰਾਧੀ ਵੀ ਜਾਣਦਾ ਹੈ ਕਿ ਇਹ ਦਵਾਈ ਮੇਰੇ ਲਈ ਸਜ਼ਾਏ ਮੌਤ ਹੈ, ਫਿਰ ਵੀ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਜ਼ਰਾ ਜਿੰਨੀ ਉਮੀਦ ਹੈ ਕਿ ਸ਼ਾਇਦ ਦਵਾਈ ਪੀਣ ਦੇ ਨਿਸ਼ਚਿਤ ਸਮੇਂ ਦੇ ਬਾਵਜੂਦ ਮੈਂ ਬਚ ਜਾਵਾਂ। ਇਹ ਦੋਸ਼ੀ ਦੀ ਚੰਗੀ ਕਿਸਮਤ ਹੋਏਗੀ ਜੇਕਰ ਇਸ ਸਜ਼ਾਏ ਮੌਤ ਵਿੱਚੋਂ ਬਚ ਨਿਕਲੇ। ਪਰ ਦੂਜੇ ਪਾਸੇ ਫਾਂਸੀ ਤੇ ਲਟਕਾਉਣ ਦੀ ਸਜ਼ਾ ਤਾਂ ਅਜਿਹੀ ਹੈ ਜਿਸ ਤੋਂ ਬਚ ਨਿਕਲਣ ਦੀ ਸੰਭਾਵਨਾ ਰੱਤੀ ਭਰ ਵੀ ਨਹੀਂ। ਇਹੋ ਇਸ ਸਜ਼ਾ ਦਾ ਵੱਡਾ ਦੋਸ਼ ਹੈ। ਇੱਥੇ ਹਰ ਕੋਈ ਇਹ ਸੋਚ ਕੇ ਚੱਲਦਾ ਹੈ ਕਿ ਮੀਂਹ ਜਾਵੇ, ਹਨੇਰੀ ਜਾਵੇ, ਦੋਸ਼ੀ ਬਚ ਨਹੀਂ ਸਕਦਾ। ਮੰਨ ਲਓ ਕਿਤੇ ਜਲਾਦ ਸਹੀ ਢੰਗ ਨਾਲ ਆਪਣਾ ਕੰਮ ਨਹੀਂ ਕਰ ਸਕਿਆ ਤਾਂ ਦੁਬਾਰਾ ਕੋਸ਼ਿਸ਼ ਹੋਏਗੀ। ਦੂਜੇ ਪਾਸੇ ਦੋਸ਼ੀ ਵੀ ਘੜੀ ਮੁੜੀ ਦੇ ਕਸ਼ਟ ਤੋਂ ਬਚਣ ਲਈ ਇਹੀ ਸੋਚਦਾ ਹੈ ਕਿ ਸੂਲੀ ਦੇ ਕੰਮ 'ਚ ਕੋਈ ਗੜਬੜੀ ਨਾ ਹੋਵੇ ਤੇ ਬਚ ਨਿਕਲਣ ਦੀ ਤਾਂ ਉੱਕਾ ਹੀ ਆਸ ਨਹੀਂ। ਮੈਨੂੰ ਲੱਗਦਾ ਕਿ ਸੂਲੀ ਦਾ ਅਟੱਲ ਵਾਰ ਹੀ ਇਸ ਸਜ਼ਾ ਦੀ ਖਰਾਬੀ ਹੈ। ਕਹਿਣ ਦਾ ਅਰਥ ਹੈ ਕਿ ਫਾਂਸੀ ਚੜ੍ਹਨ ਵਾਲਾ ਆਦਮੀ ਆਪਣੇ ਆਪ ਨੂੰ ਮਾਨਸਿਕ ਪੱਖੋਂ ਤਕੜਾ ਕਰੇ ਤੇ ਉਹਦੀ ਭਲਾਈ ਇਸੇ ਗੱਲ 'ਚ ਹੈ ਕਿ ਫਾਂਸੀ ਦੀ ਇਹ ਸਾਰੀ ਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਜਾਏ। ਦੂਸਰੀ ਗੱਲ ਇਹ ਵੀ ਦਰੁਸਤ ਸੀ ਕਿ ਮੇਰਾ ਮਨ ਫਾਂਸੀ ਦੇਣ ਨਾਲ ਜੁੜੀਆਂ ਕਈ ਗਲਤ ਮਾਨਤਾਵਾਂ ਨੂੰ ਸਵੀਕਾਰ ਕਰੀ ਬੈਠਾ ਸੀ। ਪਤਾ ਨਹੀਂ ਕਿਉਂ। ਮੈਂ ਤਾਂ ਇਹੀ ਵਿਚਾਰ ਮਨ 'ਚ ਪਾਲ ਰੱਖਿਆ ਸੀ ਕਿ ਪਹਿਲਾਂ ਪੌੜੀਆਂ ਦੁਆਰਾ ਥੜੇ ਉੱਪਰ ਚੜ੍ਹਿਆ ਜਾਂਦਾ ਹੈ, ਗਲਾ ਕੱਟ ਦਿੱਤਾ ਜਾਂਦਾ ਹੈ। 1799 ਦੀ ਬਗਾਵਤ ਬਾਰੇ ਸਕੂਲ ਦੀਆਂ ਪਾਠ ਪੁਸਤਕਾਂ 'ਚ ਜੋ ਪੜ੍ਹਿਆ ਜਾਂ ਚਿੱਤਰ ਦੇਖੇ ਸਨ, ਸ਼ਾਇਦ ਉਹਨਾਂ ਦੇ ਆਧਾਰ ਤੇ ਇਹ ਭਰਮ ਪਾਲ ਲਿਆ ਸੀ। ਫਿਰ ਇੱਕ ਦਿਨ ਸਵੇਰੇ ਮੈਂ ਇੱਕ ਤਸਵੀਰ ਦੇਖੀ। ਇੱਕ ਅਖਬਾਰ ਦੇ ਕਿਸੇ ਖੂੰਖਾਰ ਅਪਰਾਧੀ ਨੂੰ ਫਾਂਸੀ ਚਾੜ੍ਹਨ ਦੀ ਖਬਰ ਚਿੱਤਰ ਸਮੇਤ ਛਪੀ ਸੀ। ਇਸ ਚਿੱਤਰ 'ਚ ਗੰਡਾਸਾ ਚਲਾਉਣ ਵਾਲੀ ਮਸ਼ੀਨ ਜ਼ਮੀਨ ਉੱਪਰ ਰੱਖੀ ਸੀ ਤੇ ਜਿੰਨੀ ਵੱਡੀ ਹੋਣ ਦਾ ਮੈਂ ਖਿਆਲ ਕੀਤਾ ਸੀ, ਇਹ ਤਾਂ ਉਹ ਤੋਂ ਕਾਫੀ ਛੋਟੀ ਸੀ। ਮੈਨੂੰ ਉਹ ਮਸ਼ੀਨ ਕੋਈ ਖਾਸ ਨਾ ਲੱਗੀ। ਇਹ ਦੇਖ ਕੇ ਵੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਹੁਣ ਤੱਕ ਮੈਨੂੰ ਇਸ ਮਸ਼ੀਨ ਦਾ ਖਿਆਲ ਕਿਉਂ ਨਹੀਂ ਆਇਆ। ਉਸ ਤਸਵੀਰ 'ਚ ਸਭ ਤੋਂ ਜ਼ਿਆਦਾ ਮੈਨੂੰ ਗੰਡਾਸੇ ਦੀ ਚਮਤਕਾਰ ਧਾਰ ਨੇ ਪ੍ਰਭਾਵਿਤ ਕੀਤਾ। ਉਹਦੀ ਬਨਾਵਟ ਵੇਖ ਕੇ ਮੈਨੂੰ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਦੇ ਯੰਤਰ ਯਾਦ ਆਉਣ ਲੱਗੇ। ਮਨੁੱਖ ਜਿਸ ਚੀਜ਼ ਬਾਰੇ ਕੁਝ ਨਹੀਂ ਜਾਣਦਾ ਉਸ ਬਾਰੇ ਖੂਬ ਵਧਾ ਚੜ੍ਹਾ ਕੇ ਸੋਚਦਾ ਹੈ। ਪਰ ਇਸ ਸਮੇਂ ਮੈਨੂੰ ਮੰਨਣਾ ਪਿਆ ਕਿ ਉਸ ਮਸ਼ੀਨ ਦੇ ਜ਼ਰੀਏ ਗਰਦਨ ਵੱਢਣਾ ਬੜਾ ਸੌਖਾ ਕੰਮ ਹੈ। ਜਿਸ ਧਰਾਤਲ ਉੱਤੇ ਆਦਮੀ ਖੜਾ ਹੁੰਦਾ ਉਸੇ ਉੱਪਰ ਮਸ਼ੀਨ ਪਈ ਹੁੰਦੀ ਹੈ। ਫਿਰ ਉਹ ਦੋਸ਼ੀ ਉਸ ਮਸ਼ੀਨ ਵੱਲ ਹੌਲੀ-ਹੌਲੀ ਕਦਮ ਵਧਾਉਂਦਾ ਜਾਂਦਾ ਹੈ, ਇੰਜ ਜਾਪਦਾ ਜਿਵੇਂ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ ਮਿਲਣ ਜਾ ਰਿਹਾ ਹੋਵੇ। ਇਸ ਤੋਂ ਬਾਅਦ ਮਸ਼ੀਨ ਦੋਸ਼ੀ ਉੱਪਰ ਭਾਰੂ ਪੈ ਜਾਂਦੀ ਹੈ ਤੇ ਹੁਨਰ ਦੀ ਕਲਾ ਦਾ ਪ੍ਰਦਰਸ਼ਨ ਕਰਦੀ ਦੋਸ਼ੀ ਦੀ ਧੌਣ ਨੂੰ ਬੜੀ ਹੁਸ਼ਿਆਰੀ ਨਾਲ ਧੜ ਤੋਂ ਵੱਖ ਕਰ ਦਿੰਦੀ ਹੈ। ਇਸ ਤੋਂ ਇਲਾਵਾ ਦੋ ਹੋਰ ਗੱਲਾਂ ਸਨ ਜਿਨ੍ਹਾਂ ਬਾਰੇ ਮੈਂ ਅਕਸਰ ਸੋਚਦਾ ਰਹਿੰਦਾ। ਇੱਕ ਆਪਣੇ ਫੈਸਲੇ ਬਾਰੇ ਅਪੀਲ, ਦੂਜਾ ਸਵੇਰ ਦੀ ਉਡੀਕ। ਮੈਂ ਆਪਣੇ ਵੱਲੋਂ ਪੂਰੀ ਵਾਹ ਲਾਉਂਦਾ ਸੀ ਕਿ ਇਹਨਾਂ ਗੱਲਾਂ ਨੂੰ ਦਿਮਾਗ 'ਚ ਨਾ ਲਿਆਵਾਂ। ਇਸੇ ਕਰਕੇ ਮੈਂ ਲੇਟਿਆ ਕੋਠੜੀ ਦੇ ਝਰੋਖੇ ਵਿੱਚੋਂ ਆਕਾਸ਼ ਨੂੰ ਨਿਹਾਰਦਾ ਰਹਿੰਦਾ ਤੇ ਰੌਸ਼ਨੀ ਦੇ ਬਦਲਣ ਦੇ ਤੋਂ ਦਿਨ ਢਲਣ, ਰਾਤ ਪੈਣ ਦਾ ਅੰਦਾਜ਼ਾ ਲਾ ਲੈਂਦਾ। ਆਪਣੇ ਮਨ ਨੂੰ ਹੋਰ ਪਾਸੇ ਲਾਉਣ ਲਈ ਮੈਂ ਇੱਕ ਹੋਰ ਢੰਗ ਲੱਭਿਆ ਸੀ। ਉਹ ਇਹ ਕਿ ਮੈਂ ਆਪਣੇ ਦਿਲ ਦੀ ਧੜਕਣ ਨੂੰ ਸੁਣਦਾ ਰਹਿੰਦਾ। ਮੈਂ ਕਦੇ ਗੱਲ ਦਿਮਾਗ 'ਚ ਨਹੀਂ ਲਿਆਂਦੀ ਸੀ ਕਿ ਮੇਰੀ ਛਾਤੀ 'ਚ ਦਿਨ ਰਾਤ ਧੜਕਣ ਵਾਲਾ ਦਿਲ ਕਿਸੇ ਸਮੇਂ ਇੱਕਦਮ ਕੰਮ ਕਰਨਾ ਬੰਦ ਕਰ ਦੇਵੇਗਾ। ਬੇਸ਼ੱਕ ਅਜਿਹੀ ਕਲਪਨਾ ਮੈਂ ਘੱਟ ਹੀ ਕਰਦਾ, ਪਰ ਕਦੇ-ਕਦੇ ਮੈਂ ਖਿਆਲ ਕਰ ਲੈਂਦਾ ਕਿ ਉਹ ਕਿਹੋ ਜਿਹਾ ਸਮਾਂ ਹੋਏਗਾ ਜਦੋਂ ਮੇਰੇ ਦਿਲ ਤੇ ਦਿਮਾਗ ਅੰਦਰਲੀ ਹਲਚਲ ਇੱਕਦਮ ਸ਼ਾਂਤ ਹੋ ਜਾਏਗੀ। ਪਰ ਦਿਮਾਗ ਤਾਂ ਭੈੜਾ ਕੰਮ ਹੀ ਨਹੀਂ ਸੀ ਕਰਦਾ।
ਇਸ ਅੰਦਰ ਤਾਂ ਹਰ ਵੇਲੇ ਫੈਸਲੇ ਬਾਰੇ ਅਪੀਲ ਤੇ ਸਵੇਰ ਦੇ ਸਮੇਂ ਦੀ ਵਿਚਾਰ ਚਰਚਾ ਹੀ ਘੁੰਮਦੀ ਰਹਿੰਦੀ। ਫਿਰ ਆਖਰ ਮੈਂ ਹੱਥ ਖੜੇ ਕਰ ਦਿੰਦਾ ਤੇ ਇਸ ਗੱਲ ਨੂੰ ਸਵੀਕਾਰ ਕਰ ਲੈਣਾ ਕਿ ਦਿਮਾਗ ਅੰਦਰ ਘੁੰਮਦੇ ਵਿਚਾਰਾਂ ਭਾਵਨਾਵਾਂ ਦੇ ਵਹਿਣ ਨੂੰ ਆਪਣੇ ਰਸਤੇ ਤੋਂ ਦੂਜੇ ਪਾਸੇ ਜ਼ਬਰਦਸਤੀ ਮੋੜਨਾ ਸਰਾਸਰ ਬੇਵਕੂਫੀ ਹੈ। ਇੰਨਾ ਮੈਨੂੰ ਪਤਾ ਸੀ ਕਿ ਫਾਂਸੀ ਵਾਲੇ ਦਿਨ ਦੋਸ਼ੀ ਨੂੰ ਤੜਕੇ ਬੁਲਾਵਾ ਭੇਜਿਆ ਜਾਂਦਾ ਹੈ। ਇਸ ਲਈ ਮੇਰੀਆਂ ਸਾਰੀਆਂ ਰਾਤਾਂ ਪੌ ਫਟਾਲਾ ਹੋਣ ਦੀ ਉਡੀਕ ਵਿੱਚ ਹੀ ਨਿਕਲ ਜਾਂਦੀਆਂ। ਕੀ ਪਤਾ ਕਿਹੜੀ ਰਾਤ ਮੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ। ਅਸਲ 'ਚ ਮੈਂ ਨਹੀਂ ਸੀ ਚਾਹੁੰਦਾ ਬੁਲਾਵਾ ਇੰਨੀ ਜਲਦੀ ਆ ਜਾਏ ਕਿ ਮੈਂ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਾਂ। ਮੇਰੀ ਇੱਛਾ ਸੀ ਕਿ ਮੇਰੇ ਨਾਲ ਜੋ ਮਰਜ਼ੀ ਹੋਵੇ, ਪਰ ਮੈਨੂੰ ਪਹਿਲਾਂ ਹੀ ਆਪਣੀ ਕਮਰ ਕੱਸਣ ਦਾ ਮੌਕਾ ਜ਼ਰੂਰ ਮਿਲੇ। ਇਸੇ ਕਰਕੇ ਮੈਂ ਦਿਨ ਨੂੰ ਹਲਕਾ ਫੁਲਕਾ ਸੌਂ ਲੈਂਦਾ, ਰਾਤਾਂ ਨੂੰ ਜਾਗ ਕੇ ਪੌ ਫਟਾਲੇ ਦੀ ਉਡੀਕ ਕਰਨ ਦੀ ਆਦਤ ਪਾ ਲਈ। ਮੇਰੇ ਲਈ ਸਭ ਤੋਂ ਕਸ਼ਟਦਾਇਕ ਸਮਾਂ ਰਾਤ ਦਾ ਉਹ ਧੁੰਦਲਾ ਜਿਹਾ ਪਹਿਰ ਹੁੰਦਾ ਜਿਸ ਬਾਰੇ ਮੈਂ ਸੁਣਿਆ ਸੀ ਕਿ ਇਹੀ ਉਹ ਕੁਲੱਛਣਾ ਸਮਾਂ ਹੁੰਦਾ ਜਦੋਂ ਫਾਂਸੀ ਦੀ ਤਿਆਰੀ ਕੱਸੀ ਜਾਂਦੀ ਹੈ। ਇੱਕ ਵਾਰ ਤਾਂ ਮੈਂ ਅੱਧੀ ਰਾਤ ਤੋਂ ਹੀ ਕੰਨ ਚੁੱਕੀ ਬਿੜਕਾਂ ਲੈਂਦਾ ਰਿਹਾ। ਮੇਰੇ ਕੰਨ ਤਾਂ ਅੱਜ ਕੱਲ੍ਹ ਹਰ ਤਰ੍ਹਾਂ ਦੀ ਮੱਧਮ ਤੋਂ ਮੱਧਮ ਆਵਾਜ਼ ਵੀ ਸੁਣ ਲੈਂਦੇ, ਜਿੰਨੀ ਪਹਿਲਾਂ ਕਦੇ ਨਹੀਂ ਸਨ ਸੁਣਿਆ ਕਰਦੇ। ਹਾਂ, ਇੰਨਾ ਜ਼ਰੂਰ ਕਹਾਂਗਾ ਕਿ ਸ਼ਾਇਦ ਮੇਰੀ ਚੰਗੀ ਕਿਸਮਤੀ ਸੀ ਕਿ ਅਜੇ ਤੱਕ ਕਿਸੇ ਦੇ ਕਦਮਾਂ ਦੀ ਆਵਾਜ਼ ਮੇਰੇ ਕੰਨੀ ਨਹੀਂ ਪਈ। ਮਾਂ ਅਕਸਰ ਕਹਿੰਦੀ ਹੁੰਦੀ ਸੀ ਕਿ ਆਦਮੀ ਬੇਸ਼ੱਕ ਕਿੰਨੀ ਵੀ ਵੱਡੀ ਮੁਸੀਬਤ 'ਚ ਫਸ ਜਾਏ, ਉਹਦਾ ਦਿਲ ਆਸ ਦੀ ਕਿਸੇ ਨਾ ਕਿਸੇ ਕਿਰਨ ਨੂੰ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਹਰ ਰੋਜ਼ ਸਵੇਰੇ ਜਦੋਂ ਧੁੱਪ ਚਾਰੇ ਪਾਸੇ ਫੈਲ ਜਾਂਦੀ ਤਾਂ ਮੇਰੀ ਕੋਠੜੀ ਅੰਦਰ ਰੌਸ਼ਨੀ ਦਾ ਨੂਰ ਖਿਲਰ ਜਾਂਦਾ। ਉਸੇ ਵੇਲੇ ਮੈਨੂੰ ਮਾਂ ਦੀ ਗੱਲ ਸਹੀ ਜਾਪਦੀ, ਕਿਉਂਕਿ ਉਸ ਸਮੇਂ ਕਿਸੇ ਦੇ ਵੀ ਕਦਮਾਂ ਦੀ ਆਵਾਜ਼ ਸੁਣਾਈ ਪੈ ਸਕਦੀ ਸੀ ਤੇ ਹਰ ਵੇਲੇ ਮੈਨੂੰ ਇੰਜ ਜਾਪਦਾ ਕਿ ਮੇਰਾ ਦਿਲ ਹੁਣੇ ਹੀ ਫੇਲ ਹੋ ਜਾਏਗਾ। ਜੇ ਕਿਤੇ ਪੱਤਾ ਵੀ ਹਿਲਦਾ ਤਾਂ ਮੈਂ ਦੌੜ ਕੇ ਬੂਹੇ ਦੀ ਖੁਰਦਰੀ ਚੁਗਾਟ ਨਾਲ ਆਪਣਾ ਕੰਨ ਲਗਾ ਕੇ ਸੁਣਦਾ ਕਿ ਕਿਤੇ ਕੋਈ ਆ ਤਾਂ ਨਹੀਂ ਰਿਹਾ। ਮੈਂ ਇੰਨੇ ਧਿਆਨ ਨਾਲ ਬਾਹਰਲੀ ਆਵਾਜ਼ ਦੀ ਬਿੜਕ ਰੱਖਦਾ ਕਿ ਮੈਨੂੰ ਕੁੱਤੇ ਵਾਂਗ ਹਫਦੀ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਦੀ ਰਹਿੰਦੀ। ਜਿਵੇਂ ਕਿਵੇਂ ਵੀ ਇਹ ਸਮਾਂ ਨਿਕਲ ਜਾਂਦਾ, ਮੇਰਾ ਦਿਲ ਦਹਿਲ ਜਾਣ ਤੋਂ ਬਚ ਜਾਂਦਾ। ਮੈਂ ਸੋਚਦਾ, ਚਲੋ ਮੇਰੀ ਜ਼ਿੰਦਗੀ 'ਚ 24 ਘੰਟਿਆਂ ਦਾ ਹੋਰ ਇਜ਼ਾਫਾ ਹੋ ਗਿਆ। ਬਾਕੀ ਸਾਰਾ ਦਿਨ ਮੇਰਾ ਦਿਮਾਗ ਅਪੀਲ ਕਰਨ ਦੀਆਂ ਸੋਚਾਂ 'ਚ ਗੁਜ਼ਰ ਜਾਂਦਾ। ਜੋ ਕੁਝ ਮੇਰੇ ਹੱਥ ਵੱਸ ਸੀ ਉਸੇ ਦੇ ਬਲਬੂਤੇ ਮੈਂ ਅੰਦਰੂਨੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਇੱਕ ਨਵੀਂ ਤਰਕੀਬ ਸੋਚੀ ਹੋਈ ਸੀ। ਮਸਲਨ ਮੈਂ ਸਭ ਤੋਂ ਪਹਿਲਾਂ ਕਿਸੇ ਚੀਜ਼ ਦੇ ਮਾੜੇ ਤੋਂ ਮਾੜੇ ਨਤੀਜੇ ਬਾਰੇ ਸੋਚਦਾ, ਫਿਰ ਅੱਗੇ ਵੱਧਦਾ। ਜਿਵੇਂ ਮੰਨਿਆ ਕਿ ਮੇਰੀ ਅਪੀਲ ਰੱਦ ਹੋ ਗਈ, ਮਤਲਬ ਹੁਣ ਮੌਤ ਤੋਂ ਬਚ ਨਿਕਲਣ ਦਾ ਕੋਈ ਰਸਤਾ ਨਹੀਂ। ਫਿਰ ਇੱਥੇ ਮੈਂ ਆਪਣੇ ਆਪ ਨੂੰ ਚੇਤਾਵਨੀ ਦਿੰਦਾ, ਜ਼ਿੰਦਗੀ ਹੈ ਕੀ ਮੇਰੀ ਮੁਸੀਬਤ, ਹਰ ਕੋਈ ਜਾਣਦਾ ਹੈ ਇਹ ਭੋਗਣ ਦੇ ਕਾਬਿਲ ਹੈ ਹੀ ਨਹੀਂ। ਫਿਰ ਮੈਂ ਥੋੜਾ ਹੋਰ ਉੱਪਰ ਉੱਠ ਕੇ ਸੋਚਦਾ, ਲੱਗਦਾ ਹੈ ਕਿ ਆਦਮੀ 30 ਸਾਲ ਦੀ ਉਮਰ 'ਚ ਮਰੇ ਜਾਂ 70 ਦੀ ਉਮਰ 'ਚ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੰਸਾਰ ਦੇ ਬਾਕੀ ਲੋਕ ਇੱਥੇ ਘੁੰਮਦੇ ਫਿਰਦੇ ਰਹਿਣਗੇ, ਦੁਨੀਆ ਜਿਵੇਂ ਚੱਲਦੀ ਹੈ ਚੱਲਦੀ ਰਹੇਗੀ, ਤੇ ਦੂਜੇ ਪਾਸੇ ਮੌਤ ਹੋਣ ਆਵੇ ਜਾਂ 4 ਸਾਲ ਬਾਅਦ ਇਸ ਜਹਾਨ ਤੋਂ ਕੂਚ ਤਾਂ ਕਰਨਾ ਹੀ ਪੈਣਾ। ਪਤਾ ਨਹੀਂ ਕਿਉਂ ਇਹਨਾਂ ਸੋਚਾਂ ਵਿਚਾਰਾਂ ਨਾਲ ਜੋ ਸ਼ਾਂਤੀ ਮਨ ਨੂੰ ਮਿਲਣੀ ਚਾਹੀਦੀ ਸੀ ਉਹ ਬਿਲਕੁਲ ਨਹੀਂ ਸੀ ਮਿਲ ਰਹੀ। ਗੁਜ਼ਰੀ ਜ਼ਿੰਦਗੀ ਦੇ ਜਿੰਨੇ ਵੀ ਸਾਲ ਮੈਂ ਭੋਗੇ ਹਨ ਉਹਨਾਂ ਦਾ ਖਿਆਲ ਆਉਂਦੇ ਹੀ ਦਿਲ 'ਚ ਹੂਕ ਜਿਹੀ ਪੈਦਾ ਹੁੰਦੀ। ਖੈਰ, ਦਿਲ ਨੂੰ ਕਿਸੇ ਨਾ ਕਿਸੇ ਤਰੀਕੇ ਸਮਝਾ ਬੁਝਾ ਲੈਂਦਾ। ਸੋਚਦਾ, ਮੇਰੀ ਪੂਰੀ ਉਮਰ ਬੀਤਣ ਤੋਂ ਬਾਅਦ ਵੀ ਮੌਤ ਨੇ ਮੈਨੂੰ ਘੇਰਨਾ। ਫਿਰ ਜਦੋਂ ਇਹ ਨਿਸ਼ਚਿਤ ਹੈ ਕਿ ਮੌਤ ਅਟੱਲ ਹੈ ਤੇ ਫਿਰ ਮੌਤ ਬੇਸ਼ੱਕ ਕਿਸੇ ਵੀ ਤਰੀਕੇ ਦੀ ਹੋਵੇ, ਗੱਲ ਤਾਂ ਇੱਕੋ ਹੀ ਹੈ। ਇਸ ਲਈ ਸੋਚਦਾ ਕਿ ਮੈਨੂੰ ਆਪਣੀ ਅਪੀਲ ਦੇ ਰੱਦ ਹੋਣ ਨੂੰ ਬੜੀ ਸਹਿਜਤਾ ਨਾਲ ਲੈਣਾ ਚਾਹੀਦਾ ਹੈ। ਜਦੋਂ ਮੈਂ ਇਹਨਾਂ ਨਾ ਪੱਖੀ ਸਥਿਤੀਆਂ ਨੂੰ ਭੋਗਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਤਾਂ ਚੰਚਲ ਮਨ ਦੀ ਉਡਾਰੀ ਦੂਜੇ ਪਾਸੇ ਵੱਲ ਚਲੀ ਜਾਂਦੀ ਹੈ। ਮੈਂ ਸੋਚਦਾ, ਫਰਜ਼ ਕਰੋ ਮੇਰੀ ਅਪੀਲ ਮਨਜ਼ੂਰ ਹੋ ਜਾਏ, ਆਖਿਰ ਸਾਰੀਆਂ ਅਪੀਲਾਂ ਤਾਂ ਰੱਦ ਨਹੀਂ ਹੁੰਦੀਆਂ। ਇਹ ਸੋਚਦਿਆਂ ਮੇਰਾ ਤਨ ਮਨ ਖੁਸ਼ੀਆਂ ਤੇ ਚਾਵਾਂ ਦਾ ਪ੍ਰਵਾਹ ਠਾਠਾ ਮਾਰਨ ਲੱਗਦਾ। ਅੱਖਾਂ 'ਚ ਖੁਸ਼ੀ ਦੇ ਹੰਝੂ ਆ ਜਾਂਦੇ। ਇੰਨਾ ਆਨੰਦ ਤਾਂ ਮੇਰੇ ਕੋਲ ਸਾਂਭਿਆ ਵੀ ਨਹੀਂ ਜਾਣਾ। ਪਰ ਕੁਝ ਵੀ ਹੋਵੇ, ਦਿਲ ਦੇ ਕਟੋਰੇ 'ਚੋਂ ਛਲਕਦੇ ਹੁਲਾਸ ਨੂੰ ਸੰਜਮ ਵਿੱਚ ਤਾਂ ਰੱਖਣਾ ਹੀ ਪੈਣਾ। ਇਸ ਤਰ੍ਹਾਂ ਤਸਵੀਰ ਦੇ ਦੋਹਾਂ ਪਾਸਿਆਂ ਲਈ ਵਾਹ ਵਾਸਤਾ ਰੱਖਦਾ ਹੋਇਆ ਮੈਂ ਕਿਤੇ ਕਿਤੇ ਸ਼ਾਂਤੀ ਮਹਿਸੂਸ ਕਰਦਾ। ਅਪੀਲ ਮਨਜ਼ੂਰ ਹੋਵੇ ਜਾਂ ਨਾ, ਮੈਨੂੰ ਇਹ ਤੋਂ ਜ਼ਿਆਦਾ ਖਿਆਲ ਇਸ ਗੱਲ ਦਾ ਸੀ ਕਿ ਦਿਲ ਨੂੰ ਸਕੂਨ ਤਾਂ ਮਿਲੇ। ਦੂਜੀ ਵਾਰ ਫਿਰ ਪਾਦਰੀ ਨੇ ਮੈਨੂੰ ਮਿਲਣ ਦੀ ਇੱਛਾ ਰੱਖੀ, ਪਰ ਮੈਂ ਸੋਚਾਂ ਦੀਆਂ ਇਹਨਾਂ ਘੁੰਮਣ ਘੇਰੀਆਂ 'ਚ ਫਸਿਆ ਰਿਹਾ। ਪਾਦਰੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਮੈਂ ਲੰਮਾ ਪਿਆ ਹੋਇਆ ਉਸ ਬਾਰੀ ਥਾਣੀ ਬਾਹਰ ਅਸਮਾਨ ਵੱਲ ਵੇਖ ਰਿਹਾ ਸੀ। ਮੈਂ ਦੇਖਿਆ ਅਸਮਾਨ ਦਾ ਰੰਗ ਬਦਲ ਗਿਆ ਸੀ। ਗਰਮੀਆਂ ਦੀ ਠੰਡਕ ਭਰੀ ਸ਼ਾਮ ਫੈਲਦੀ ਜਾ ਰਹੀ ਸੀ। ਮੈਨੂੰ ਜਾਪਿਆ ਮੇਰੀ ਅਪੀਲ ਰੱਦ ਹੋ ਗਈ ਸੀ ਤੇ ਮੇਰੀਆਂ ਰਗਾਂ 'ਚ ਦੌੜਦਾ ਲਹੂ ਜੰਮ ਰਿਹਾ ਸੀ। ਫਿਰ ਇੱਕਦਮ ਸੋਚਾਂ ਤੋਂ ਬਾਹਰ ਨਿਕਲਦਾ, ਨਹੀਂ, ਮੈਂ ਕਿਸੇ ਪਾਦਰੀ ਸ਼ਾਦਰੀ ਨੂੰ ਨਹੀਂ ਮਿਲਣਾ। ਪਤਾ ਨਹੀਂ ਕਿੰਨੇ ਦਿਨ ਹੋ ਗਏ ਮੈਂ ਕਿਸੇ ਨੂੰ ਨਹੀਂ ਮਿਲਿਆ, ਨਾ ਹੀ ਕਦੇ ਮੈਰੀ ਨੂੰ। ਫਿਰ ਮੈਰੀ ਬਾਰੇ ਕਈ ਵਿਚਾਰ ਮੇਰੇ ਦਿਲੋਂ ਦਿਮਾਗ 'ਚ ਘੁੰਮਦੇ ਰਹੇ। ਇੰਜ ਲੱਗਦਾ ਮੁੱਦਤਾਂ ਬੀਤ ਗਈਆਂ, ਮੈਰੀ ਦਾ ਕੋਈ ਖਤ ਨਹੀਂ ਆਇਆ।
ਕੀ ਪਤਾ ਮੌਤ ਦੀ ਸਜ਼ਾ ਪਾਉਣ ਵਾਲੇ ਵਿਅਕਤੀ ਦੀ ਪ੍ਰੇਮਿਕਾ ਕਹਾਉਣਾ ਉਹਦੇ ਕੋਲੋਂ ਬਰਦਾਸ਼ਤ ਨਾ ਹੁੰਦਾ ਹੋਵੇ, ਜਾਂ ਉਹ ਬਿਮਾਰ ਸ਼ਿਮਾਰ ਹੋ ਗਈ ਹੋਵੇ, ਪਤਾ ਨਹੀਂ ਕਿਤੇ ਮਰ ਮੁੱਕੀ ਨਾ ਗਈ ਹੋਵੇ। ਕੁਝ ਵੀ ਹੋ ਸਕਦਾ ਹੈ। ਮੈਨੂੰ ਉਸ ਬਾਰੇ ਪਤਾ ਲੱਗੇ ਵੀ ਤਾਂ ਕਿੰਜ ਲੱਗੇ। ਸਾਡੇ ਦੋਹਾਂ ਵਿਚਕਾਰ ਸਾਂਝ ਵੀ ਕੀ ਸੀ? ਬਸ ਇੱਕ ਸਰੀਰਕ ਸੰਬੰਧ ਸੀ ਜੋ ਹੁਣ ਖਤਮ ਹੋ ਚੁੱਕਾ ਸੀ। ਹੁਣ ਤਾਂ ਸਾਡੇ ਵਿਚਕਾਰ ਕੋਈ ਹੋਰ ਆਧਾਰ ਹੀ ਨਹੀਂ ਸੀ ਜਿਹਨੂੰ ਚੇਤੇ ਕਰਕੇ ਅਸੀਂ ਇੱਕ ਦੂਜੇ ਨੂੰ ਯਾਦ ਕਰਦੇ। ਹੁਣ ਤਾਂ ਦੋਨੋਂ ਸਰੀਰ ਜੁਦਾ ਹੋ ਗਏ ਸਨ। ਜੇ ਉਹ ਮਰ ਮੁੱਕ ਗਈ ਹੋਵੇ ਤਾਂ ਉਹਨੂੰ ਯਾਦ ਕਰਨਾ ਮੁੱਲੋਂ ਹੀ ਵਿਅਰਥ ਸੀ, ਤੇ ਕਿਸੇ ਮਰੀ ਕੁੜੀ 'ਚ ਮੈਨੂੰ ਕੀ ਦਿਲਚਸਪੀ ਹੋ ਸਕਦੀ ਸੀ? ਬੇਸ਼ੱਕ ਇਸ ਤਰ੍ਹਾਂ ਸੋਚਣਾ ਗੈਰ ਵਾਜਬ ਹੈ, ਪਰ ਜੇ ਮੈਂ ਆਪਣੇ ਆਪ ਬਾਰੇ ਸੋਚਾਂ ਤਾਂ ਮੇਰੀ ਬੇਸ਼ੱਕ ਮੌਤ ਤੋਂ ਬਾਅਦ ਵੀ ਲੋਕੀ ਮੈਨੂੰ ਭੁੱਲ ਜਾਣਗੇ, ਮੇਰੇ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖੇਗਾ। ਦੁਨੀਆ ਅੰਦਰ ਇਹ ਬੜੀ ਸੁਭਾਵਕ ਜਿਹੀ ਬਿਰਤੀ ਪਾਈ ਜਾਂਦੀ ਹੈ। ਹਰ ਇੱਕ ਵਿਅਕਤੀ ਨੂੰ ਲੋਕੀ ਸਮਾਂ ਪਾ ਕੇ ਭੁੱਲ ਜਾਂਦੇ ਆ। ਮੈਂ ਸੋਚਾਂ ਦੀ ਇਸ ਤਾਣੀ 'ਚ ਉਲਝਿਆ ਹੋਇਆ ਸੀ ਕਿ ਅਚਾਨਕ ਪਾਦਰੀ ਬਿਨਾਂ ਕਿਸੇ ਸੂਚਨਾ ਦੇ ਮੇਰੀ ਕੋਠੜੀ 'ਚ ਆ ਗਿਆ। ਮੈਂ ਉਹਨੂੰ ਦੇਖ ਕੇ ਇੱਕਦਮ ਤਰਬਕ ਗਿਆ। ਮੇਰੀ ਅਜਿਹੀ ਹਾਲਤ ਨੂੰ ਉਹ ਭਾਂਪ ਗਿਆ ਤੇ ਬੋਲਿਆ, ਘਬਰਾਓ ਨਾ, ਮੈਂ ਸਧਾਰਨ ਗੱਲਬਾਤ ਕਰਨ ਆਇਆ, ਡਰਨ ਦੀ ਕੋਈ ਲੋੜ ਨਹੀਂ। ਮੈਂ ਪੁੱਛਿਆ, ਉਹਦੇ ਆਉਣ ਦਾ ਸਮਾਂ ਤਾਂ ਹੋਰ ਹੁੰਦਾ ਹੈ ਜਿਹਨੂੰ ਸਜ਼ਾ ਭੋਗਦੇ ਕੈਦੀ ਬੜਾ ਖਤਰਨਾਕ ਸਮਾਂ ਮੰਨਦੇ ਆ। ਪਾਦਰੀ ਇਹਦੇ ਜਵਾਬ 'ਚ ਬੋਲਿਆ ਕਿ ਉਹ ਤਾਂ ਉਂਝ ਹੀ ਦੋਸਤਾਨਾ ਗੱਲਬਾਤ ਲਈ ਆਇਆ ਹੈ। ਉਹਦੇ ਆਉਣ ਤੇ ਮੇਰੀ ਅਪੀਲ ਵਿਚਕਾਰ ਕੋਈ ਸੰਬੰਧ ਨਹੀਂ ਹੈ, ਸਗੋਂ ਉਹ ਤਾਂ ਮੇਰੀ ਅਪੀਲ ਬਾਰੇ ਕੁਝ ਜਾਣਦਾ ਵੀ ਨਹੀਂ। ਇਹਨਾਂ ਦੱਸ ਕੇ ਉਹ ਮੇਰੇ ਸੌਣ ਵਾਲੇ ਤਖਤੇ ਤੇ ਬੈਠ ਗਿਆ ਤੇ ਮੈਨੂੰ ਵੀ ਆਪਣੇ ਕੋਲ ਬੈਠਣ ਲਈ ਕਿਹਾ। ਮੈਨੂੰ ਆਦਮੀ ਸ਼ਕਲ ਸੂਰਤ ਤੋਂ ਬੜਾ ਸ਼ਾਂਤ ਤੇ ਖੁਸ਼ ਮਿਜਾਜ਼ ਜਾਪਿਆ। ਮੇਰੇ ਮਨ 'ਚ ਉਹਦੇ ਲਈ ਕੋਈ ਵੈਰ ਭਾਵਨਾ ਨਹੀਂ ਸੀ। ਮੈਂ ਉਂਝ ਹੀ ਉਹਦੇ ਕੋਲ ਬੈਠਣ ਤੋਂ ਇਨਕਾਰ ਕਰ ਦਿੱਤਾ। ਉਹ ਕਾਫੀ ਦੇਰ ਗੋਡਿਆਂ ਉੱਪਰ ਕੂਣੀਆਂ ਟਿਕਾਈ ਬੈਠਾ ਹੋਇਆ ਹੱਥਾਂ ਨੂੰ ਇੱਕ ਟੱਕ ਦੇਖੀ ਜਾ ਰਿਹਾ ਸੀ। ਉਹਦੇ ਹੱਥ ਪਤਲੇ ਪਤਲੇ ਪਰ ਮਜ਼ਬੂਤ ਜਾਪਦੇ ਸਨ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਛੋਟੇ ਛੋਟੇ ਫੁਰਤੀਲੇ ਪੰਛੀ ਯਾਦ ਆਉਣ ਲੱਗੇ। ਫਿਰ ਕੁਝ ਸੋਚਦਾ ਵਿਚਾਰਦਾ ਪੁੱਤ ਬਣਿਆ ਬੈਠਾ ਰਿਹਾ। ਕਦੇ ਕਦੇ ਉਹ ਹੱਥਾਂ ਨੂੰ ਮਲਣ ਲੱਗਦਾ। ਕੁਝ ਚਿਰ ਲਈ ਤਾਂ ਮੈਂ ਭੁੱਲ ਹੀ ਗਿਆ ਕਿ ਉਹ ਇੱਥੇ ਬੈਠਾ ਹੈ। ਹੁਣ ਉਹਨੇ ਅਚਾਨਕ ਇੱਕ ਝਟਕੇ ਨਾਲ ਸਿਰ ਉੱਚਾ ਕੀਤਾ। ਫਿਰ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਪੁੱਛਣ ਲੱਗਾ, ਤੁਸੀਂ ਮੇਰੇ ਨਾਲ ਮੁਲਾਕਾਤ ਕਿਉਂ ਨਹੀਂ ਸੀ ਕਰਨਾ ਚਾਹੁੰਦੇ? ਮੈਂ ਦੱਸ ਦਿੱਤਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਕੀ ਤੇਰਾ ਪੱਕਾ ਵਿਸ਼ਵਾਸ ਹੈ ਕਿ ਤੂੰ ਰੱਬ ਨੂੰ ਨਹੀਂ ਮੰਨਦਾ? ਪਾਦਰੀ ਬੋਲਿਆ। ਮੈਂ ਜਵਾਬ ਦਿੱਤਾ, ਇਸ ਵਿਸ਼ੇ ਤੇ ਮਗਜ਼ ਖਪਾਈ ਕਰਨ ਦਾ ਕੋਈ ਫਾਇਦਾ ਨਹੀਂ। ਰੱਬ ਨੂੰ ਮੰਨਣਾ ਜਾਂ ਨਾ ਮੰਨਣਾ, ਇਹ ਸਵਾਲ ਹੀ ਮੇਰੇ ਲਈ ਬੇਮਤਲਬ ਹੈ। ਇਸ ਤੋਂ ਬਾਅਦ ਪਾਦਰੀ ਨੇ ਪਿੱਛੇ ਦੀਵਾਰ ਨਾਲ ਢੋਹ ਲਾ ਲਈ। ਫਿਰ ਮੇਰੇ ਵੱਲ ਬਿਨਾਂ ਦੇਖੇ ਕਹਿਣ ਲੱਗਾ, ਇਹ ਮੈਂ ਵੇਖਿਆ ਕਿ ਕਈ ਵਾਰ ਆਦਮੀ ਦਾ ਕਿਸੇ ਗੱਲ ਉੱਪਰ ਭੋਰਾ ਵਿਸ਼ਵਾਸ ਨਹੀਂ ਹੁੰਦਾ, ਫਿਰ ਵੀ ਉਹਨੂੰ ਅਜਿਹਾ ਲੱਗਦਾ ਜਿਵੇਂ ਉਹਦਾ ਵਿਸ਼ਵਾਸ ਪੂਰਨ ਦ੍ਰਿੜ ਹੈ। ਮੈਂ ਕੁਛ ਨਾ ਬੋਲਿਆ। ਪਾਦਰੀ ਮੇਰੇ ਵੱਲ ਦੇਖ ਕੇ ਬੋਲਿਆ, ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਮੈਂ ਕਿਹਾ, ਹਾਂ, ਹੋ ਸਕਦਾ ਹੈ ਤੁਸੀਂ ਠੀਕ ਕਹਿੰਦੇ ਹੋ, ਪਰ ਮੈਨੂੰ ਆਪਣੇ ਬਾਰੇ ਪੂਰਾ ਪਤਾ ਹੈ ਕਿ ਕਿਹੜੀ ਗੱਲ 'ਚ ਮੇਰਾ ਵਿਸ਼ਵਾਸ ਹੈ ਤੇ ਕਿਹੜੀ 'ਚ ਬਿਲਕੁਲ ਨਹੀਂ। ਉਹਨੇ ਨਜ਼ਰਾਂ ਦੂਜੇ ਪਾਸੇ ਘੁਮਾ ਲਈਆਂ। ਬਿਨਾਂ ਹਿੱਲੇ ਜੁਲੇ ਪੁੱਛਿਆ ਕਿ ਕੀ ਮੇਰੇ ਅਜਿਹਾ ਕਹਿਣ ਦੇ ਪਿੱਛੇ ਡਾਢੀ ਨਿਰਾਸ਼ਾ ਤੇ ਮਾਯੂਸੀ ਦੀ ਭਾਵਨਾ ਤਾਂ ਨਹੀਂ ਕੰਮ ਕਰ ਰਹੀ? ਮੈਂ ਉਹਨੂੰ ਸਮਝਾਇਆ ਕਿ ਮੈਂ ਨਿਰਾਸ਼ ਜਾਂ ਮਾਯੂਸ ਤਾਂ ਬਿਲਕੁਲ ਮਹਿਸੂਸ ਨਹੀਂ ਕਰਦਾ, ਪਰ ਹਾਂ, ਡਰ ਜ਼ਰੂਰ ਲੱਗਦਾ ਹੈ, ਜਿਹੜਾ ਕਿ ਸੁਭਾਵਕ ਹੈ। ਫਿਰ ਤਾਂ ਅਜਿਹੇ ਹਾਲਾਤ ਵਿੱਚ ਕੇਵਲ ਪਰਮਾਤਮਾ ਹੀ ਤੈਨੂੰ ਅਡੋਲ ਬਣਾ ਸਕਦਾ ਹੈ। ਤੇਰੇ ਜਿਹੀ ਆਸਥਾ ਰੱਖਣ ਵਾਲੇ ਸਾਰੇ ਲੋਕ ਦੁੱਖ ਦੇ ਸਮੇਂ ਪਰਮਾਤਮਾ ਦੀ ਸ਼ਰਨ 'ਚ ਜਾਂਦੇ ਮੈਂ ਦੇਖੇ ਹਨ। ਪਾਦਰੀ ਬੜੀ ਦ੍ਰਿੜਤਾ ਨਾਲ ਬੋਲਿਆ। ਮੈਂ ਜਵਾਬ ਦਿੱਤਾ, ਉਹਨਾਂ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਹੈ, ਪਰ ਮੈਂ ਕਿਸੇ ਤੋਂ ਅਡੋਲ ਰਹਿਣ ਦਾ ਆਸ਼ੀਰਵਾਦ ਲੈਣ ਦਾ ਇੱਛੁਕ ਨਹੀਂ। ਜਿਸ ਚੀਜ਼ 'ਚ ਮੇਰੀ ਦਿਲਚਸਪੀ ਨਹੀਂ, ਉਹਦੇ ਵਿੱਚ ਜ਼ਬਰਦਸਤੀ ਦਿਲਚਸਪੀ ਪੈਦਾ ਕਰਨ ਦੀ ਕੀ ਤੁਕ ਬਣਦੀ ਹੈ? ਹੁਣ ਪਾਦਰੀ ਨਮੋਸ਼ੀ 'ਚ ਹੱਥ ਮਲਣ ਲੱਗਦਾ ਹੈ। ਫਿਰ ਕੁਝ ਚਿਰ ਆਪਣੇ ਚੋਲੇ ਦੀਆਂ ਵੱਟਾਂ ਸਿੱਧੀਆਂ ਕਰਦਾ ਰਿਹਾ। ਹੁਣ ਉਹਦੀਆਂ ਗੱਲਾਂ 'ਚ ਪਹਿਲਾਂ ਵਾਲੇ ਦੋਸਤਾਨਾ ਭਾਵ ਭਰੇ ਸਨ। ਉਹਨੇ ਆਖਿਆ, ਤੂੰ ਇਹ ਨਾ ਸਮਝੀ ਮੈਂ ਤੈਨੂੰ ਇਹ ਸਭ ਕੁਝ ਇਸ ਲਈ ਕਹਿ ਰਿਹਾ ਕਿ ਤੈਨੂੰ ਮੌਤ ਦੀ ਸਜ਼ਾ ਮਿਲੀ ਹੈ, ਬਲਕਿ ਮੇਰਾ ਤਾਂ ਖਿਆਲ ਹੈ ਹਰ ਉਸ ਬੰਦੇ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ ਜਿਹੜਾ ਇਸ ਧਰਤੀ ਤੇ ਰਹਿੰਦਾ ਹੈ। ਪਾਦਰੀ ਨੂੰ ਵਿਚਕਾਰੇ ਟੋਕ ਕੇ ਮੈਂ ਕਿਹਾ, ਪਰ ਇੱਕ ਸਧਾਰਨ ਮਨੁੱਖ ਤੇ ਇੱਕ ਮੇਰੇ ਵਰਗੇ ਮਨੁੱਖ ਜਿਹਨੂੰ ਮੌਤ ਦੀ ਸਜ਼ਾ ਮਿਲੀ ਹੋਵੇ, ਕਾਫੀ ਅੰਤਰ ਹੈ। ਪਾਦਰੀ ਮੇਰੀ ਗੱਲ ਨੂੰ ਸਿਰ ਹਿਲਾ ਕੇ ਮੰਨਿਆ ਤੇ ਕਹਿਣ ਲੱਗਾ, ਤੇਰੀ ਗੱਲ ਠੀਕ ਹੈ, ਪਰ ਜਿਹੜਾ ਆਦਮੀ ਅੱਜ ਨਾ ਮਰਿਆ ਤਾਂ ਉਹ ਕਿਸੇ ਨਾ ਕਿਸੇ ਦਿਨ ਤਾਂ ਮਰੇਗਾ ਹੀ। ਹੁਣ ਮੰਨ ਲਓ ਤੇਰੀ ਮੌਤ ਵੀ ਆਮ ਸਧਾਰਨ ਵਿਅਕਤੀ ਵਾਂਗ ਕੁਦਰਤੀ ਤੌਰ ਤੇ ਆਵੇ, ਤਾਂ ਤੂੰ ਉਸ ਭਿਆਨਕ ਸਮੇਂ ਦਾ ਸਾਹਮਣਾ ਸਹਿਜ ਹੋ ਕੇ ਕਰ ਲਏਗਾ? ਬਿਲਕੁਲ ਕਰਾਂਗਾ, ਜਿਵੇਂ ਹੁਣ ਕਰ ਰਿਹਾ, ਮੈਂ ਉੱਤਰ ਦਿੱਤਾ। ਇਹ ਸੁਣ ਕੇ ਪਾਦਰੀ ਉੱਠ ਖੜਾ ਹੋਇਆ। ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਲੱਗਾ। ਮੈਂ ਉਹਦੀ ਇਸ ਕਲਾ ਬਾਰੇ ਜਾਣਦਾ ਸੀ। ਮੈਂ ਖੁਦ ਸੈਲੇ ਸੱਤੇ ਦੇ ਇਮਾਨੂਏਲ ਉੱਪਰ ਇਹ ਫਾਰਮੂਲਾ ਪ੍ਰਯੋਗ ਕਰ ਚੁੱਕਾ ਸੀ। ਉਹ ਥੋੜੀ ਦੇਰ ਬਾਅਦ ਅੱਖਾਂ ਫੇਰ ਲੈਂਦੇ ਸਨ। ਮੈਂ ਸਮਝ ਗਿਆ ਪਾਦਰੀ ਵੀ ਇਸੇ ਤਾਕ 'ਚ ਹੈ। ਉਹਨੇ ਨਜ਼ਰਾਂ ਮੇਰੇ ਤੇ ਗੱਡੀਆਂ ਸਨ। ਉਹ ਕੁਝ ਦੇਰ ਰੁਕ ਕੇ ਬੜੀ ਦ੍ਰਿੜਤਾ ਨਾਲ ਬੋਲਿਆ,
ਤੈਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ ਕਿ ਸੱਚਮੁੱਚ ਤੇਰਾ ਇਹੀ ਵਿਚਾਰ ਹੈ ਕਿ ਮਰਨ ਤੋਂ ਬਾਅਦ ਜ਼ਿੰਦਗੀ ਖਤਮ ਹੋ ਜਾਂਦੀ ਹੈ, ਕੁਝ ਬਾਕੀ ਨਹੀਂ ਬਚਦਾ? ਮੈਂ ਬੋਲਿਆ, ਬਿਲਕੁਲ। ਹੁਣ ਪਾਦਰੀ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਨਿੱਸਲ ਜਿਹਾ ਹੋ ਗਿਆ। ਫਿਰ ਕਹਿਣ ਲੱਗਾ, ਸੱਚਮੁੱਚ ਮੈਨੂੰ ਤੇਰੇ ਤੇ ਤਰਸ ਆਉਂਦਾ ਹੈ। ਜਿਵੇਂ ਤੂੰ ਸੋਚਦਾ ਹੈ, ਜੇਕਰ ਹਰ ਕੋਈ ਸੋਚੇ ਤਾਂ ਜ਼ਿੰਦਗੀ ਕੱਟਣੀ ਔਖੀ ਹੋ ਜਾਏ। ਹੁਣ ਮੈਂ ਪਾਦਰੀ ਦੀਆਂ ਗੱਲਾਂ ਤੋਂ ਅੱਕ ਗਿਆ ਸੀ। ਮੈਂ ਕੋਠੜੀ ਦੇ ਝਰੋਖੇ ਚੋਂ ਬਾਹਰ ਦੇਖੀ ਜਾ ਰਿਹਾ ਸੀ। ਮੈਨੂੰ ਕੁਝ ਪਤਾ ਨਹੀਂ ਕਿ ਉਹ ਕੀ ਬੋਲੀ ਜਾ ਰਿਹਾ ਸੀ। ਫਿਰ ਮੈਨੂੰ ਜਾਪਿਆ ਉਹ ਮੈਨੂੰ ਕੁਝ ਪੁੱਛ ਰਿਹਾ। ਇਸ ਵਾਰ ਮੈਨੂੰ ਉਹਦੀ ਆਵਾਜ਼ ਬੜੀ ਵਿਆਕੁਲ ਤੇ ਤਰਲੇ ਭਰੀ ਜਾਪੀ। ਮੈਨੂੰ ਜਾਪਿਆ ਉਹ ਸੱਚਮੁੱਚ ਕਾਫੀ ਦੁਖੀ ਹੋ ਗਿਆ। ਹੁਣ ਮੈਂ ਉਹਦੀਆਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹ ਕਹਿ ਰਿਹਾ ਸੀ, ਮੈਨੂੰ ਪੱਕਾ ਯਕੀਨ ਹੈ ਤੇਰੀ ਅਪੀਲ ਮਨਜ਼ੂਰ ਕਰ ਲਈ ਜਾਏਗੀ ਤੇ ਤੂੰ ਸਾਫ਼ ਬਰੀ ਹੋ ਜਾਏਗਾ, ਪਰ ਤੈਨੂੰ ਆਪਣੀ ਆਤਮਾ ਉੱਤੇ ਲੱਦੇ ਗੁਨਾਹ ਦੇ ਭਾਰ ਤੋਂ ਵੀ ਮੁਕਤ ਹੋਣਾ ਚਾਹੀਦਾ ਹੈ। ਇੱਕ ਗੱਲ ਯਾਦ ਰੱਖ ਕਿ ਆਦਮੀ ਦੁਬਾਰਾ ਦਿੱਤਾ ਨਿਆਂ ਕੋਈ ਅਹਿਮੀਅਤ ਨਹੀਂ ਰੱਖਦਾ। ਅਸਲੀ ਨਿਆਂ ਤਾਂ ਰੱਬ ਹੀ ਕਰਦਾ ਹੈ, ਉਹੀ ਮਹੱਤਵਪੂਰਨ ਹੈ। ਪਰ ਮੈਨੂੰ ਤਾਂ ਮੌਤ ਦੀ ਸਜ਼ਾ ਇੱਕ ਆਦਮੀ ਨੇ ਸੁਣਾਈ ਹੈ। ਮੈਂ ਬੋਲਿਆ, ਹਾਂ ਮੈਂ ਮੰਨਦਾ, ਤੁਸੀਂ ਠੀਕ ਕਹਿੰਦੇ ਹੋ, ਪਰ ਇਸ ਸਜ਼ਾ ਨਾਲ ਤੇਰਾ ਪਾਪ ਤਾਂ ਨਹੀਂ ਧੋਤਾ ਜਾ ਸਕਦਾ। ਪਾਦਰੀ ਜਵਾਬ 'ਚ ਬੋਲਿਆ। ਮੈਂ ਸੁਣ ਕੇ ਭੜਕ ਪਿਆ ਕਿ ਮੈਨੂੰ ਕਿਸੇ ਪਾਪ ਵਗੈਰਾ ਦਾ ਕੁਝ ਨਹੀਂ ਪਤਾ। ਮੈਂ ਤਾਂ ਸਿਰਫ ਇਹ ਜਾਣਦਾ ਕਿ ਮੈਨੂੰ ਕਤਲ ਕੇਸ 'ਚ ਮੁਜਰਮ ਕਰਾਰ ਦਿੱਤਾ ਗਿਆ ਹੈ। ਇਸ ਅਪਰਾਧ ਦੀ ਸਜ਼ਾ ਇੱਥੇ ਕੱਟ ਰਿਹਾ, ਬਸ ਇਸ ਤੋਂ ਜ਼ਿਆਦਾ ਕਿਸੇ ਹੋਰ ਪ੍ਰਾਸ਼ਚਿਤ ਦੀ ਆਸ ਮੇਰੇ ਕੋਲੋਂ ਨਾ ਰੱਖੀ ਜਾਵੇ। ਪਾਦਰੀ ਇੱਕਦਮ ਉੱਠ ਕੇ ਖੜਾ ਹੋ ਗਿਆ। ਮੈਂ ਹੁਣ ਦੇਖਿਆ ਕਿ ਇਸ ਕੋਠੀ ਵਿੱਚ ਆਦਮੀ ਦੇ ਹਿੱਲਣ ਜੁਲਣ ਲਈ ਇੰਨੀ ਕੁ ਜਗ੍ਹਾ ਹੀ ਸੀ ਕਿ ਆਦਮੀ ਜਾਂ ਤਾਂ ਬੈਠ ਜਾਏ ਜਾਂ ਖੜਾ ਰਹੇ। ਉਹ ਮੇਰੇ ਵੱਲ ਵਧਿਆ ਤੇ ਇੰਜ ਰੁਕ ਗਿਆ ਜਿਵੇਂ ਮੇਰੇ ਕੋਲੋਂ ਆਉਣ ਦੀ ਹਿੰਮਤ ਨਾ ਕਰ ਸਕਿਆ ਹੋਵੇ। ਮੇਰੀ ਨਿਗਾਹ ਫਰਸ਼ ਉੱਪਰ ਟਿਕੀ ਹੋਈ ਸੀ। ਕੁਛ ਦੇਰ ਉਹ ਸ਼ਸ਼ੋ ਪੰਚ ਰਿਹਾ, ਫਿਰ ਉਸੇ ਝਰੋਖੇ ਰਸਤੇ ਅਸਮਾਨ ਵੱਲ ਦੇਖਦਾ ਹੋਇਆ ਗੰਭੀਰਤਾ ਨਾਲ ਬੋਲਿਆ, ਨਹੀਂ ਮੇਰੇ ਪੁੱਤਰ, ਇਹ ਤੇਰੀ ਵੱਡੀ ਭੁੱਲ ਹੈ। ਮੈਂ ਤਾਂ ਤੇਰੇ ਉੱਤੇ ਇੱਕ ਹੋਰ ਵੱਡੀ ਉਮੀਦ ਲਾਈ ਬੈਠਾ। ਕੀ ਮਤਲਬ? ਮੈਂ ਬੋਲਿਆ, ਤੇਰੇ ਵੱਲੋਂ ਕਿਸੇ ਚੀਜ਼ ਦੇ ਦਰਸ਼ਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਪਾਦਰੀ ਬੋਲਿਆ, ਕਿਹਦੇ ਦਰਸ਼ਨ ਕਰਨ ਦੀ ਉਮੀਦ? ਇਹ ਸੁਣ ਕੇ ਪਾਦਰੀ ਨੇ ਹੌਲੀ ਹੌਲੀ ਆਪਣੀ ਨਿਗਾਹ ਕੋਠੜੀ ਦੇ ਚਾਰੇ ਪਾਸੇ ਘੁਮਾਈ। ਫਿਰ ਬੜੀ ਦਰਦ ਭਰੀ ਆਵਾਜ਼ 'ਚ ਬੋਲਿਆ, ਇਹਨਾਂ ਪੱਥਰਾਂ ਦੀਆਂ ਕੰਧਾਂ ਦਾ ਮੈਂ ਵਾਕਫ ਹਾਂ। ਇਹ ਕੰਧਾਂ ਮਨੁੱਖੀ ਦਰਦ ਦੇ ਵੇਦਨਾ ਨਾਲ ਚਿਣੀਆਂ ਹੋਈਆਂ ਹਨ। ਜਦੋਂ ਵੀ ਮੈਂ ਇਹਨਾਂ ਨੂੰ ਦੇਖਦਾ ਮੇਰਾ ਤਨ ਮਨ ਝੰਜੋੜਿਆ ਜਾਂਦਾ ਹੈ। ਯਕੀਨ ਕਰੀ, ਮੈਂ ਤੈਨੂੰ ਆਪਣੇ ਦਿਲੀ ਭਾਵ ਦੱਸ ਰਿਹਾ। ਮੈਨੂੰ ਪਤਾ ਇਹਨਾਂ ਕੰਧਾਂ ਦੇ ਖੁਰਦਰੇਪਨ ਉੱਪਰ ਤੇਰੇ ਵਰਗੇ ਅਨੇਕਾਂ ਦੁਖੀਏ ਪ੍ਰਾਣੀਆਂ ਨੂੰ ਇੱਕ ਅਲੌਕਿਕ ਤੇ ਰੂਹਾਨੀ ਚਿਹਰਾ ਉੱਭਰਦਾ ਦਿਖਾਈ ਦਿੰਦਾ ਹੈ। ਮੈਂ ਉਸੇ ਤੇਜਸਵੀ ਚਿਹਰੇ ਦੀ ਗੱਲ ਕਰ ਰਿਹਾ। ਤੂੰ ਉਸੇ ਦੇ ਦਰਸ਼ਨ ਕਰੇਗਾ। ਪਹਿਲਾਂ ਤਾਂ ਉਹਦੀ ਇਹ ਗੱਲ ਸੁਣ ਕੇ ਮੈਂ ਅਚੰਭੇ 'ਚ ਪੈ ਗਿਆ, ਪਰ ਫਿਰ ਮੈਂ ਉਸ ਨੂੰ ਦੱਸਿਆ ਕਿ ਇਹਨਾਂ ਕੰਧਾਂ ਨੂੰ ਮੈਂ ਮਹੀਨਿਆਂ ਤੋਂ ਲਗਾਤਾਰ ਤੱਕ ਰਿਹਾ। ਜਿੰਨਾ ਵਾਕਫ ਮੈਂ ਇਹਨਾਂ ਕੰਧਾਂ ਤੋਂ ਆ, ਉਨਾ ਸ਼ਾਇਦ ਦੁਨੀਆ ਦੀ ਕਿਸੇ ਹੋਰ ਚੀਜ਼ ਤੋਂ ਨਹੀਂ। ਮੈਂ ਕਦੇ ਵੀ ਇਹਨਾਂ ਕੰਧਾਂ ਉੱਪਰ ਕੋਈ ਚਿਹਰੇ ਜਾਂ ਕਿਸੇ ਹੋਰ ਚੀਜ਼ ਨੂੰ ਰੂਪ ਧਾਰਦੇ ਨਹੀਂ ਵੇਖਿਆ। ਹਾਂ, ਸ਼ਾਇਦ ਇੱਕ ਚਿਹਰਾ ਜ਼ਰੂਰ ਇਹਨਾਂ ਕੰਧਾਂ ਦੀਆਂ ਇੱਟਾਂ 'ਚ ਉੱਭਰਦਾ ਦੇਖਿਆ। ਉਹ ਚਿਹਰਾ ਮੈਰੀ ਦਾ ਸੀ, ਜਿਹੜਾ ਮੈਨੂੰ ਮਿਲਣ ਦੀ ਆਸ 'ਚ ਖੀਵਾ ਹੋਇਆ ਦਿਸਦਾ ਸੀ, ਪਰ ਮੇਰੀ ਕਿਸਮਤ 'ਚੋਂ ਨਹੀਂ ਸੀ। ਇਸ ਲਈ ਮੈਂ ਹੁਣ ਉਹਦੀ ਕਲਪਨਾ ਕਰਨੀ ਵੀ ਛੱਡ ਦਿੱਤੀ ਹੈ। ਪਾਦਰੀ ਮੈਨੂੰ ਨਿਰਾਸ਼ ਨਜ਼ਰਾਂ ਨਾਲ ਇੱਕ ਟੱਕ ਦੇਖਦਾ ਹੈ। ਮੇਰੀ ਪਿੱਠ ਕੰਧ ਆਸ ਰਹੀ ਸੀ ਤੇ ਸੂਰਜ ਦੀਆਂ ਕਿਰਨਾਂ ਮੱਥੇ ਤੇ ਪੈ ਰਹੀਆਂ ਸਨ। ਪਾਦਰੀ ਮੂੰਹ 'ਚ ਬੁੜਬੁੜ ਕਰ ਰਿਹਾ ਸੀ ਤੇ ਮੈਨੂੰ ਕੁਝ ਪਤਾ ਨਾ ਲੱਗਿਆ। ਫਿਰ ਅਚਾਨਕ ਉਹਨੇ ਪੁੱਛਿਆ, ਕੀ ਮੈਂ ਤੇਰਾ ਮੱਥਾ ਚੁੰਮ ਸਕਦਾ? ਬਿਲਕੁਲ ਨਹੀਂ, ਮੈਂ ਜਵਾਬ ਦਿੱਤਾ। ਇਹ ਸੁਣ ਕੇ ਪਾਦਰੀ ਪਿਛਾਂਹ ਘੁੰਮਿਆ ਤੇ ਕੰਧ ਕੋਲ ਜਾ ਕੇ ਖੜਾ ਹੋਇਆ। ਫਿਰ ਕੰਧ ਉੱਤੇ ਹੌਲੀ ਹੌਲੀ ਹੱਥ ਫੇਰਦਾ ਪੁੱਛਣ ਲੱਗਾ, ਤੈਨੂੰ ਇਹਨਾਂ ਸੰਸਾਰਕ ਵਸਤਾਂ ਨਾਲ ਕਾਫੀ ਮੋਹ ਜਾਪਦਾ ਹੈ? ਮੈਂ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਨੇ ਕਾਫੀ ਦੇਰ ਮੇਰੀ ਅੱਖ ਨਾਲ ਅੱਖ ਨਹੀਂ ਮਿਲਾਈ। ਹੁਣ ਮੈਨੂੰ ਉਹਦੀ ਮੌਜੂਦਗੀ ਬੜੀ ਕਸ਼ਟਦਾਇਕ ਤੇ ਅਕਾਊ ਲੱਗ ਰਹੀ ਸੀ। ਮੈਂ ਉਹਨੂੰ ਕਹਿਣ ਹੀ ਵਾਲਾ ਸੀ ਕਿ ਮੈਨੂੰ ਤੇ ਮੇਰੀ ਹਾਲਤ ਤੇ ਛੱਡੋ ਤੇ ਇੱਥੋਂ ਜਾਣ ਦੀ ਖੇਚਲ ਕਰੋ, ਤੇ ਉਹ ਮੇਰੇ ਵੱਲ ਤੇਜ਼ੀ ਨਾਲ ਘੁੰਮਿਆ ਤੇ ਬੜੇ ਗਰਜਵੇਂ ਅੰਦਾਜ਼ 'ਚ ਬੋਲਿਆ, ਨਹੀਂ ਨਹੀਂ, ਮੈਨੂੰ ਯਕੀਨ ਨਹੀਂ ਹੁੰਦਾ। ਮੈਨੂੰ ਪੂਰਾ ਵਿਸ਼ਵਾਸ ਹੈ ਤੇਰੇ ਦਿਲ 'ਚ ਪੁਨਰ ਜਨਮ ਧਾਰਨ ਕਰਨ ਦੀ ਇੱਛਾ ਹੈ। ਜ਼ਰੂਰ ਇੱਛਾ ਹੋਣੀ ਹੈ, ਮੈਂ ਕਿਹਾ। ਹਰ ਆਦਮੀ ਕਦੇ ਨਾ ਕਦੇ ਇੰਜ ਜ਼ਰੂਰ ਸੋਚਦਾ ਹੈ, ਪਰ ਇੰਜ ਹੱਥ ਪੱਲੇ ਕੁਝ ਨਹੀਂ ਪੈਂਦਾ। ਜਿਵੇਂ ਆਦਮੀ ਹੋਰ ਅਮੀਰ ਹੋਣ ਦੀ ਇੱਛਾ ਰੱਖਦਾ ਹੈ, ਫੁਰਤੀ ਨਾਲ ਤੈਰਨ ਦੀ ਚਾਹ ਰੱਖਦਾ ਹੈ, ਜਾਂ ਹੋਰ ਸੁੰਦਰ ਚਿਹਰਾ ਮੋਹਰਾ ਹੋਣ ਦੀ ਕਾਮਨਾ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਦੀ ਇੱਛਾ ਇਹ ਵੀ ਹੈ। ਮੈਂ ਅਜੇ ਬੇਰੋਕ ਬੋਲੀ ਜਾ ਰਿਹਾ ਸੀ, ਪਰ ਪਾਦਰੀ ਨੇ ਮੈਨੂੰ ਵਿੱਚੋਂ ਹੀ ਟੋਕ ਕੇ ਪੁੱਛਿਆ, ਤੂੰ ਮੌਤ ਤੋਂ ਪਿੱਛੋਂ ਕਿਸ ਤਰ੍ਹਾਂ ਦੇ ਜੀਵਨ ਦੀ ਇੱਛਾ ਰੱਖਦਾ ਹੈ? ਮੈਂ ਪੂਰੀ ਤਰ੍ਹਾਂ ਗਰਜ ਕੇ ਬੋਲਿਆ, ਇੱਕ ਅਜਿਹਾ ਜੀਵਨ ਜਿਸ 'ਚ ਮੈਨੂੰ ਮੌਜੂਦਾ ਜੀਵਨ ਦੀ ਯਾਦ ਆਉਂਦੀ ਰਹੇ, ਬਸ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਨਾਲ ਹੀ ਮੈਂ ਉਹਨੂੰ ਇੱਕੋ ਸਾਏ ਆਖ ਦਿੱਤਾ, ਬਸ ਕਰੋ ਤੇ ਹੁਣ ਤਸ਼ਰੀਫ ਲੈ ਜਾਓ, ਤੁਹਾਡੇ ਸਤਸੰਗ ਨਾਲ ਮੈਂ ਨਿਹਾਲ ਹੋ ਗਿਆ। ਉਸ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਇੰਜ ਜਾਪਿਆ ਕਿ ਉਹ ਤਾਂ ਪਰਮਾਤਮਾ ਦੇ ਵਿਸ਼ੇ ਨੂੰ ਲੈ ਕੇ ਕਾਫੀ ਪ੍ਰਵਚਨ ਕਰਨ ਦੇ ਰੌਂਚ ਸੀ। ਮੈਂ ਇੱਕਦਮ ਉਸ ਕੋਲ ਜਾ
ਪਹੁੰਚਿਆ ਤੇ ਆਖਰੀ ਵਾਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਤੇ ਜੇ ਮਿਣੇ ਕੀਮਤੀ ਪਲ ਬਾਕੀ ਹਨ ਉਹ ਮੈਂ ਪਰਮਾਤਮਾ ਸੰਬੰਧੀ ਫਜ਼ੂਲ ਗੱਲਾਂ 'ਚ ਖਰਚ ਨਹੀਂ ਕਰਨਾ ਚਾਹੁੰਦਾ। ਪਾਦਰੀ ਮੇਰੇ ਤੇਵਰ ਤਾੜ ਗਿਆ। ਹੁਣ ਉਹਨੇ ਗੱਲਬਾਤ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ। ਉਹਨੇ ਮੈਨੂੰ ਪੁੱਛਿਆ, ਤੂੰ ਮੈਨੂੰ ਫਾਦਰ ਕਹਿ ਕੇ ਕਿਉਂ ਨਹੀਂ ਬੁਲਾਉਂਦਾ? ਤੈਨੂੰ ਪਤਾ ਮੈਂ ਇੱਕ ਪਾਦਰੀ ਹਾਂ। ਮੈਂ ਇਹ ਗੱਲ ਸੁਣ ਕੇ ਭੜਕ ਪਿਆ। ਮੇਰਾ ਆਪਣਾ ਆਪ ਕੱਪੜਿਆਂ ਤੋਂ ਬਾਹਰ ਹੋ ਗਿਆ ਤੇ ਮੈਂ ਕਿਹਾ, ਤੂੰ ਮੇਰਾ ਫਾਦਰ ਕਿਹੜੇ ਰਿਸ਼ਤੇ 'ਚ ਬਣ ਗਿਆ? ਠੱਠੇ ਖੂਹ 'ਚ ਪਵੇਂ ਤੇਰਾ ਪਾਦਰੀ ਪੁਣਾ। ਤੂੰ ਤਾਂ ਮੇਰਾ ਕੱਟੜ ਵੈਰੀ ਹੈ ਜਿਹੜਾ ਮੈਨੂੰ ਮਾਰਨ ਵਾਲੇ ਲੋਕਾਂ ਨਾਲ ਮਿਲੀ ਭੁਗਤ ਰੱਖਦਾ। ਨਹੀਂ ਬੇਟਾ ਨਹੀਂ, ਮੈਂ ਤਾਂ ਤੇਰੀ ਸੁੱਖ ਮੰਗਦਾ। ਪਾਦਰੀ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲਿਆ, ਤੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ, ਨਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ। ਖੈਰ ਮੈਂ ਤੇਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਾਂਗਾ। ਉਹਦੇ ਇੰਨਾ ਕਹਿਣ ਦੀ ਦੇਰ ਸੀ ਕਿ ਮੈਂ ਇੱਕਦਮ ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰ ਜਵਾਲਾਮੁਖੀ ਫਟ ਗਿਆ ਹੋਵੇ। ਮੈਂ ਆਪੇ ਤੋਂ ਬਾਹਰ ਹੋ ਗਿਆ। ਉੱਚੀ ਉੱਚੀ ਚੀਕਣਾ ਸ਼ੁਰੂ ਕਰਤਾ। ਮੈਂ ਉਹਨੂੰ ਅੰਨ੍ਹੇਵਾਹ ਗਾਲਾਂ ਕੱਢਦਾ, ਉਹਦੀ ਬੇਇੱਜ਼ਤੀ ਕਰਦਾ, ਸਾਫ਼ ਕਹਿ ਦਿੰਦਾ ਕਿ ਉਹਨੂੰ ਮੇਰੇ ਲਈ ਕੋਈ ਅਰਦਾਸ ਵਗੈਰਾ ਕਰਨ ਦੀ ਲੋੜ ਨਹੀਂ। ਜਿੰਨੀ ਜਲਦੀ ਹੋ ਸਕੇ ਇੱਥੋਂ ਦਫਾ ਹੋ ਜਾ। ਮੈਂ ਝਪਟ ਕੇ ਉਹਨੂੰ ਗਲ ਤੋਂ ਫੜ ਲਿਆ ਤੇ ਫਿਰ ਗੁੱਸੇ ਦੇ ਵੇਗ 'ਚ ਜੋ ਵੀ ਮੇਰੇ ਮੂੰਹ ਆਇਆ ਸਭ ਉਹਨੂੰ ਸੁਣਾ ਦਿੱਤਾ। ਜੇ ਤੈਨੂੰ ਰੱਬ ਤੇ ਇੰਨਾ ਵਿਸ਼ਵਾਸ ਹੈ ਤੇ ਇਹਨੂੰ ਆਪਣੇ ਕੋਲ ਰੱਖ। ਤੇਰੀਆਂ ਇਹਨਾਂ ਮਾਨਤਾਵਾਂ ਦਾ ਮੇਰੀ ਨਿਗਾਹ 'ਚ ਕੋਈ ਮੁੱਲ ਨਹੀਂ। ਕਹਿਣ ਨੂੰ ਬੇਸ਼ੱਕ ਇਹ ਆਪਣੇ ਆਪ ਨੂੰ ਜਿਉਂਦਾ ਜਾਗਦਾ ਸਮਝਦਾ ਰਹੇ, ਪਰ ਅਸਲ 'ਚ ਮਰ ਮੁੱਕ ਚੁੱਕਾ ਹੈ। ਉਹਨੂੰ ਖੁਦ ਆਪਣੀ ਜ਼ਿੰਦਗੀ ਉੱਪਰ ਵਿਸ਼ਵਾਸ ਨਹੀਂ ਹੈ। ਉੱਪਰੋਂ ਦੇਖਣ ਨੂੰ ਬੇਸ਼ੱਕ ਮੈਂ ਕਿਸੇ ਤਰ੍ਹਾਂ ਦਾ ਵੀ ਹੋਵਾਂ, ਪਰ ਮੈਂ ਆਪਣੇ ਬਾਰੇ ਜਾਣਦਾ ਕਿ ਮੈਂ ਜਿੰਦਾ ਦਿਲ ਹਾਂ। ਉਸ ਨਾਲੋਂ ਆਪਣੀ ਜ਼ਿੰਦਗੀ ਤੇ ਆਉਣ ਵਾਲੀ ਮੌਤ ਨੂੰ ਚੰਗੀ ਤਰ੍ਹਾਂ ਜਾਣਦਾ। ਇਹਨੂੰ ਕੀ ਪਤਾ? ਬੇਸ਼ੱਕ ਮੇਰੀ ਪੂੰਜੀ ਬੜੀ ਥੋੜੀ ਹੈ, ਪਰ ਮੇਰੇ ਨੇੜਲੀ ਇਹ ਸੱਚਾਈ ਘੱਟੋ ਘੱਟ ਇੰਨੀ ਨਿੱਗਰ ਤੇ ਸਪਸ਼ਟ ਹੈ ਕਿ ਮੈਂ ਇਹਨੂੰ ਛੂਹ ਸਕਦਾ, ਦੇਖ ਸਕਦਾ, ਇਸ ਅੰਦਰ ਆਪਣੇ ਦੰਦ ਖੁਬੋ ਸਕਦਾ ਜਿਵੇਂ ਇਸ ਸੱਚਾਈ ਨੇ ਮੇਰੀ ਚੇਤਨਾ 'ਚ ਦੰਦ ਖੁਬੋਏ ਹੋਏ ਨੇ। ਮੈਂ ਕਦੇ ਗਲਤੀ ਨਹੀਂ ਕੀਤੀ, ਅੱਜ ਵੀ ਠੀਕ ਹਾਂ ਤੇ ਹਮੇਸ਼ਾ ਠੀਕ ਰਹਾਂਗਾ। ਮੈਂ ਆਪਣੀ ਜ਼ਿੰਦਗੀ ਇੱਕ ਖਾਸ ਅੰਦਾਜ਼ 'ਚ ਗੁਜ਼ਾਰੀ ਹੈ। ਜੇ ਚਾਹੁੰਦਾ ਤਾਂ ਹੋਰ ਤਰੀਕੇ ਨਾਲ ਵੀ ਗੁਜ਼ਾਰ ਸਕਦਾ ਸੀ, ਪਰ ਇਸ ਨਾਲ ਕੀ ਫਰਕ ਪੈਣਾ ਸੀ? ਮੈਂ ਜਿੱਥੇ ਜੋ ਠੀਕ ਸਮਝਿਆ ਉਹੀ ਕੀਤਾ। ਮਤਲਬ ਇਹ ਕਿ ਹਰ ਚੜ੍ਹਦੇ ਸੂਰਜ ਮੈਂ ਉਹਨਾਂ ਪਲਾਂ ਨੂੰ ਆਨੰਦ ਨਾਲ ਭੋਗਿਆ ਜੋ ਮੇਰੀ ਜ਼ਿੰਦਗੀ ਦੀ ਸਾਰਥਕਤਾ ਤੇ ਸੱਚਾਈ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਕੋਈ ਵੀ ਹੋਰ ਚੀਜ਼ ਜਾਂ ਕੋਈ ਹੋਰ ਗੱਲ ਦਾ ਮੇਰੀ ਜ਼ਿੰਦਗੀ 'ਚ ਕੱਖ ਵੀ ਮੁੱਲ ਨਹੀਂ। ਕਿਉਂ ਨਹੀਂ ਰਿਹਾ ਇਹਨੂੰ ਮੈਂ ਵੀ ਜਾਣਦਾ ਤੇ ਤੂੰ ਵੀ। ਦੂਰ ਭਵਿੱਖ ਦੇ ਧੁੰਦਲੇ ਦਿਸ ਹੱਦੇ ਤੋਂ ਇੱਕ ਅਜੀਬ ਜਿਹੀ ਗੁਬਾਰ ਭਰੀ ਹਨੇਰੀ ਮੇਰੇ ਵੱਲ ਨਿਰੰਤਰ ਵਗਦੀ ਜਾ ਰਹੀ ਹੈ, ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਕਾਲੀ ਹਨੇਰੀ ਨੇ ਉਹਨਾਂ ਸਾਰੇ ਅਖੌਤੀ ਆਦਰਸ਼ਾਂ ਤੇ ਨਕਲੀ ਜ਼ਿੰਦਗੀ ਦੇ ਕੂੜੇ ਕਰਕਟ ਨੂੰ ਉਡਾ ਕੇ ਪਰਾਂ ਸੁੱਟ ਦਿੱਤਾ ਜਿਹੜਾ ਮੈਨੂੰ ਹੋਰ ਲੋਕਾਂ ਨੇ ਦਿੱਤਾ ਸੀ। ਫਿਰ ਕਿਸੇ ਦੂਜੇ ਦੀ ਮੌਤ, ਮਾਂ ਦਾ ਪਿਆਰ, ਪਾਦਰੀ ਦੇ ਪ੍ਰਵਚਨ ਮੇਰੇ ਲਈ ਕੀ ਅਰਥ ਰੱਖਦੇ ਹਨ? ਕੋਈ ਦੂਜਾ ਕਿਹੋ ਜਿਹੀ ਵੀ ਜ਼ਿੰਦਗੀ ਭੋਗੇ, ਇਹਦੇ ਨਾਲ ਮੇਰਾ ਕੀ ਵਾਹ ਵਾਸਤਾ? ਅਸੀਂ ਸਾਰੇ ਮਨੁੱਖ ਇੱਕ ਵੱਜੇ ਬਜਾਏ ਭੁਲੇਖੇ ਨੂੰ ਭੋਗਦੇ ਹਾਂ, ਉਹ ਫਿਰ ਭਾਵੇਂ ਮੈਂ ਹੋਵਾਂ, ਪਾਦਰੀ ਜਾਂ ਕੋਈ ਹੋਰ। ਅਸੀਂ ਸਮਝਦੇ ਹਾਂ ਸਾਡੀ ਕਿਸਮਤ ਪੂਰਨ ਨਿਸ਼ਚਿਤ ਹੈ ਤੇ ਮੌਤ ਦਾ ਸਮਾਂ ਵੀ ਨਿਸ਼ਚਿਤ ਹੈ। ਹਰ ਜਿਉਂਦਾ ਜਾਗਦਾ ਮਨੁੱਖ ਅਜਿਹੀ ਕਿਸਮਤਵਾਦੀ ਧਾਰਨਾ ਲਈ ਫਿਰਦਾ ਹੈ। ਸਾਰੀ ਧਰਤੀ ਅਜਿਹੇ ਲੋਕਾਂ ਨਾਲ ਨੱਕੋ ਨੱਕ ਭਰੀ ਪਈ ਹੈ। ਇਹਨਾਂ ਅਨੁਸਾਰ ਜੇਕਰ ਮੌਤ ਨੇ ਹਰ ਇੱਕ ਨੂੰ ਨਿਗਲ ਹੀ ਜਾਣਾ ਹੈ, ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਕਿ ਕੋਈ ਮਨੁੱਖ ਬਿਮਾਰੀ ਭੋਗ ਕੇ ਮਰੇ ਜਾਂ ਫਾਂਸੀ ਲਟਕ ਕੇ ਮਰੇ? ਜੇ ਸਾਰਿਆਂ ਦਾ ਹਸ਼ਰ ਪਹਿਲਾਂ ਹੀ ਮਿੱਥਿਆ ਹੈ ਤਾਂ ਉਸ ਆਦਮੀ ਨੂੰ ਸੂਲੀ ਚੜ੍ਹਨ ਦੀ ਤਿਆਰੀ ਕਿਉਂ ਹੋ ਰਹੀ ਹੈ ਜਿਹਦਾ ਅਪਰਾਧ ਇਹ ਮੰਨਿਆ ਗਿਆ ਕਿ ਇਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੇ ਰੋਇਆ ਨਹੀਂ ਸੀ? ਅੱਛਾ, ਜਦੋਂ ਅੰਤ ਮੌਤ ਹੀ ਹੈ ਤਾਂ ਸਲਮਾਨੋ ਦੀ ਪਤਨੀ ਤੇ ਉਹਦੇ ਕੁੱਤੇ 'ਚ ਕੀ ਫਰਕ ਹੈ? ਜੇਕਰ ਜਨਮ ਲੈਣਾ ਹੀ ਜੁਰਮ ਹੈ ਤੇ ਇਸ ਨਜ਼ਰੀਏ ਨਾਲ ਉਹ ਚੁਸਤ ਦਰੁਸਤ ਮਧਰੀ ਜਿਹੀ ਔਰਤ ਵੀ ਉਨੀ ਅਪਰਾਧੀ ਹੈ ਜਿਹਨੇ ਮੇਰੇ ਮੇਜ਼ ਤੇ ਖਾਣਾ ਖਾਧਾ ਸੀ, ਤੇ ਨਾਲ ਹੀ ਮੈਸਨ ਦੀ ਪੈਰਿਸ ਵਾਲੀ ਪਤਨੀ ਜਾਂ ਮੈਰੀ ਜਿਹਨੇ ਮੇਰੇ ਨਾਲ ਵਿਆਹ ਕਰਾਉਣ ਦੇ ਸੁਪਨੇ ਰਚਾਏ ਸਨ, ਸਭ ਅਪਰਾਧੀ ਹਨ। ਇਸੇ ਤਰ੍ਹਾਂ ਸੇਲਿਸ ਤੇ ਰੇਮੰਡ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸੇਲਿਸ ਅਤੇ ਰੇਮੰਡ ਤੋਂ ਕਈ ਗੁਣਾ ਬਿਹਤਰ ਹੈ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੇ ਤਾਂ ਦੋਨੇ ਹੀ ਜਿਗਰੀ ਦੋਸਤ ਹਨ। ਦੂਜੇ ਪਾਸੇ ਜੇਕਰ ਮੈਰੀ ਆਪਣੇ ਕਿਸੇ ਨਵੇਂ ਦੋਸਤ ਨਾਲ ਰੰਗ ਰਲੀਆਂ ਮਨਾ ਰਹੀ ਹੈ ਤਾਂ ਮੈਨੂੰ ਕੀ ਫਰਕ ਪੈਂਦਾ ਹੈ? ਜਿਵੇਂ ਉਹ ਪਾਦਰੀ ਕਹਿੰਦਾ ਸਭ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ, ਉਹਨੂੰ ਖੁਦ ਵੀ ਤਾਂ ਮੇਰੀ ਗੱਲ ਕੋਈ ਸਮਝਦਾ ਕਿਉਂ ਨਹੀਂ ਕਿ ਭਵਿੱਖ ਵੱਲੋਂ ਆਉਂਦੀ ਕਾਲੀ ਹਨੇਰੀ ਨੇ ਸਾਡੀ ਜ਼ਿੰਦਗੀ ਤਹਿਸ ਨਹਿਸ ਕਰ ਰੱਖੀ ਹੈ? ਕਿਉਂ? ਮੈਂ ਕਾਫੀ ਦੇਰ ਤੋਂ ਇੰਨੇ ਜ਼ੋਰ ਨਾਲ ਚੀਕ ਕੇ ਬੋਲ ਰਿਹਾ ਸੀ ਕਿ ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਰੌਲਾ ਰੱਪਾ ਸੁਣ ਕੇ ਪਹਿਰੇਦਾਰ ਕੋਠੜੀ ਵੱਲ ਨੂੰ ਭੱਜੇ ਆਏ ਤੇ ਪਾਦਰੀ ਨੂੰ ਮੇਰੇ ਚੁੰਗਲ 'ਚੋਂ ਛੁਡਾਉਣ ਲੱਗੇ। ਮੈਂ ਬੁਰੀ ਤਰ੍ਹਾਂ ਹਫ ਗਿਆ ਸੀ। ਇੱਕ ਪਹਿਰੇਦਾਰ ਨੇ ਮੈਨੂੰ ਕੁੱਟਣ ਲਈ ਹੱਥ ਚੁੱਕਿਆ ਹੀ ਸੀ ਕਿ ਪਾਦਰੀ ਨੇ ਰੋਕ ਦਿੱਤਾ। ਸਭ ਸ਼ਾਂਤ ਹੋ ਗਏ। ਪਾਦਰੀ ਮੈਨੂੰ ਬੜੇ ਧਿਆਨ ਨਾਲ ਲਗਾਤਾਰ ਵੇਖੀ ਜਾ ਰਿਹਾ ਸੀ।
ਮੈਂ ਦੇਖਿਆ ਪਾਦਰੀ ਦੀਆਂ ਅੱਖਾਂ 'ਚ ਹੰਝੂ ਭਰ ਆਏ ਸਨ। ਕੁਝ ਚਿਰ ਖੜਾ ਰਹਿ ਕੇ ਉਹ ਪਿਛਾਂਹ ਘੁੰਮਦਾ ਹੈ, ਕੋਠੜੀ 'ਚੋਂ ਬਾਹਰ ਨਿਕਲ ਜਾਂਦਾ ਹੈ। ਉਹਦੇ ਜਾਣ ਪਿੱਛੋਂ ਮੇਰਾ ਗੁੱਸਾ ਸ਼ਾਂਤ ਹੋ ਗਿਆ। ਬੋਲ ਬੋਲ ਕੇ ਮੈਂ ਇੰਨੀ ਬੁਰੀ ਤਰ੍ਹਾਂ ਥੱਕ ਗਿਆ ਸੀ ਕਿ ਮੈਂ ਇੱਕਦਮ ਸੌਣ ਵਾਲੇ ਤਖਤੇ ਤੇ ਲੰਮਾ ਪੈ ਗਿਆ। ਕੁਛ ਚਿਰਾਂ 'ਚ ਹੀ ਮੈਨੂੰ ਨੀਂਦ ਨੇ ਆ ਘੇਰਿਆ ਤੇ ਜਦੋਂ ਜਾਗਿਆ ਦੇਖਿਆ ਕਿ ਆਕਾਸ਼ 'ਚ ਤਾਰੇ ਟਿਮਟਿਮਾ ਰਹੇ ਸਨ। ਕੋਠੜੀ ਦੀ ਉਸ ਬਾਰੀ ਰਾਹੀਂ ਦੂਰ ਖੇਤਾਂ 'ਚੋਂ ਆਉਂਦੀ ਰਾਤ ਦੀ ਠੰਡੀ ਠੰਡੀ ਹਵਾ ਮੈਨੂੰ ਬੜੀ ਆਨੰਦਮਈ ਲੱਗ ਰਹੀ ਸੀ। ਇਸੇ ਹਵਾ ਵਿੱਚ ਮਿੱਟੀ ਦੀ ਹਲਕੀ ਹਲਕੀ ਖੁਸ਼ਬੂ ਲੱਦੀ ਹੋਈ ਸੀ ਜੋ ਮੈਨੂੰ ਸਾਫ਼ ਮਹਿਸੂਸ ਹੋ ਰਹੀ ਸੀ। ਗਰਮੀਆਂ ਦੀ ਇਸ ਠੰਡੀ ਰਾਤ ਦੀ ਚਾਰੇ ਪਾਸੇ ਖਿਲਰੀ ਖਾਮੋਸ਼ੀ ਕਿਸੇ ਸਮੁੰਦਰ ਦੀਆਂ ਲਹਿਰਾਂ ਵਾਂਗ ਮੇਰੇ ਰੋਮ ਰੋਮ 'ਚ ਤੈਰਦੀ ਚਲੀ ਜਾ ਰਹੀ ਸੀ। ਅਜੇ ਚੰਗੀ ਤਰ੍ਹਾਂ ਪੌ ਵੀ ਨਹੀਂ ਫੁੱਟੀ ਸੀ ਕਿ ਬਾਹਰ ਦੂਰ ਸਾਗਰ 'ਚ ਚੱਲਦੇ ਕਿਸੇ ਜਹਾਜ਼ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਸੋਚਾਂ 'ਚ ਡੁੱਬਿਆ ਹੋਇਆ ਸੀ। ਜਹਾਜ਼ 'ਚ ਬੈਠੇ ਲੋਕ ਦੁਨੀਆ ਦੇ ਕਿਸੇ ਕੋਨੇ ਦੀ ਯਾਤਰਾ ਉੱਤੇ ਨਿਕਲ ਪਏ ਸਨ ਜਿਸ ਦੁਨੀਆ ਨਾਲ ਹੁਣ ਮੇਰਾ ਕੋਈ ਵਾਸਤਾ ਨਹੀਂ ਸੀ। ਇਸੇ ਵੇਲੇ ਕਈ ਮਹੀਨਿਆਂ ਬਾਅਦ ਸ਼ਾਇਦ ਪਹਿਲੀ ਵਾਰ ਮੈਨੂੰ ਆਪਣੀ ਮਾਂ ਦੀ ਯਾਦ ਆਈ। ਮੈਨੂੰ ਜਾਪਿਆ ਜਿਵੇਂ ਮੈਂ ਅੱਜ ਸਮਝਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਨਵਾਂ ਸਾਥੀ ਕਿਉਂ ਚੁਣਿਆ, ਕਿਉਂ ਜ਼ਿੰਦਗੀ ਦੀ ਟੁੱਟੀ ਫੁੱਟੀ ਵੀਣਾ ਉੱਤੇ ਨਵਾਂ ਰਾਗ ਛੇੜਿਆ, ਉਹ ਵੀ ਉਸ ਬਿਰਧ ਆਸ਼ਰਮ ਵਿੱਚ ਜਿੱਥੋਂ ਦਾ ਹਰ ਬਸ਼ਿੰਦਾ ਜ਼ਿੰਦਗੀ ਦੀ ਪੌੜੀ ਦੇ ਆਖਰੀ ਡੰਡੇ ਤੇ ਬੈਠਾ ਹੈ, ਜਿਸ ਆਸ਼ਰਮ ਵਿੱਚ ਲਈ ਹਰ ਸ਼ਾਮ ਇੱਕ ਅਜੀਬ ਜਿਹੀ ਉਦਾਸੀ ਲੈ ਕੇ ਆਉਂਦੀ ਹੈ। ਮੌਤ ਦੇ ਨਜ਼ਦੀਕ ਆ ਕੇ ਮਾਂ ਵੀ ਮਹਿਸੂਸ ਕਰਦੀ ਹੋਏਗੀ ਕਿ ਉਹਦੀ ਆਜ਼ਾਦੀ ਦੀ ਮੁਕਤੀ ਦੀ ਘੜੀ ਨੇੜੇ ਆ ਗਈ ਹੈ। ਇਸ ਮੰਜ਼ਿਲ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਹੈ ਤੇ ਮੁਕਤੀ ਦੇ ਅਜਿਹੇ ਸਮੇਂ ਉੱਪਰ ਕਿਸੇ ਨੂੰ ਰੋਣ ਕੁਰਲਾਉਣ ਦਾ ਕੋਈ ਹੱਕ ਨਹੀਂ ਹੈ, ਕਿਉਂ ਜੇ ਮੌਤ ਆਜ਼ਾਦੀ ਦੇ ਨਵੇਂ ਜੀਵਨ ਦਾ ਨਿੱਘਰ ਸੁਨੇਹਾ ਲਿਆਉਂਦੀ ਹੈ। ਉਸੇ ਵੇਲੇ ਮੈਂ ਮਹਿਸੂਸ ਕੀਤਾ ਕਿ ਕਿਉਂ ਨਾ ਮੈਂ ਵੀ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਾਂ। ਮੈਨੂੰ ਜਾਪਿਆ ਗੁੱਸੇ ਤੇ ਉਤੇਜਨਾ ਦੀਆਂ ਛੱਲਾਂ ਨੇ ਮੇਰੇ ਮਨ ਦੇ ਕੋਨੇ-ਕੋਨੇ ਨੂੰ ਧੋ ਕੇ ਨਿਖਾਰ ਦਿੱਤਾ ਹੈ। ਮੇਰੀਆਂ ਇੱਛਾਵਾਂ ਤੇ ਸੱਧਰਾਂ ਨੂੰ ਦਿਲ 'ਚੋਂ ਵਹਾ ਕੇ ਪਰੇ ਸੁੱਟ ਦਿੱਤਾ ਹੈ। ਸੂਲੀ ਤੋਂ ਬਚਣ ਦੀ ਇੱਛਾ ਵੀ ਇਹਨਾਂ ਲਹਿਰਾਂ ਵਿੱਚ ਹੀ ਰੁੜ ਗਈ। ਮੈਂ ਤਾਰਿਆਂ ਨਾਲ ਭਰੇ ਆਕਾਸ਼ ਨੂੰ ਬੜੀ ਸ਼ਾਂਤੀ ਨਾਲ ਵੇਖ ਰਿਹਾ ਸੀ। ਬ੍ਰਹਿਮੰਡ ਦਾ ਤੇਜਸਵੀ ਚਿਹਰਾ ਬੜਾ ਸੋਝਮਈ ਜਾਪਦਾ ਸੀ। ਮੈਨੂੰ ਜਾਪਿਆ ਇਹ ਸਾਰਾ ਬ੍ਰਹਿਮੰਡ ਮੇਰੀ ਹਸਤੀ ਦਾ ਹੀ ਅੰਗ ਹੈ। ਮੇਰੇ ਦਿਲ 'ਚ ਪਹਿਲੀ ਵਾਰ ਦੁਨੀਆ ਦੇ ਪ੍ਰਤੀ ਵੈਰਾਗ ਦੀ ਭਾਵਨਾ ਪੈਦਾ ਹੋਈ। ਇਸ ਵੈਰਾਗ ਦੇ ਅਹਿਸਾਸ ਨੂੰ ਮੈਂ ਆਪਣੇ ਆਤਮਾ ਦੇ ਇੱਕ ਅੰਸ਼ ਵਜੋਂ ਮਹਿਸੂਸ ਕਰ ਰਿਹਾ ਸੀ। ਮੇਰਾ ਦਿਲ ਪਰਮ ਆਨੰਦ ਦੀ ਸਥਿਤੀ 'ਚ ਸੀ। ਮੈਨੂੰ ਜਾਪਿਆ ਜਿਵੇਂ ਹੁਣ ਮੈਨੂੰ ਜ਼ਿੰਦਗੀ ਦਾ ਕੋਈ ਵੀ ਦੁੱਖ ਨਹੀਂ ਭੋਗਣਾ ਪਏਗਾ। ਹੁਣ ਮੈਂ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਉੱਪਰ ਇਕੱਲਾਪਨ ਨਹੀਂ ਸੀ ਚਾਹੁੰਦਾ। ਇਸ ਲਈ ਆਪਣੇ ਮਨ ਨੂੰ ਦ੍ਰਿੜ ਤੇ ਮਜ਼ਬੂਤ ਕਰ ਰਿਹਾ ਸੀ। ਹੁਣ ਤਾਂ ਬਸ ਇੱਕੋ ਇੱਛਾ ਘੜੀ ਮੁੜੀ ਮੇਰੇ ਦਿਲ ਦੇ ਬੂਹੇ ਨੂੰ ਖੜਕਾਉਂਦੀ ਸੀ, ਜਦੋਂ ਮੈਨੂੰ ਫਾਂਸੀ ਚਾੜਿਆ ਜਾਵੇ ਉਸ ਦਿਨ ਦਰਸ਼ਕਾਂ ਦੀ ਚੋਖੀ ਭੀੜ ਮੇਰੇ ਚਾਰੇ ਪਾਸੇ ਇਕੱਠੀ ਹੋ ਜਾਏ ਤੇ ਬੜੇ ਜ਼ੋਰ ਸ਼ੋਰ ਨਾਲ ਰੌਲਾ ਰੱਪਾ ਪਾਉਂਦੇ ਮੇਰੀ ਪੱਕੀ ਵਿਦਾਇਗੀ ਦੇ ਜਸ਼ਨ ਮਨਾ ਰਹੇ ਹੋਣ। ਧੰਨਵਾਦ। ਸਮਾਪਤ।